ਇਹ ਜੱਫੀ ਸੁਰਖੀ ਬਣੀ ਕਿਉਂ ਇੰਨਾ ਤੱਤਾ ਤੇ ਇੰਨਾ ਤਿੱਖਾ ਕੋਈ ਨਹੀਂ ਚੱਲਦਾ ਦੋਹਾਂ ਦੇ ਖਿਲਾਫ ਇੱਕ ਦੂਜੇ ਦੇ ਅਜਿਹੇ ਸ਼ਬਦ ਹੈ ਕਿ ਮੈਂ ਬੋਲ ਕੇ ਦੱਸ ਨਹੀਂ ਸਕਦਾ ਇੱਕ ਦੂਜੇ ਦੇ ਖਿਲਾਫ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਦੋਵਾਂ ਨੇ ਬੋਲੇ ਹੋਏ ਆ ਇਹਨੂੰ ਇਸ਼ੂ ਦੇ ਵਿੱਚ ਤਬਦੀਲ ਕੌਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਕਾਂਗਰਸ ਪਾਰਟੀ ਨੇ ਤਾਂ ਇਹਨੂੰ ਇਸ਼ੂ ਬਣਾਇਆ ਨਹੀਂ ਇਹਨੂੰ ਇਸ਼ੂ ਜਾਂ ਤਾਂ ਸਰਕਾਰ ਇਹਨੂੰ ਇਸ਼ੂ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਕੁਝ ਮੀਡੀਆ ਦੇ ਅਦਾਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਜੋ ਨਹੀਂ ਚਾਹੁੰਦੇ ਕਿ ਜਿਹੜੀ ਆਵਾਜ਼ ਹੈ ਬੁਲੰਦ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਸਾਡੇ ਸੱਭਿਆਚਾਰ ਦੇ ਵਿੱਚ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਉਹ ਗੱਲ ਇੱਥੇ ਵੀ ਨਿਬੜੀ ਜਾ ਸਕਦੀ ਸੀ ਲੋਕਾਂ ਨੇ ਇਹਨੂੰ ਵੀ ਬਹੁਤ ਕੁਝ ਬਣਾ ਲੈਣਾ ਸੀਗਾ ਲੋਕਾਂ ਨੇ ਇਸ ਨੂੰ ਵੀ ਕਰ ਸੀ ਪਰ ਤਕਰੀਰ ਕਰਦਿਆਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਉਧਰ ਨੂੰ ਭੱਜਿਆ ਜਾਣਾ ਤੇ ਉਹ ਵੀ ਉਧਰ ਨੂੰ ਆਉਣਾ ਤੇ ਉਸ ਤੋਂ ਬਾਅਦ ਇਹ ਵੀ ਕਹਿ ਦੇਣਾ ਕਿ ਇਹ ਜੱਫੀ ਨਹੀਂ ਪਾਈ ਜੱਫੀ ਹੀ ਪਾਈ ਹੈ ਕੁਝ ਹੋਰ ਤਾਂ ਨਹੀਂ ਕੀਤਾ ਗੱਲ ਇਹ ਹੈ ਵੀ ਐਡੇ ਸੰਜੀਦਾ ਮੁੱਦੇ ਦੇ ਉੱਤੇ ਇਕੱਠੇ ਹੋਏ ਉੱਥੇ ਮਸਕਰੀਆਂ ਹੋ ਰਹੀਆਂ ਸੀਗੀਆਂ ਤੁਸੀਂ ਚਾਹੁੰਦੇ ਹੋ ਇੱਕ ਸਰਟਨ ਵੇ ਦੇ ਵਿੱਚ ਬਿਹੇਵ ਕੀਤਾ ਜਾਵੇ ਤੇ ਸਰ ਲਿਸਟ ਭੇਜ ਦਿਓ ਤੇ ਮੈਂ ਦੂਜੀ ਗੱਲ ਇਹ ਵੀ ਕਹੂੰਗਾ ਕਿ ਜਿਨ੍ਹਾਂ ਦਾ ਧਿਆਨ ਇਸ਼ੂ ਤੇ ਠੀਕ ਹੈ ਖੜਿਆਲ ਸਾਹਿਬ ਮੈਂ ਤੁਹਾਨੂੰ ਲਿਸਟ ਭੇਜਾਂਗਾ ਮੇਰੀ ਗੱਲ ਸੁਣਿਓ ਮੈਂ ਤੁਹਾਨੂੰ ਲਿਸਟ ਭੇਜਾਂਗਾ ਫਿਰ ਕਾਈਂਡਲੀ ਸਾਨੂੰ ਵੀ ਕਾਂਗਰਸੀ ਜਾਂ ਅਦਰ ਪਾਰਟੀਆਂ ਦੇ ਲੀਡਰ ਲਿਸਟ ਭੇਜਣ ਕਿ ਅਸੀਂ ਵਿਆਹ ਸ਼ਾਦੀਆਂ 'ਚ ਤਾਂ ਐਦਾਂ ਵਿਚਰਿਆ ਕਰਾਂਗੇ ਅਸੀਂ ਸਾਂਝੇ ਇਕੱਠਾਂ ਤੇ ਐਦਾਂ ਵਿਚਰਿਆ ਕਰਾਂਗੇ ਅਸੀਂ ਸਿਆਸੀ ਮੰਚਾਂ ਤੋਂ ਐਦਾਂ ਕਰਕੇ ਬੋਲਿਆ ਕਰਾਂਗੇ ਇੰਦਰਾ ਗਾਂਧੀ ਦੇ ਸਮੇਂ ਦੇ ਉੱਤੇ ਦੂਰਦਰਸ਼ਨ ਨੂੰ ਇੰਦਰਾ ਦਰਸ਼ਨ ਕਿਹਾ ਗਿਆ ਸੀ ਮੈਂ ਤਾਂ ਨਹੀਂ ਸੀ ਕਿਹਾ ਗਿਆ ਇੰਡੀਆ ਇਜ਼ ਇੰਦਰਾ ਇਜ਼ ਇੰਡੀਆ ਇਹ ਗੱਲ ਕਹੀ ਗਈ ਕਿ ਨਹੀਂ ਕਹੀ ਗਈ ਐਜ਼ ਆਫ ਨਾਓ ਬੀਜੇਪੀ ਨੇ ਸੈਂਟਰ ਲੈਵਲ ਤੇ ਕੀ ਕੀਤਾ ਵਰਲਡ ਨਿਊਜ਼ ਟੈਨਿਕ ਫਾਸਟਰ ਐਨਡੀਟੀਵੀ BBC ਦੀ ਡਾਕੂਮੈਂਟਰੀ ਆਈ ਬਲੌਕ ਹੋਈ ਆਈਟੀ ਸਰਵੇ BBC ਤੇ ਹੋ ਗਿਆ ਤੇ ਮੋਦੀ ਸਾਹਿਬ ਤੇ ਉਸ ਡਾਕੂਮੈਂਟਰੀ ਦੀ ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਐਡਾ ਇਸ਼ੂ ਸੀਗਾ ਤੇ ਪਹਿਲਾਂ ਨਾ ਆਈਟੀ ਸਰਵੇ ਹੋ ਗਿਆ ਸੀ ਨਵਜੋਤ ਸਿੱਧੂ ਮਜੀਠੀਆ ਨੂੰ ਜੱਫੀ ਪਾਵੇ ਨਾ ਪਾਵੇ ਮੈਨੂੰ ਇਹ ਦੱਸੋ ਕਿ ਪੰਜਾਬ ਦਾ ਕੀ ਭਲਾ ਜਿਹੜਾ ਤੁਸੀਂ ਇਤਨਾ ਘੰਟਾ ਤੇ ਵੇਸਟ ਕੀਤਾ ਸੁਨੀਲ ਜਾਖੜ ਜੀ ਜਦੋਂ ਕਾਂਗਰਸ ਦੇ ਵਿੱਚ ਸਨ ਉਦੋਂ ਵੀ ਆਪਦੀ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਅੱਜ ਤਾਂ ਬੋਲਣਾ ਹੀ ਬੋਲਣਾ ਉਹਨਾਂ ਨੇ ਜਿਹੜੇ ਸਾਡੇ ਮੁਲਕ ਦਾ ਮਾਣ ਬਣੇ ਤਮਗੇ ਲੈ ਕੇ ਆਉਣ ਵਾਲੇ ਉਹ ਖਿਡਾਰੀ ਜਿਨ੍ਹਾਂ ਨੂੰ ਗੰਗਾ ਤੱਕ ਬਹਾਉਣ ਤੱਕ ਜਾਣਾ ਪਿਆ ਇਹ ਲੀਡਰ ਕਿਉਂ ਲੜੇ ਇਸ ਕਰਕੇ ਲੜੇ ਭਾਈ ਅਸੀਂ ਬੋਲੀ ਜਾਂਦੇ ਆ ਤੁਸੀਂ ਜਦੋਂ ਸਾਡੇ ਸੀਗੇ ਉਦੋਂ ਤਾਂ ਬੋਲਦੇ ਸੀ ਹੁਣ ਤਾਂ ਬੋਲ ਲਓ ਇਹਦਾ ਮਤਲਬ ਤੁਹਾਡੀ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਹੋਊਗੀ ਕੇਂਦਰ ਦੀ ਸਰਕਾਰ ਨਹੀਂ ਸੁਣ ਰਹੀ ਹੋਊਗੀ ਬੀਜੇਪੀ ਉਹਨਾਂ ਦੀ ਬਾਤ ਨਹੀਂ ਪਾਉਣੀ ਪੈ ਰਹੀ ਹੋਊਗੀ ਇਸੇ ਕਰਕੇ ਪੁਰਾਣੇ ਤੇ ਨਵੇਂ ਕਾਂਗਰਸੀ ਆਪਸ ਦੇ ਵਿੱਚ ਲੜੇ ਤੇ ਭਿੜੇ ਮੈਂ ਇਹ ਇੱਕ ਲੇਡੀ ਨੇ ਇਹ ਨਹੀਂ ਇਹਨਾਂ ਇੱਥੇ ਬੈਠ ਕੇ ਇਹਨਾਂ ਨੇ ਉਹਨਾਂ ਦੇ ਹਾਂ ਦਾ ਨਾਰਾ ਮਾਰਿਆ ਕਿ ਸਾਡੀਆਂ ਜਿਹੜੀਆਂ ਇਹਨਾਂ ਦੇ ਧੀਆਂ ਭੈਣਾਂ ਬੱਚੀਆਂ ਉਹਨਾਂ ਨੂੰ ਕਿੱਥਿਆ ਜਾ ਰਿਹਾ ਜਿਹੜੀਆਂ ਸਾਡੇ ਦੇਸ਼ ਲਈ ਮੈਡਲ ਲੈ ਕੇ ਆਈਆਂ ਇਹਨਾਂ ਨੂੰ ਇਹ ਨਹੀਂ ਦੇਖਿਆ ਇਹਨਾਂ ਨੂੰ ਜੱਫੀਆਂ ਦੇਖੀਆਂ ਆ ਕੇ ਪੈਣੀਆਂ ਕਿੰਨੇ ਜੱਫੀ ਪੈਂਦੀ ਹੈ ਜੀ ਨਹੀਂ ਪੈਂਦੀ ਉਹਦਾ ਦੇਸ਼ ਦਾ ਕੀ ਫਾਇਦਾ ਹੋਣ ਵਾਲਾ ਹੈ ਉਹਦੇ ਨਾਲ ਪੰਜਾਬ ਦਾ ਕੀ ਫਾਇਦਾ ਹੋਣ ਵਾਲਾ ਹੈ ਔਰ ਖੜਿਆਲ ਸਾਹਿਬ ਇੱਥੇ ਬੋਲਦੇ ਆ ਸਾਡਾ ਸ਼ਰਮਸ਼ਾਰ ਹੋ ਗਏ ਵਰਲਡ ਲੈਵਲ ਤੇ ਅਸੀਂ ਜਿਹੜੀਆਂ ਬੱਚੀਆਂ ਦੇ ਸਾਡੇ ਲਈ ਮੈਡਲ ਲੈ ਕੇ ਆਂਦੇ ਸੀ ਔਰ ਤੁਸੀਂ ਰਿਕੁਐਸਟਾਂ ਦੀ ਗੱਲ ਕਰ ਰਹੇ ਹਾਲੇ ਤੱਕ ਅਸੀਂ ਹੋ ਗਏ ਪੰਜਾਬੀ ਵਰਲਡ ਲੈਵਲ ਤੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਤੀਆਂ ਤੇ ਤੁਸੀਂ ਸਭ ਤੋਂ ਵੱਧ ਕਰਪਸ਼ਨ ਤੁਸੀਂ ਕਰਦੇ ਹੋ ਇਹ ਦੇਖੋ ਇੱਕ ਸਿੰਪਲ ਜੀ ਗੱਲ ਜਾਖੜ ਸਾਹਿਬ ਨੇ ਕਦੇ ਰੈਸਲਰ ਬਾਰੇ ਨਹੀਂ ਟਵੀਟ ਕੀਤਾ ਕਿ ਸਾਡੇ ਰੈਸਲਰਸ ਨੂੰ ਦਿੱਕਤ ਆ ਰਹੀ ਹੈ ਸਾਡੇ ਰੈਸਲਰਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਜਾਖੜ ਸਾਹਿਬ ਨੇ ਟਵੀਟ ਕੀਤਾ ਰਾਜਨੀਤੀ ਇਥੋਂ ਪ੍ਰਾਇੋਰਿਟੀ ਜਾਖੜ ਸਾਹਿਬ ਦੀ ਕੀ ਹੈ ਬੀਜੇਪੀ ਦੀ ਕੀ ਹੈ ਝਲਕ ਰਹੀ ਹੈ ਤੇ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਰੈਸਲਰ ਬਾਰੇ ਸੋਚਣਾ ਵੀ ਠੀਕ ਨਹੀਂ ਸਮਝਦੇ ਬੇਟੀ ਬਚਾਓ ਬੇਟੀ ਪੜਾਓ ਰਾਮੂ ਵਾਲੀਆ ਸਾਹਿਬ ਕਿੱਧਰ ਗਿਆ ਤੁਹਾਡਾ ਨਾਰਾ ਇੱਥੇ ਬੇਟੀ ਨੂੰ ਤਾਂ ਪੜ੍ਹਾ ਰਹੇ ਹੋ ਨਾ ਬੇਟੀ ਨੂੰ ਬਚਾ ਰਹੇ ਹੋ ਤੁਸੀਂ ਮੋਰੈਲਿਟੀ ਦੀਆਂ ਗੱਲਾਂ ਕਰਦੇ ਹੋ ਏਡਾ ਵੱਡਾ ਇਸ਼ੂ ਹੈ ਪਰਚਿਆਂ ਦੇ ਵਿੱਚ ਜ਼ਿਕਰ ਹੈ ਉਹ ਰਿਕਾਰਡ ਗੱਲਾਂ ਹੈ ਉਹਦੇ ਬਾਵਜੂਦ ਤੁਸੀਂ ਅੰਦਰ ਨਹੀਂ ਦੇਣ ਨੂੰ ਤਾਂ ਠੀਕ ਹੈ ਐਟਲੀਸਟ ਉਹਨਾਂ ਨੂੰ ਪ੍ਰੈਜ਼ੀਡੈਂਟਸ਼ਿਪ ਤੋਂ ਉਤਾਰੋ ਤਾਂ ਕਿ ਆਉਣ ਵਾਲੀਆਂ ਮਹਿਲਾਵਾਂ ਆਉਣ ਵਾਲੇ ਸਾਡੀ ਮਹਿਲਾ ਪਲੇਅਰਸ ਸਾਡੇ ਹੋਰ ਪਲੇਅਰਾਂ ਨੂੰ ਉਹਦੇ ਥਰੂ ਜਾਣਾ ਨਾ ਪਵੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ ਅੱਜ ਗੱਲ ਕਰਾਂਗੇ ਕਿ ਕਾਂਗਰਸ 'ਚ ਸਭ ਕੁਝ ਠੀਕ ਠਾਕ ਹੈ ਔਰ ਇਹ ਗੱਲ ਕਹਿਣ ਤੋਂ ਬਾਅਦ ਕਾਂਗਰਸੀਆਂ ਦੇ ਮਨ ਦੇ ਵਿੱਚ ਇਹ ਜ਼ਰੂਰ ਸਵਾਲ ਤੇ ਸੰਸਾ ਮੇਰੀ ਤਕਰੀਰ ਬਾਬਤ ਜ਼ਾਹਰ ਹੋਇਆ ਹੋਊਗਾ ਕਿ ਇਹਨੂੰ ਇੰਨੀ ਫਿਕਰ ਕਿਉਂ ਹੈ ਕਿਉਂਕਿ ਕਾਂਗਰਸ ਆਪਣੇ ਆਪ ਨੂੰ ਸੈਕੂਲਰ ਜਮਾਤ ਦੱਸਦੀ ਹੈ ਮੁੱਖ ਵਿਰੋਧੀ ਧਿਰ ਦੇ ਵਿੱਚ ਸ਼ਾਮਲ ਹੈ 10 ਸਾਲ ਦੇ ਰਾਜ ਤੋਂ ਬਾਅਦ ਜਿਸ ਤਰੀਕੇ ਦੀਆਂ 9 ਸਾਲ ਦੀਆਂ ਗੱਲਾਂ ਦੇ ਵੇਰਵੇ ਬੀਜੇਪੀ ਤੇ ਪ੍ਰਤੀਕਰਮ ਦੇ ਵਜੋਂ ਕਾਂਗਰਸ ਦੇ ਵੱਲੋਂ ਪੇਸ਼ ਕੀਤੇ ਜਾ ਰਹੇ ਹੈ
ਵੀ ਇਹ ਕਿਸ ਤਰੀਕੇ ਦਾ ਰਾਜ ਭਾਗ ਮੁਲਕ ਦੇ ਵਾਸੀਆਂ ਨੂੰ ਦਿੱਤਾ ਗਿਆ। ਜਦੋਂ ਸਿਲੰਡਰ ਦੀ ਗੱਲ ਕੀਤੀ ਜਾਂਦੀ ਹੈ, ਪੈਟਰੋਲ ਪ੍ਰਾਈਸਿਸ ਦੀ ਗੱਲ ਕੀਤੀ ਜਾਂਦੀ ਹੈ ਕਿ ਇੱਕ ਪਾਸੇ 70 ਸਾਲ ਦਾ ਰਾਜ ਸੀ ਤੇ ਇੱਕ ਪਾਸੇ 9 ਸਾਲ ਦੇ ਵਿੱਚ ਸਾਰਾ ਕੁਝ ਕਿਵੇਂ ਡਬਲ ਹੋ ਜਾਂਦਾ। ਤਾਂ ਉਸ ਕਰਕੇ ਅਸੀਂ ਉਸ ਜਮਾਤ ਦੀ ਫਿਕਰ ਜ਼ਾਹਰ ਕਰਦੇ ਹੋਏ ਇਹ ਗੱਲ ਕਰ ਰਹੇ ਹਾਂ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੈ, ਕਿਉਂਕਿ ਪ੍ਰਧਾਨ ਸਾਹਿਬ ਰਾਜਾ ਵੜਿੰਗ ਸਾਹਿਬ ਜਾਖੜਾਂ ਨਾਲ ਮੁੜ ਤੜਿੰਗ ਨਜ਼ਰ ਆ ਰਹੇ ਹੈ। ਟਵੀਟ ਵਾਰ ਹੁੰਦੀ ਹੈ, ਪਹਿਲਾਂ ਬਿਆਨ ਜਾਖੜ ਸਾਹਿਬ ਹੋਰਾਂ ਦੇ ਵੱਲੋਂ ਦਿੱਤਾ ਜਾਂਦਾ ਹੈ, ਫਿਰ ਸੰਦੀਪ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ। ਸੁਨੀਲ ਜਾਖੜ ਹੋਰੀ ਇਸ ਦਾ ਧੁਰਾ ਨੇ, ਕੇਂਦਰ ਬਿੰਦੂ ਨੇ, ਜਿਨ੍ਹਾਂ ਨੂੰ ਲੈ ਕੇ ਸਾਰੀ ਚਰਚਾ ਹੋ ਰਹੀ ਹੈ। ਸੁਨੀਲ ਜਾਖੜ ਸਾਹਿਬ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਰਹੇ ਆ। ਬਲਰਾਮ ਜਾਖੜ ਸਾਹਿਬ ਨੂੰ ਤਾਂ ਕਾਂਗਰਸ ਨੇ ਬਹੁਤ ਸਾਰੀ ਗੱਦੀਆਂ ਦੇ ਨਾਲ ਨਵਾਜ਼ਿਆ, ਪਰ ਉਸ ਤੋਂ ਬਾਅਦ ਇੱਥੇ ਵੜਿੰਗ ਸਾਹਿਬ ਦਾ ਜਦੋਂ ਦਰਦ ਛਲਕਿਆ ਤੇ ਸੰਦੀਪ ਜਾਖੜ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦਾ ਵੀ ਦਰਦ ਛਲਕਿਆ। ਤੇ ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਹੋਰਾਂ ਦੀਆਂ ਨਜ਼ਦੀਕੀਆਂ ਇਹ ਕੀ ਦਰਸਾ ਰਹੀਆਂ ਨੇ? ਕਿਤੇ ਕਾਂਗਰਸ ਲਈ ਕੋਈ ਵੱਡੀ ਮੁਸ਼ਕਲ ਤਾਂ ਨਹੀਂ ਖੜੀ ਹੋਣ ਵਾਲੀ, ਕਿਉਂਕਿ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਆ ਬਿਨਾਂ ਕਿਸੇ ਅਹੁਦੇ ਤੋਂ ਫਿਰ ਰਹੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਕਿਹਾ ਜਾਂਦਾ ਕਿ ਬਿਨਾਂ ਅਹੁਦੇ ਤੋਂ ਬਾਅਦ ਬਹੁਤਾ ਚਿਰ ਉਹ ਰਹਿੰਦੇ ਨਹੀਂ, ਉਹ ਅਹੁਦੇ ਤੇ ਜਾ ਕੇ ਹੀ ਕੰਮ ਕਰਨਾ ਪਸੰਦ ਕਰਦੇ ਆ, ਭਾਵੇਂ ਕਿ ਰਿਜ਼ਾਈਨ ਵੀ ਬਹੁਤ ਅਹੁਦਿਆਂ ਤੋਂ ਉਹਨਾਂ ਨੇ ਦਿੱਤੇ ਆ। ਜਦੋਂ ਰੀਸ਼ਫਲਿੰਗ ਦੇ ਵਿੱਚ ਉਹਨਾਂ ਨੂੰ ਬਿਜਲੀ ਦਾ ਵਿਭਾਗ ਦੇਣ ਦੀ ਪੇਸ਼ਕਸ਼ ਹੋਈ, ਪਰ ਉਸ ਤੋਂ ਬਾਅਦ ਉਹ ਕੈਬਨਿਟ ਤੋਂ ਹੀ ਬਾਹਰ ਆ ਗਏ ਸੀ, 2-2.5 ਸਾਲ ਕੈਬਨਿਟ ਤੋਂ ਬਾਹਰ ਰਹੇ ਸੀ। ਪਰ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾ ਰਿਹਾ ਹੈ ਕਿ ਜੇ ਬੀਜੇਪੀ ਦਾ ਅਕਾਲੀਆਂ ਦੇ ਨਾਲ ਅਲਾਈਅੰਸ ਹੁੰਦਾ ਹੈ, ਜੇ ਕਿਤੇ ਉੱਧਰ ਜਾਣ ਦਾ ਮਨ ਬਣਦਾ ਤੇ ਭਾਈ ਪਹਿਲਾਂ ਇਹ ਮਨ ਮਿਟਾਵ ਤਾਂ ਦੂਰ ਕਰ ਲੈਣ। ਤੇ ਕੱਲ ਦੀ ਤਕਰੀਰ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਕਾਫੀ ਕੁਝ ਸਾਫ਼ ਵੀ ਕਰਦੇ ਹੋਏ ਨਜ਼ਰ ਆਏ ਆ। ਪਰ ਅੱਜ ਜਿਹੜੀ ਇਹ ਗੱਲ ਛਿੜੀ ਹੈ ਔਰ ਜਿਹੜੀ ਇਹ ਜੱਫੀ ਹੈ, ਜਿਸ ਕਰਕੇ ਅਸੀਂ ਕਾਂਗਰਸ ਦੀ ਫਿਕਰਮੰਦੀ ਨੂੰ ਲੈ ਕੇ ਚਰਚਾ ਆਰੰਭੀ ਹੈ, ਇਹ ਚਰਚਾ ਮੁਨੱਕਦ ਕੀਤੀ ਹੈ। ਸ਼ੁਰੂਆਤ ਕਿੱਥੋਂ ਹੋਈ, ਪਹਿਲਾਂ ਉਹ ਤੁਹਾਨੂੰ ਗੱਲ ਸੁਣਾਉਂਦੇ ਹਾਂ। हाँ, वैसे तो बहुत एथिकल ने जाखड़ साहब, हमेशा ट्वीट करने च बड़े तेजी विखाते ने, लेकिन वाई ऑन कांग्रेस जाखड़ साहब इस ते स्थिति तय करनगे कि की तुसी आपदे समाज दियां औरतां दे नाल हैगे हो कि नहीं हैगे, उन्हां कुड़ियां नाल हैगे कि नहीं हैगे, उन्हां नाल गलत हो रहा कि सही हो रहा। किरपा करके एक बारी जंतर मंतर ते भी जाया, किरपा करके तुसी बहुत बार ट्वीट करके बेबाक होके ਤੁਸੀਂ ਕਾਂਗਰਸ 'ਚ ਜਦੋਂ ਹੁੰਦੇ ਸੀ ਟਵੀਟ ਲਿਖ ਦਿੰਦੇ ਸੀ ਆਪਦੇ ਲੋਕਾਂ ਦੇ ਖਿਲਾਫ, ਬੜਾ ਕੁਝ ਲਿਖਿਆ ਤੁਸੀਂ ਆਪਦੀ ਸਰਕਾਰ ਦੇ ਹੁੰਦਿਆਂ, ਬੜਾ ਕੁਝ ਮੰਚ ਤੇ ਬੋਲਿਆ ਤੁਸੀਂ ਆਪਦੀ ਸਰਕਾਰ ਦੇ ਹੁੰਦੇ। ਕੀ ਤੁਹਾਡੇ 'ਚ ਇੰਨੀ ਜ਼ਰੂਰਤ ਹੈਗੀ ਹੈ? ਜੇ ਮੇਰੇ ਕੋਲ ਹੁੰਦੀ ਤੇ ਆ ਲੰਬੂ 6 ਫੁੱਟ 4 ਇੰਚ ਦਾ ਮਾਵਾਂ ਦੇ ਪੁੱਤਾਂ ਦੀ ਸਿਵਿਆਂ ਦੀ ਅੱਗ ਜਿਨ੍ਹਾਂ ਦੇ ਦਿਲ 'ਚ ਧੜਕਦੀ ਹੈ, ਇਹਨੂੰ ਮੂਧਾ ਕਰਕੇ ਇਹਦੇ ਪਤਾ ਲਾਉਂਦਾ ਮੈਂ ਪਿੱਛੇ, ਉਹਦੇ ਤੇ ਲਿਖਦਾ ਫਿਰ ਕਬ ਮਿਲੋਗੇ ਆਨ ਮਿਲੋ ਸਜਣਾ ਤਰ 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 ਤੇ ਰੇਤਾ ਬਜਰੀ ਤਰ 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 ਠੋਕੋ ਤਾੜੀ ਟਕਾਕ। ਜੇ ਮੇਰੇ ਕੋਲ ਹੁੰਦੀ ਤੇ ਆ ਲੰਬੂ 6 ਫੁੱਟ 4 ਇੰਚ ਦਾ ਮਾਵਾਂ ਦੇ ਪੁੱਤਾਂ ਦੀ ਸਿਵਿਆਂ ਦੀ ਅੱਗ ਜਿਨ੍ਹਾਂ ਦੇ ਦਿਲ 'ਚ ਧੜਕਦੀ ਹੈ, ਇਹਨੂੰ ਮੂਧਾ ਕਰਕੇ ਇਹਦੇ ਪਤਾ ਲਾਉਂਦਾ ਮੈਂ ਪਿੱਛੇ, ਉਹਦੇ ਤੇ ਲਿਖਦਾ ਫਿਰ ਕਬ ਮਿਲੋਗੇ ਆਨ ਮਿਲੋ ਸਜਣਾ ਤਰ 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 ਤੇ ਰੇਤਾ ਬਜਰੀ ਤਰ 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 ਠੋਕੋ ਤਾੜੀ ਟਕਾਕ। ਸੋ ਗੱਲ ਇਹ ਹੈ ਕਿ ਇਸ ਸਭ ਦੇ ਦਰਮਿਆਨ ਜਦੋਂ ਰਾਹੁਲ ਗਾਂਧੀ ਹੋਰੀ ਵਿਦੇਸ਼ ਦੌਰੇ ਦੇ ਉੱਤੇ ਨੇ, ਪੰਜਾਬ ਕਾਂਗਰਸ ਨੂੰ ਲੈ ਕੇ ਚਰਚਾਵਾਂ ਦਿੱਲੀ ਦਰਬਾਰ ਤੱਕ ਛਿੜੀਆਂ ਹੋਈਆਂ ਨੇ ਕਿ ਕੁਝ ਚੇਂਜਿਸ ਵੀ ਸ਼ਾਇਦ ਆਰਗੇਨਾਈਜੇਸ਼ਨ ਦੇ ਵਿੱਚ ਹੋ ਸਕਦੇ ਨੇ। ਹਾਲਾਂਕਿ ਇਹ ਸਭ ਸੋਰਸਿਸ ਦੇ ਹਵਾਲੇ ਤੋਂ ਮੈਂ ਗੱਲ ਕਹਿ ਰਿਹਾ, ਪਰ ਠੀਕ ਹੈ ਜਿਵੇਂ ਜਿਵੇਂ ਬਣੀ ਹੋਈ ਹੈ, ਪਰ ਵਿੱਚੋਂ ਗੱਲਾਂ ਇਹ ਵੀ ਸ਼ੁਰੂ ਹੁੰਦੀਆਂ ਨੇ ਕਿ ਪ੍ਰਧਾਨ ਸਾਹਿਬ ਮੌਜੂਦਾ ਸਰਕਾਰ ਦੇ ਖਿਲਾਫ ਉਸ ਤਰੀਕੇ ਨਾਲ ਮੁਖਰ ਹੋ ਕੇ ਨਹੀਂ ਬੋਲਦੇ ਜਿਵੇਂ ਬਾਕੀ ਲੀਡਰ ਬੋਲਦੇ ਆ। ਜਿਵੇਂ ਬਾਕੀ ਲੀਡਰ तमाम ਤਾਨੇ ਮਿਹਣੇ ਤੇ ਹੋਰਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਆ, ਚਾਹੇ ਉਹ ਪਰਚਿਆਂ ਦਾ ਵੀ ਹੋਵੇ ਜਾਂ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਕਾਂਗਰਸ ਦੇ ਕੁਝ ਲੀਡਰ ਜਿਹੜੇ ਆ ਉਹ ਲਗਾਤਾਰ ਬੋਲਦੇ ਰਹਿੰਦੇ ਆ। ਸੋ ਇਸ ਸਭ ਦੇ ਦਰਮਿਆਨ ਅੱਜ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਤਾਰੁਫ ਕਰਵਾਉਂਦਾ ਹੋਇਆ ਇਸਤਕਬਾਲ ਕਰਾਂਗਾ। ਇਸ ਚਰਚਾ ਦੇ ਵਿੱਚ ਅਮਨਜੋਤ ਕੌਰ ਰਾਮੂਵਾਲੀਆ ਜੀ ਬੀਜੇਪੀ ਤੋਂ ਤਸ਼ਰੀਫ ਲੈ ਕੇ ਆਏ, ਜੀਓ ਆਏ ਨੂੰ, ਸਤਿ ਸ਼੍ਰੀ ਅਕਾਲ ਜੀ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਸਾਹਿਬ ਆਏ, ਖੜਿਆਲ ਸਾਹਿਬ ਤੁਹਾਡਾ ਸਵਾਗਤ ਹੈ। ਆਮ ਆਦਮੀ ਪਾਰਟੀ ਤੋਂ ਨਵਦੀਪ ਸਿੰਘ ਜੀਦਾ ਸਾਹਿਬ ਸਾਡੇ ਨਾਲ ਜੁੜੇ ਆ, ਉਹ ਗੱਲਬਾਤ ਰੱਖਣੇ। ਜੀਦਾ ਸਾਹਿਬ ਤੁਹਾਡਾ ਇਸ ਚਰਚਾ ਦੇ ਵਿੱਚ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਖੜਿਆਲ ਸਾਹਿਬ ਕੋਲੇ ਜਾਊਂਗਾ, ਮਸਲਾ ਕਾਂਗਰਸ ਦਾ। ਕੀ ਕਾਂਗਰਸ 'ਚ ਖੜਿਆਲ ਸਾਹਿਬ ਸਭ ਕੁਝ ਠੀਕ ਠਾਕ ਹੈ? 100% ਕਾਂਗਰਸ ਦੇ ਵਿੱਚ ਸਭ ਕੁਝ ਵਧੀਆ ਹੈ, ਸਭ ਕੁਝ ਵਧੀਆ ਅੱਗੇ ਵੀ ਹੋਊਗਾ। ਤੇ ਤਾਂ ਹੀ ਕਰਕੇ ਤੁਸੀਂ ਦੇਖ ਰਹੇ ਹੋ ਕਾਂਗਰਸ ਦਾ ਗ੍ਰਾਫ, ਪਹਿਲਾਂ ਹਿਮਾਚਲ ਜਿੱਤੇ, ਫਿਰ ਕਰਨਾਟਕਾ ਜਿੱਤੇ, ਹੁਣ 2024 ਜਿੱਤਾਂਗੇ। ਕੱਲ ਧਾਲੀਵਾਲ ਸਾਹਿਬ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਸੀਗਾ
ਮੀਡੀਆ ਦੇ ਲਈ ਕਾਂਗਰਸ ਪਾਰਟੀ ਨੇ ਜੋ ਸੱਦਾ ਦਿੱਤਾ ਸੀਗਾ, ਕਿੰਨੀ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ, ਇੰਸਟੀਟਿਊਸ਼ਨਸ, ਕਲਚਰਲ, ਸੋਸ਼ਲ, ਮੀਡੀਆ ਦੇ ਹੋਰ ਕਿੰਨੇ ਸਾਰੇ ਅਦਾਰੇ ਸਾਰੇ ਉੱਥੇ ਇਕੱਠੇ ਹੋਏ, ਇੱਕ ਆਵਾਜ਼ ਦੇ ਵਿੱਚ ਸਾਰਿਆਂ ਨੇ ਇੱਕੋ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਟੇਟ ਦੇ ਵਿੱਚ ਅਬਿਊਜ਼ ਆਫ ਪਾਵਰ ਕਰ ਰਹੀ ਹੈ, ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਜੋ ਕੇਂਦਰੀ ਲੈਵਲ ਤੇ ਕਰਦੀ ਹੈ, ਸੈਂਟਰ ਦੇ ਲੈਵਲ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਨਕਸ਼ੇ ਕਦਮ ਨੂੰ ਫੋਲੋ ਕਰਦੇ ਹੋਏ ਸਟੇਟ ਦੇ ਲੈਵਲ ਤੇ ਕਰਨ ਲੱਗ ਗਈ, ਉਹਨਾਂ ਤੋਂ 2 ਕਦਮ ਅੱਗੇ ਹੀ ਨਿਕਲ ਗਈ ਹੈ। ਧਾਲੀਵਾਲ ਸਾਹਿਬ, ਪਹਿਲਾ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਬਣਦਾ ਹੈ ਕਿ ਆਪਦੇ ਦੋਹਰੇ ਮਾਪਦੰਡ ਜਿਹੜੇ ਹੈ ਉਹ ਛੱਡ ਦੋ, ਉਹਨਾਂ ਨੂੰ ਗਿਵ ਅਪ ਕਰ ਦੋ। ਜੇ ਤੁਹਾਨੂੰ ਬੜੀ ਪਰੇਸ਼ਾਨੀ ਹੋਈ ਵੀ ਜੱਫੀ ਕਿਉਂ ਪਈ ਜੀ, ਹੱਥ ਕਿਉਂ ਮਿਲੇ ਜੀ, ਉੱਥੇ ਸਾਰੇ ਪਲੇਟਫਾਰਮ ਤੇ ਇਕੱਠੇ ਕਿਉਂ ਹੋਏ ਜੀ, ਵੀ ਹੁਣ ਧਾਲੀਵਾਲ ਸਾਹਿਬ ਪਹਿਲੀ ਗੱਲ ਤਾਂ ਪੰਜਾਬੀ ਕੀ ਕਹਿੰਦੇ ਹੈ, ਜੀ ਆਇਆਂ ਨੂੰ, ਕਿ ਆਪਣਾ ਮਹਿਮਾਨ ਕੋਈ ਤੁਹਾਡੇ ਸੱਦੇ ਤੇ ਜੇ ਆਉਂਦਾ ਹੈ ਉਹਦੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ, ਉਹਨੂੰ ਆਪਣਾ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਣੀ ਚਾਹੀਦੀ। ਤੇ ਦੂਜੀ ਗੱਲ, ਜੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਮਤਲਬ ਇਹਨਾਂ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ ਸੀ, ਇਹਨਾਂ ਦੇ ਮਤਭੇਦ ਹੈ, ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਉਂ ਕਾਂਗਰਸ ਨੂੰ ਕਿਹਾ, ਰਿਕੁਐਸਟ ਕੀਤੀ ਹੈ ਵੀ ਸਾਨੂੰ ਟਾਈਮ ਦਿਵਾਓ ਜੀ, ਰਾਹੁਲ ਗਾਂਧੀ ਜੀ ਦਾ ਦਿਵਾਓ ਜੀ, ਖੜਗੇ ਸਾਹਿਬ ਦਾ ਸਾਨੂੰ ਸਮਰਥਨ ਦਿਓ ਜੀ, ਦਿੱਲੀ ਆਰਡੀਨੈਂਸ ਦੇ ਇਸ਼ੂ ਤੇ ਉਦੋਂ ਮਤਭੇਦ ਕਿੱਥੇ ਚਲਾ ਜਾਂਦਾ ਹੈ, ਉਦੋਂ ਇਸ਼ੂਜ਼ ਕਿੱਥੇ ਚਲੇ ਜਾਂਦੇ ਹੈ। ਸੋ ਆਮ ਆਦਮੀ ਪਾਰਟੀ ਇਜ਼ ਗੋਇੰਗ ਹੌਟ ਐਂਡ ਕੋਲਡ ਐਟ ਦ ਸੇਮ ਟਾਈਮ। ਖੜਿਆਲ ਸਾਹਿਬ, ਜਿਹੜੀ ਇਕੱਤਰਤਾ ਸੀ ਉਹ ਤਾਂ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਸੀ, ਪਰ ਸੁਰਖੀ ਜਿਹੜੀ ਹੈ ਉਹ ਸਿੱਧੂ ਮਜੀਠੀਆ ਇਕੱਤਰਤਾ ਦੇ ਤੱਕ ਸੀਮਤ ਹੋ ਕੇ ਰਹੇਗੀ, ਉੱਥੇ ਤੱਕ ਬਣ ਕੇ ਰਹੇਗੀ, ਕਿਉਂਕਿ ਇਹ ਜਿਹੜੀ ਇਕੱਤਰਤਾ ਸੀ, ਇਹ ਜਿਹੜੀ ਜੱਫੀ ਸੀ, ਇਸ ਨੂੰ ਸਿਆਸੀ ਜੱਫੀ ਮੰਨਿਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਕੁਝ ਨਾ ਕੁਝ ਇਹਦੇ ਵਿੱਚ ਭਵਿੱਖ ਦੇ ਵਿੱਚ ਨਿਕਲੇ। ਗੱਲ ਤਾਂ ਮੈਂ ਤਾਂ ਤੁਹਾਡੀ ਆਪ ਉਸ ਗੱਲ ਨਾਲ ਸਹਿਮਤ ਆ ਕਿ ਅਸੀਂ ਤਾਂ ਚਰਚਾ ਵੀ ਲੰਘੇ ਦਿਨ ਕੱਲ ਇਸੇ ਚੀਜ਼ ਤੇ ਰੱਖੀ ਸੀ, ਮੀਡੀਆ ਦੀ ਆਜ਼ਾਦੀ ਦੇ ਉੱਤੇ, ਪਰ ਗੱਲ ਇਹ ਹੈ ਵੀ ਇਸ ਜਿਹੜੀ ਮਿਲਣੀ ਦੇ ਵਿੱਚ ਅਸੀਂ ਆਜ਼ਾਦੀ, ਕੋਈ ਹੋਰ ਹੀ 2 ਲੀਡਰ ਰਹਿ ਗਏ ਤੇ ਦੋਵੇਂ ਪਾਰਟੀਆਂ ਦੇ ਲੀਡਰ ਬਾਕੀ ਦੇ ਬੈਠੇ ਉੱਥੇ ਕਾਫੀ ਹੈਰਾਨ ਸੀਗੇ, ਜੇਕਰ ਤੁਸੀਂ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਦੇਖੋਗੇ ਤਾਂ, ਖਾਸ ਕਰਕੇ ਰੰਧਾਵਾ ਸਾਹਿਬ ਦੇ ਤੁਸੀਂ ਦੇਖਿਓ। ਧਾਲੀਵਾਲ ਸਾਹਿਬ, ਮੈਂ ਕੱਲੇ ਲੀਡਰ ਦੇ ਨਾ, ਜਿਵੇਂ ਤੁਸੀਂ ਜ਼ੂਮ ਇਨ ਕਰਕੇ ਦੇਖਦੇ ਹੋ ਮੀਡੀਆ ਦੇ ਵਿੱਚ, ਤੇ ਅਸੀਂ ਵੀ ਜ਼ੂਮ ਇਨ ਕਰਕੇ ਸਾਰਿਆਂ ਦੇ ਐਕਸਪ੍ਰੈਸ਼ਨ ਦੇਖ ਲੈਂਦੇ ਆ, ਤੇ ਮੈਨੂੰ ਐ ਦੱਸੋ ਕਿਹੜੇ ਲੀਡਰ ਨੇ ਉੱਥੇ ਹੱਥ ਨਹੀਂ ਮਿਲਾਇਆ, ਤੇ ਕਿਹੜੇ ਲੀਡਰ ਨੂੰ ਮੈਨੂੰ ਇਹ ਦੱਸ ਦੇ ਇੱਥੇ ਕੋਈ ਵੀ ਪੈਨਲਿਸਟ ਹੱਥ ਨਹੀਂ ਮਿਲਾਉਣਾ ਚਾਹੀਦਾ ਸੀਗਾ। ਕਿ ਮਤਲਬ ਇਹ ਕਾਮਨ ਕਰਟਸੀ ਹੈ ਧਾਲੀਵਾਲ ਸਾਹਿਬ, ਇਹ ਤੇ ਜੇ ਕੋਈ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਆਮ ਆਦਮੀ ਪਾਰਟੀ ਹੈ ਤੇ ਸੁਨੀਲ ਜਾਖੜ ਸਾਹਿਬ ਨੇ। ਸਵਾਲ ਧਾਲੀਵਾਲ ਸਾਹਿਬ ਇਹ ਹੈ ਕਿ ਆਮ ਆਦਮੀ ਪਾਰਟੀ ਜੇ ਇਸ ਚੀਜ਼ ਨੂੰ ਕੰਡੈਮ ਕਰਦੀ ਹੈ, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਮਤਭੇਦ ਜਿੱਥੇ ਹੈਗਾ, ਜਿੱਥੇ ਇਸ਼ੂ ਤੇ ਡਿਫਰੈਂਸ ਇਨ ਓਪੀਨੀਅਨ ਹੈ, ਉਹ ਰਹੂਗਾ, ਅੱਗੇ ਵੀ ਰਹੂਗਾ, ਲੇਕਿਨ ਕੱਲ ਸਾਰੇ ਕਾਂਗਰਸ ਪਾਰਟੀ ਕਰਕੇ ਜਾਂ ਕਿਸੇ ਹੋਰ ਚੀਜ਼ ਕਰਕੇ ਨਹੀਂ, ਇੱਕ ਕੌਜ਼ ਕਰਕੇ ਇਕੱਠੇ ਹੋਏ ਸੀਗੇ। ਆਮ ਆਦਮੀ ਪਾਰਟੀ ਦਾ ਅਬਿਊਜ਼ ਆਫ ਪਾਵਰ। ਦੇਖੋ, ਤੁਸੀਂ ਕਹਿਣਾ ਖੜਿਆਲ ਸਾਹਿਬ ਤੁਸੀਂ ਕਹਿਣਾ ਕਿ ਬਾਕੀ ਸਾਰੇ ਵੀ ਮਿਲੇ, ਬਾਕੀ ਸਾਰਿਆਂ ਦੀ ਚੀਜ਼ ਸੁਰਖੀ ਨਹੀਂ ਨਾ ਬਣੀ, ਪਰ ਇਹ ਜੱਫੀ ਸੁਰਖੀ ਬਣੀ। ਕਿਉਂ? ਇੰਨਾ ਤੱਤਾ ਤੇ ਇੰਨਾ ਤਿੱਖਾ ਕੋਈ ਨਹੀਂ ਚੱਲਦਾ ਦੋਹਾਂ ਦੇ ਖਿਲਾਫ ਇੱਕ ਦੂਜੇ ਦੇ। ਅਜਿਹੇ ਸ਼ਬਦ ਹੈ ਕਿ ਮੈਂ ਬੋਲ ਕੇ ਦੱਸ ਨਹੀਂ ਸਕਦਾ, ਇੱਕ ਦੂਜੇ ਦੇ ਖਿਲਾਫ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਦੋਵਾਂ ਨੇ ਬੋਲੇ ਹੋਏ ਆ। ਗੱਲ ਇਹ ਹੈ ਕਿ ਕਈ ਵਾਰ ਤੁਹਾਡੀ ਤਕਰੀਰਾਂ ਦੇ ਵਿੱਚੋਂ ਇਹ ਚੀਜ਼ਾਂ ਲੋਕ ਅੰਡਰਸਟੈਂਡ ਕਰ ਲੈਂਦੇ ਆ ਕਿ ਹੁਣ ਇਹਨਾਂ ਦਾ ਇਕੱਠਾ ਹੋਣਾ ਤਾਉਮਰ ਕੋਈ ਪੋਸੀਬਲ ਹੀ ਨਹੀਂ ਹੈ। ਪਹਿਲੀ ਗੱਲ ਧਾਲੀਵਾਲ ਸਾਹਿਬ, ਇਹਨੂੰ ਇਸ਼ੂ ਦੇ ਵਿੱਚ ਤਬਦੀਲ ਕੌਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਹੁਣ ਕਾਂਗਰਸ ਪਾਰਟੀ ਨੇ ਤਾਂ ਇਹਨੂੰ ਇਸ਼ੂ ਬਣਾਇਆ ਨਹੀਂ, ਇਹਨੂੰ ਇਸ਼ੂ ਜਾਂ ਤਾਂ ਸਰਕਾਰ ਇਹਨੂੰ ਇਸ਼ੂ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਕੁਝ ਮੀਡੀਆ ਦੇ ਅਦਾਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਜੋ ਨਹੀਂ ਚਾਹੁੰਦੇ ਕਿ ਜਿਹੜੀ ਆਵਾਜ਼ ਹੈ ਬੁਲੰਦ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ। ਪ੍ਰੋਬਲਮ ਇਹ ਹੈ ਧਾਲੀਵਾਲ ਸਾਹਿਬ ਕਿ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕੱਲ ਸਾਰਿਆਂ ਨੂੰ ਨਹੀਂ ਇਕੱਠੇ ਹੋਣਾ ਚਾਹੀਦਾ ਸੀ। ਮੈਨੂੰ ਅਨਇੰਟਰਪਟਡ ਇੱਕ ਮਿੰਟ ਦਿਓ। ਜਿੱਥੋਂ ਤੱਕ ਰਾਜਾ ਵੜਿੰਗ ਸਾਹਿਬ ਦੀ ਵੀ ਗੱਲ ਹੈ, ਮੈਂ ਇਹਨਾਂ ਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਹੈ, ਰਾਜਾ ਵੜਿੰਗ ਸਾਹਿਬ ਤੇ ਵੀ ਇੱਕ ਪਰਚਾ ਹੋਇਆ IT ਐਕਟ ਦੇ ਤਹਿਤ, ਤੇ ਉਹ ਪ੍ਰੈਸ ਕਾਨਫਰੰਸ ਵੀ ਜਿਹੜੀ ਕੀਤੀ ਸੀ ਉਹ ਮੇਰੇ ਦੁਆਰਾ ਕੀਤੀ ਗਈ ਸੀ ਜਦੋਂ ਰਾਜਾ ਵੜਿੰਗ ਸਾਹਿਬ ਤੇ ਸੁਖਪਾਲ ਖਹਿਰਾ ਸਾਹਿਬ ਤੇ IT ਐਕਟ ਦੇ ਥਰੂ ਪਰਚਾ ਕੀਤਾ ਗਿਆ ਸੀਗਾ, ਰੈਲੇਵੈਂਟ ਸੈਕਸ਼ਨਸ ਆਫ IT ਐਕਟ। ਦੂਜੀ ਗੱਲ, ਕੱਲ ਧਾਲੀਵਾਲ ਸਾਹਿਬ ਇੱਕ ਮੈਸੇਜ ਕਨਵੇ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸਪਰੈਸ ਕਰਨ ਦੀ ਕੋਸ਼ਿਸ਼ ਕਰੂਗੀ, ਲੋਕਤੰਤਰ ਨੂੰ ਭੈ ਤੰਤਰ ਤੇ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੂਗੀ, ਪੂਰਾ ਪੰਜਾਬ ਇੱਕ ਆਵਾਜ਼ ਦੇ ਵਿੱਚ, ਬੁਲੰਦ ਆਵਾਜ਼ ਦੇ ਵਿੱਚ
ਇਕੱਠਾ ਬੋਲੂਗਾ ਕਿ ਆਮ ਆਦਮੀ ਪਾਰਟੀ ਦੀ ਅਸੀਂ ਨਿੰਦਾ ਕਰਦੇ ਹਾਂ, ਅਸੀਂ ਕੰਡੈਮ ਕਰਦੇ ਹਾਂ ਤੇ ਇਹਦੇ ਖਿਲਾਫ ਤੁਹਾਡੀ ਅਕਾਊਂਟੇਬਿਲਿਟੀ ਫਿਕਸ ਕਰਾਂਗੇ, ਰਿਸਪੌਂਸਿਬਿਲਿਟੀ ਫਿਕਸ ਕਰਾਂਗੇ। ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਇੱਕ ਗੱਲ ਦੱਸ ਦੇ ਕਿ ਜੇ ਤੁਹਾਨੂੰ ਇਹਦੇ ਨਾਲ ਪ੍ਰੋਬਲਮ ਹੈ ਤਾਂ ਅੱਜ ਇੱਥੇ ਜੀਤਾ ਸਾਹਿਬ ਇੱਕ ਗੱਲ ਕਹਿਣ ਔਨ ਰਿਕਾਰਡ ਕਿ ਇਹਨਾਂ ਦੀ ਪਾਰਟੀ ਨੇ ਗਲਤ ਕੀਤਾ, ਇਹਨਾਂ ਦੇ ਇੱਕ ਸੁਪਰੀਮੋ ਕੇਜਰੀਵਾਲ ਸਾਹਿਬ ਨੇ ਗਲਤ ਕੀਤਾ, ਕਾਂਗਰਸ ਪਾਰਟੀ ਦਾ ਸਮਰਥਨ ਮੰਗ ਕੇ ਨਹੀਂ ਮੰਗਣਾ ਚਾਹੀਦਾ ਸੀਗਾ। ਜੇ ਆਮ ਆਦਮੀ ਪਾਰਟੀ ਨੂੰ ਪ੍ਰੋਬਲਮ ਹੈ ਵੀ ਕੱਲ ਸਾਰੇ ਇਕੱਠੇ ਹੋਏ ਇੱਕ ਕਾਜ਼ ਕਰਕੇ, ਇਸ਼ੂ ਕਰਕੇ, ਤੇ ਆਮ ਆਦਮੀ ਪਾਰਟੀ ਫਿਰ ਕਿਉਂ ਇਹ ਚੀਜ਼ ਕਹਿ ਰਹੀ ਹੈ ਕਿ ਦਿੱਲੀ ਆਰਡੀਨੈਂਸ ਤੇ ਕਾਂਗਰਸ ਸਾਡੇ ਨਾਲ ਖੜੀ ਹੋਵੇ, ਸਾਡੇ ਨਾਲ ਦੂਜੀ ਪਾਰਟੀ ਖੜੀਆਂ ਹੋਣ ਜਿਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਮਤਭੇਦ ਰਹੇ ਆ, ਜਿਨ੍ਹਾਂ ਦੇ ਖਿਲਾਫ ਲੜਦੇ ਰਹੇ ਆ, ਜਿਨ੍ਹਾਂ ਦੇ ਖਿਲਾਫ ਬੋਲਦੇ ਰਹੇ ਆ। ਸੋ ਧਾਲੀਵਾਲ ਸਾਹਿਬ, ਚਲੋ ਮੈਂ ਸਵਾਲ ਲੈ ਆਮ ਲੈਂਦਾ। ਆਦਮੀ ਪਾਰਟੀ ਦੀ ਇਹ ਪੋਲਿਟਿਕਸ ਆਫ ਕਨਵੀਨੀਅੰਸ ਨਹੀਂ ਇੱਥੇ ਚੱਲੂਗੀ। ਦਿੱਲੀ ਆਰਡੀਨੈਂਸ ਤੁਹਾਡੇ ਲਈ ਇਸ਼ੂ ਹੈ, ਉਹ ਜਾਇਜ਼ ਹੈ। ਜੇ ਤੁਸੀਂ ਧੱਕਾ ਕਰਨ ਦੀ ਕੋਸ਼ਿਸ਼ ਕਰੋ, ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰੋ ਤੇ ਹਵਾਈ ਗੱਲ ਨਹੀਂ। 1000 ਤੋਂ ਜ਼ਿਆਦਾ ਜਰਨਲਿਸਟ ਨੇ ਮੈਮੋਰੈਂਡਮ ਦਿੱਤਾ ਗਵਰਨਰ ਸਾਹਿਬ ਨੂੰ, ਬਹੁਤ ਸਾਰੇ ਇੰਡੀਪੈਂਡੈਂਟ ਜਰਨਲਿਸਟ ਅਰੈਸਟ ਹੋਏ ਹੈ, ਘਰ ਰੇਡ ਹੋਏ ਹੈ, ਟਵਿੱਟਰ ਅਕਾਊਂਟਸ ਵਿਦਹੈਲਡ ਹੋਏ ਹੈ, YouTube ਅਕਾਊਂਟਸ ਵਿਦਹੈਲਡ ਹੋਏ ਹੈ, ਕਿੰਨੀਆਂ ਬਲੌਕ ਹੋਈਆਂ ਵੀਡੀਓਜ਼, ਕਿੰਨੇ ਅਕਾਊਂਟਸ ਬਲੌਕ ਹੋਏ ਹੈ, ਬੈਨ ਹੋਏ ਹੈ। ਸੋ ਦੇਅਰਫੋਰ ਧਾਲੀਵਾਲ ਸਾਹਿਬ ਇਹ ਪਹਿਲੀ ਦਫਾ ਨਹੀਂ ਹੋਇਆ ਕਿ ਸਾਰੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਬੋਲੇ। ਜਦੋਂ ਜਦੋਂ ਗਲਤ ਹੁੰਦਾ ਹੈ ਸਾਰੇ ਇਕੱਠੇ ਹੁੰਦੇ ਆ ਤੇ ਅੱਗੇ ਵੀ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਗਲਤ ਕਰੂਗੀ ਸਾਰੇ ਇਕੱਠੇ ਹੋ ਕੇ ਵਿਰੋਧ ਕਰਨਗੇ। ਹਾਂ ਠੀਕ ਹੈ, ਕੱਲੇ ਕੱਲੇ ਤਾਂ ਚਾਹੇ ਕੋਈ ਜਿੰਨਾ ਮਰਜ਼ੀ ਆਪਣੇ ਤਰੀਕੇ ਦੇ ਨਾਲ ਤਾਨਾਸ਼ਾਹੀ ਰਵੱਈਆ ਅਪਣਾਈ ਜਾਵੇ ਤੇ ਪਰ ਜਦੋਂ ਆਪਾਂ ਓਪੋਜੀਸ਼ਨ ਦੇ ਵਿੱਚ ਹੋ ਫਿਰ ਸਾਰੇ ਆਪਾਂ ਇਕੱਠੇ ਹੋ ਜਾਓ। ਇਹ ਵੀ ਗੱਲ ਖੈਰ ਠੀਕ ਹੈ, ਗੱਲ ਲੋਕਾਂ ਉਦਾਹਰਨ ਦਿਓ ਨਹੀਂ ਉਦਾਹਰਨ ਸਾਫ਼ ਹੈ। ਮੈਂ ਤਾਂ ਹੁਣ ਬਾਕੀਆਂ ਕੋਲੇ ਵੀ ਸਵਾਲ ਲੈਣੇ ਸੀਗੇ ਪਰ ਗੱਲ ਆਪਣੀ ਵਧੀ ਜਾ ਰਹੀ ਹੈ। ਆਓ ਨਾ ਜੀਦਾ ਸਾਹਿਬ, ਉਦਾਹਰਨ ਇਹ ਹੈ ਖੜਿਆਲ ਸਾਹਿਬ, ਇੰਦਰਾ ਗਾਂਧੀ ਦੇ ਸਮੇਂ ਦੇ ਉੱਤੇ ਦੂਰਦਰਸ਼ਨ ਨੂੰ ਇੰਦਰਾ ਦਰਸ਼ਨ ਕਿਹਾ ਗਿਆ ਸੀ, ਮੈਂ ਤਾਂ ਨਹੀਂ ਸੀ ਕਿਹਾ ਗਿਆ। ਹੁਣ ਮੇਰਾ ਜਵਾਬ ਲਓ। ਠੀਕ ਹੈ, ਮੈਂ ਜਵਾਬ ਦਿੰਦਾ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਇਹ ਗੱਲ ਕਹੀ ਗਈ ਕਿ ਨਹੀਂ ਕਹੀ ਗਈ? ਐਮਰਜੈਂਸੀ ਮੈਂ ਤਾਂ ਤੁਸੀਂ ਉਦਾਹਰਨ ਕਹਿ ਰਹੇ ਹੋ ਨਾ, ਬੀਜੇਪੀ ਦੀ ਗੱਲ ਤੁਸੀਂ ਆਪ ਕਰਤੀ। 30 ਸਾਲ ਨਹੀਂ ਮੈਂ ਦੱਸਦਾ, ਬੀਜੇਪੀ ਨੇ ਜਿਹੜਾ BBC ਦੇ ਨਾਲ ਕੀਤਾ ਉਹ 30 ਸਾਲ ਪੁਰਾਣੀ ਗੱਲ ਹੈ ਜਾਂ ਹਾਲ ਹੀ ਦੀ ਗੱਲ ਹੈ? ਜੋ NDTV ਦੇ ਨਾਲ ਹੋਇਆ ਉਹ 30 ਸਾਲ ਪੁਰਾਣੀ ਗੱਲ ਹੈ ਜਾਂ ਹਾਲ ਹੀ ਦੀ ਗੱਲ ਹੈ? ਤੀਜੀ ਗੱਲ 30 ਸਾਲ 40 ਸਾਲ ਪੁਰਾਣੀ ਗੱਲ ਧਾਲੀਵਾਲ ਸਾਹਿਬ ਮੈਂ ਅਕਸਰ ਦੂਜੇ ਮੀਡੀਆ ਪੈਨਲਿਸਟ ਨੂੰ ਕਹਿਣਾ ਹੁੰਦਾ, ਜੇ ਪੁਰਾਣੀ ਗੱਲ ਕਰਕੇ ਅੱਜ ਦਾ ਸਮਾਧਾਨ ਮਿਲਦਾ ਤਾਂ ਕਰੋ, ਜੇ ਨਹੀਂ ਮਿਲਦਾ ਤਾਂ ਉਹਦੇ ਨਾਲ ਲੋਕਾਂ ਦਾ ਧਿਆਨ ਭਟਕਾਉਣਾ ਮੈਨੂੰ ਨਹੀਂ ਲੱਗਦਾ ਕਿ ਸਹੀ ਗੱਲ ਹੈ। ਉਹ ਇਰਰੈਲੇਵੈਂਟ ਹੈ, ਉਹ ਬੇਬੁਨਿਆਦ ਬੇਸਲੈਸ ਹੈ, ਬਿਕੋਜ਼ ਇਟ ਹੈਜ਼ ਨੋ ਰੈਲੇਵੈਂਸ ਟੁਡੇ। ਨਾ ਤਾਂ ਉਹ ਲੀਡਰਸ ਹੈ, ਨਾ ਉਹ ਸੋਚ ਹੈ, ਨਾ ਉਹ ਐਕਸ਼ਨ ਹੈ। ਐਜ਼ ਆਫ ਨਾਓ ਬੀਜੇਪੀ ਨੇ ਸੈਂਟਰ ਲੈਵਲ ਤੇ ਕੀ ਕੀਤਾ? ਆਲਟ ਨਿਊਜ਼, ਦੈਨਿਕ ਭਾਸਕਰ, NDTV, BBC ਦੀ ਡਾਕੂਮੈਂਟਰੀ ਆਈ, ਬਲੌਕ ਹੋਈ, IT ਸਰਵੇ BBC ਤੇ ਹੋ ਗਿਆ ਤੇ ਮੋਦੀ ਸਾਹਿਬ ਦੇ ਉੱਤੇ ਉਹ ਡਾਕੂਮੈਂਟਰੀ ਸੀ। ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਏਡਾ ਇਸ਼ੂ ਸੀਗਾ ਤੇ ਪਹਿਲਾਂ ਨਾ IT ਸਰਵੇ ਹੋ ਗਿਆ ਸੀ ਕਿ NDTV ਦਾ ਆਪਣਾ NDTV ਤੇ ਆਲਟ ਨਿਊਜ਼ ਦੈਨਿਕ ਭਾਸਕਰ ਨੇ ਨਹੀਂ ਫੇਵਰੇਟ ਇਹਨਾਂ ਦੇ ਕੰਮ ਦੀ ਨਿਊਜ਼ ਚਲਾਈ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੋਵੇਂ ਸੇਮ ਪਾਲਿਸੀ ਨੂੰ ਫੋਲੋ ਕਰਦੇ। ਚਲੋ ਮੈਂ ਜਵਾਬ ਲੈ ਲੈਣਾ, ਮੈਂ ਦੋਵੇਂ ਪਾਰਟੀਆਂ ਤੋਂ ਜਵਾਬ ਲੈਣਾ। ਮੈਂ ਮਾਫੀ ਚਾਹੁੰਦਾ, ਗੱਲ ਤਕਰੀਰ ਥੋੜੀ ਲੰਬੀ ਹੋ ਗਈ। ਜਿੱਦਾਂ ਸਾਹਿਬ ਜੀ ਜਿੱਦਾਂ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਉਹ ਜਿਹੜੇ ਸਵਾਲ ਤੁਹਾਨੂੰ ਖੜਿਆਲ ਸਾਹਿਬ ਨੇ ਪਾਏ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਇਸ ਡੈਮੋਕ੍ਰੈਟਿਕ ਕਲਚਰ ਦੇ ਅੰਦਰ ਅਸੀਂ ਓਪੋਜੀਸ਼ਨ ਪਾਰਟੀਜ਼ ਨੂੰ ਦਬਾਉਂਦੇ ਹਾਂ, ਉਹਨਾਂ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਰਾਜ ਭਾਗ ਬਹੁਤੇ ਲੰਬੇ ਨਹੀਂ ਚੱਲਦੇ। ਦੇਖੋ ਜੀ, ਜੇ ਮੈਂ ਜਿਹੜੀ ਖੜਿਆਲ ਸਾਹਿਬ ਗੱਲ ਕਰ ਰਹੇ ਆ, ਇਹਨਾਂ ਦਾ ਤਾਂ ਸਭ ਤੋਂ ਪਹਿਲਾਂ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਕਿਵੇਂ ਆ ਗਈ, ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਗਈ। ਇਕੱਲੇ ਡਿਬੇਟ ਤੇ ਬੈਠੇ ਨਹੀਂ, ਰਾਤ ਨੂੰ ਸੁੱਤੇ ਪਏ ਵੀ ਆਮ ਆਦਮੀ ਪਾਰਟੀ ਕਰੀ ਜਾਂਦੇ, ਕਿਉਂਕਿ ਪਹਿਲਾਂ ਇਹਨਾਂ ਦਾ ਇੱਕ ਸਿਸਟਮ ਸੀ ਕਿ 5 ਸਾਲ ਆਪਣਾ ਰਾਜ ਹੈ, 5 ਸਾਲ ਉਹਨਾਂ ਦਾ ਰਾਜ ਹੈ। ਹੁਣ ਜਦੋਂ ਇਹਨਾਂ ਤੋਂ ਹਿਸਾਬ ਕਿਤਾਬ ਮੰਗਣੇ ਸ਼ੁਰੂ ਹੋ ਗਏ ਤਾਂ ਹੁਣੇ ਰਾਤ ਨੂੰ ਤੇਰੇ ਸੁੱਤੇ ਪਏ ਆਮ ਆਦਮੀ ਪਾਰਟੀ ਕਰੀ ਜਾਂਦੇ, ਇਹਨਾਂ ਦਾ ਕਸੂਰ ਨਹੀਂਗਾ। ਦੂਜੀ ਗੱਲ, ਪੰਜਾਬ ਦੇ ਕੀ ਮੁੱਦੇ ਹੈ, ਪੰਜਾਬ ਨੂੰ ਕਿੱਦਾਂ ਚਲਾਉਣਾ ਹੈ, ਪੰਜਾਬ ਨੂੰ ਕਿੱਦਾਂ ਚੰਗਾ ਪੰਜਾਬ, ਰੰਗਲਾ ਪੰਜਾਬ ਬਣਾਇਆ ਜਾਣਾ ਹੈ, ਉਹ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਦੇਖਣਾ, ਔਰ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਜੋ ਕੰਮ ਹੋ ਰਹੇ ਹੈ। ਤੀਸਰੀ ਗੱਲ, ਇਹਨਾਂ ਮਜੀਠੀਆ ਸਾਹਿਬ ਦੀ ਔਰ ਸਿੱਧੂ ਸਾਹਿਬ ਦੀ ਜੱਫੀ ਪੈਣੀ ਨਾ ਪੈਣੀ, ਇਹ ਕੋਈ ਆਮ ਆਦਮੀ ਪਾਰਟੀ ਨੇ ਮੁੱਦਾ ਨਹੀਂ ਬਣਾਇਆ। ਪੰਜਾਬ ਦਾ ਕੀ ਭਲਾ ਹੋਣ ਵਾਲਾ ਹੈ? 20-25 ਸਾਲ ਪਹਿਲਾਂ ਰਾਜ ਕਰ ਗਿਆ ਹੈ, ਬਦਲ ਕੇ ਦੋਨੋਂ ਪਾਰਟੀਆਂ ਰਾਜ ਦੇ ਵਿੱਚ ਆਈਆਂ। ਸਿੱਧੂ ਸਾਹਿਬ ਪਹਿਲਾਂ BJP ਸੀਗੇ, ਫਿਰ ਕਾਂਗਰਸ ਚ ਆ ਗਏ, ਹੁਣ ਫੇਰ ਕਹਿੰਦੇ ਇਹ ਨੇਤਾ ਇਹਨਾਂ ਕੰਮਾਂ ਤੇ ਹੀ ਹੈ। ਇਹਨਾਂ ਨੇ ਨਾ ਪੰਜਾਬ ਦਾ ਭਲਾ ਕਰਨਾ ਨਾ ਦੇਸ਼ ਦਾ ਭਲਾ ਕਰਨਾ। ਔਰ ਖੜਿਆਲ ਸਾਹਿਬ ਨੂੰ ਮੈਂ ਜਵਾਬ ਦਿੰਦਾ, ਜਿਹੜੇ ਕਹੇ ਸੀ ਨਹੀਂ, ਉਹ ਪੁੱਛਦੇ ਸੀ ਵੀ ਇਹ ਜੱਫੀ ਨੂੰ ਆਮ ਆਦਮੀ ਪਾਰਟੀ ਸੁਭਾਵਿਕ ਦੇਖਦੀ ਹੈ, ਆਮ ਦੇਖਦੀ ਹੈ ਜਾਂ ਕਿਸੇ ਖਾਸ ਨਜ਼ਰ ਤੋਂ ਵੇਖਦੀ ਹੈ?
ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਠੀਕ ਹੈ, ਜਿਹੜਾ ਪੋਲੀਟੀਕਲ ਤੌਰ ਤੇ ਇਹਨੂੰ ਸੰਭਾਵਿਕ ਦੇਖ ਲਈਏ ਜਾਂ ਖਾਸ ਦੇਖ ਲਈਏ, ਮੈਂ ਵੈਸੇ ਤਾਂ ਜਿਹੜੀ ਕਾਂਗਰਸ ਸਰਕਾਰ ਆ ਉਹ ਪੰਜਾਬ ਮੁਕਤ ਹੋਣ ਜਾ ਰਹੀ ਆ। ਉਹ ਪਹਿਲਾਂ ਇਹਨਾਂ ਦੇ ਬਹੁਤ ਜ਼ਿਆਦਾ ਲੀਡਰ ਪਹਿਲਾਂ ਬੀਜੇਪੀ ਛਾਲਾ ਮਾਰ ਗਿਆ, ਫਿਰ ਹੋਰ ਭੱਜਣ ਨੂੰ ਫਿਰਦੇ ਆਗੇ। ਇਹ ਕੋਈ ਜਿਹੜੀ ਸੰਭਾਵਿਕ ਤਾਂ ਨਹੀਂ ਹੈ, ਇਹ ਇੱਕ ਖਤਰੇ ਦੀ ਘੰਟੀ ਹੈ ਜਿਹੜੀ ਹੈਗੀ ਹੈ ਕਾਂਗਰਸ ਦੀ, ਇਹ ਖਤਰੇ ਦੀ ਬਹੁਤ ਵੱਡੀ ਘੰਟੀ ਹੈ। ਔਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਕਾਂਗਰਸ ਬਿਲਕੁਲ ਪੰਜਾਬ ਦੇ ਵਿੱਚ ਖਤਮ ਹੋਣ ਜਾ ਰਹੀ ਹੈ। ਔਰ ਜਿਹੜੀ ਇਹਨਾਂ ਨੇ ਗੱਲ ਕੀਤੀ ਕੇਜਰੀਵਾਲ ਸਾਹਿਬ ਇਹ ਗਲਤ ਕਹਿਣ, ਮੈਂ ਕਹਿੰਦਾ ਕਿ ਦੇਸ਼ ਨੂੰ ਬਚਾਉਣ ਲਈ ਜੇਕਰ ਸਾਡੇ ਸੁਪਰੀਮੋ ਕਹਿੰਦੇ ਕਿ ਆਪਾਂ ਇਕੱਠੇ ਹੋ ਕੇ ਇੱਕ ਜਿਹੜਾ ਆਪਣੇ ਜਿਹੜਾ ਪ੍ਰਧਾਨ ਮੰਤਰੀ ਜਿਹੜਾ ਸਾਡੇ ਦੇਸ਼ ਨੂੰ ਵੇਚ ਰਿਹਾ ਹੈ, ਜਿਹੜਾ ਸਾਡਾ ਸਾਰੇ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਲਿਆ ਕੇ ਦੇ ਰਿਹਾ, ਜੀਵਨ ਦੇ ਹਵਾਲੇ ਕਰ ਰਿਹਾ, ਸਾਰਾ ਕੁਝ ਵੇਚਿਆ ਜਾ ਰਿਹਾ, ਜੇ ਉਹਨੂੰ ਦੇਸ਼ ਨੂੰ ਬਚਾਉਣ ਲਈ ਉਹਨਾਂ ਨੇ ਇੱਕ ਅਪੀਲ ਕਰਤੀ ਕਿ ਆਪਾਂ ਇਕੱਠੇ ਹੋ ਕੇ ਇਹਨੂੰ ਲਾਂਭੇ ਕਰ ਦਈਏ, ਤਾਂ ਉਹਦੇ ਵਿੱਚ ਕੀ ਮਾੜੀ ਗੱਲ ਕਰਤੀ। ਪੰਜਾਬ ਵਿੱਚ ਤਾਂ ਬੜਾ ਵਧੀਆ ਕੁਝ ਹੋ ਰਿਹਾ, ਇਹ ਪੰਜਾਬ ਦੇ ਵਿੱਚ ਸਾਨੂੰ ਬਰਦਾਸ਼ਤ ਨਹੀਂ ਹੋ ਰਿਹਾ। ਸੋ ਮੈਂ ਗੱਲ ਕਰਦਾ, ਚਾਹੇ ਸੰਦੀਪ ਜਾਖੜ ਜੀ ਹੈ, ਚਾਹੇ ਮਨਸੂਰ ਜੀ ਹੈ, ਚਾਹੇ ਮਨਸੂਰ ਜੀ ਹੈ, ਇਹ ਜਿਹੜੀਆਂ ਪਾਰਟੀਆਂ ਵਿੱਚ ਰਹੇ ਆ 25 ਸਾਲ 30 ਸਾਲ ਰਾਜ ਕੀਤਾ ਪੰਜਾਬ ਦੇ ਲੋਕ ਜਾਣਦੇ ਆ। ਜਲੰਧਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਜੋ ਲੋਕਾਂ ਨੇ ਫਾਤਮਾ ਦੇਤਾ, ਠੀਕ ਹੈ, ਡਿਬੇਟਾਂ ਤੇ ਬੈਠ ਵਧੀਆ ਬੋਲ ਲੈਂਦੇ ਆ, ਪਰ ਪੰਜਾਬ ਲਈ ਕੀ ਕਰਨਾ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜੀ ਜਾਣਦੇ। ਚਲੋ ਠੀਕ ਹੈ, ਅਮਨਜੋਤ ਜੀ ਮਾਫੀ ਦੇ ਨਾਲ ਤੁਹਾਡੇ ਕੋਲ ਆਇਆ। ਗੱਲ ਇਹ ਹੈ ਕਿ ਜਿਹੜਾ ਵੜਿੰਗ ਸਾਹਿਬ ਜਾਖੜ ਸਾਹਿਬ ਨਾਲ ਤੜਿੰਗ ਹੋਇਆ, ਮੁੜ ਤੋਂ ਹੋਇਆ, ਪਹਿਲੀ ਵਾਰ ਨਹੀਂ ਹੋਏ, ਦੂਜੀ ਵਾਰ ਨਹੀਂ ਹੋਏ, ਕਈ ਵਾਰ ਹੋਇਆ। ਇਹ ਹੁਣ ਗੱਲ ਹੈ ਨਾ, ਇੱਕ ਪੰਜਾਬੀ ਦਾ ਗੀਤ ਸੀਗਾ ਵੀ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਫਲਾਨਾ ਬੋਲਦਾ, ਵੀ ਇਹ ਹੁਣ ਜਾਖੜ ਸਾਹਿਬ ਦੇ ਅੰਦਰ ਬੀਜੇਪੀ ਬੋਲਦੀ ਹੈ ਵੀ ਜਦੋਂ ਵੀ ਗੱਲ ਕੋਈ ਉਸ ਤਰੀਕੇ ਦੀ ਹੁੰਦੀ ਹੈ ਇਹ ਦੋਏ ਲੀਡਰਾਂ ਦੇ ਸਿੰਘ ਫਸ ਜਾਂਦੇ ਆ, ਬੇਸਿਕਲੀ ਦੋਏ ਕਾਂਗਰਸੀ ਆ। ਨਵਜੋਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਜੀਤ ਅਖਬਾਰ ਇੱਕ ਬਹੁਤ 3 ਦਹਾਕਿਆਂ 3 ਸਦੀ ਤੀਜੀ ਪੀੜ੍ਹੀ ਤੋਂ ਚੱਲ ਰਿਹਾ ਅਖਬਾਰ ਆ, ਉਹਨੂੰ ਇੰਨਾ ਸਪਰੈਸ ਕਰਨ ਦੀ ਕੀ ਜ਼ਰੂਰਤ ਆ। ਜਿਹੜੀ ਆਜ਼ਾਦੀ ਆ ਪੱਤਰਕਾਰੀ ਦੀ, ਉਹਨੂੰ ਕਿਉਂ ਬੰਦ ਕੀਤਾ ਜਾਂਦਾ, ਇਹ ਇਹਨਾਂ ਦੀ ਮਾੜੀ ਗੱਲ ਆ। ਦੂਜੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਵੱਲੋਂ ਕੋਈ ਨਵਜੋਤ ਸਿੱਧੂ ਮਜੀਠੀਆ ਨੂੰ ਜੱਫੀ ਪਾਵੇ ਨਾ ਪਾਵੇ, ਮੈਨੂੰ ਇਹ ਦੱਸੋ ਵੀ ਪੰਜਾਬ ਦਾ ਕੀ ਭਲਾ, ਜਿਹੜਾ ਤੁਸੀਂ ਅੱਧਾ ਘੰਟਾ ਅਰਸ਼ਪ੍ਰੀਤ ਤੇ ਵੇਸਟ ਕੀਤਾ, ਮੈਨੂੰ ਇਹ ਵੀ ਦੱਸ ਦੋ ਵਿੱਚ ਕੀ ਭਲਾ ਹੋ ਗਿਆ ਪੰਜਾਬ ਦਾ, ਤੇ ਕੀ ਨੁਕਸਾਨ ਹੋ ਗਿਆ ਸਾਨੂੰ, ਕੀ ਜੱਫੀਆਂ ਪਾਉਣ, ਇੰਨਾ ਮੰਦੀ ਭਾਸ਼ਾ ਬੋਲ ਕੇ ਲੋਕਾਂ ਨੂੰ ਸਾਡੀ ਸੱਭਿਅਤਾ ਤੇ ਸੰਸਕ੍ਰਿਤੀ ਖਰਾਬ ਕਰਕੇ। ਨਹੀਂ, ਫਾਇਦਾ ਹੋਵੇ ਨਾ ਹੋਵੇ, ਫਾਇਦਾ ਹੋਵੇ ਨਾ ਹੋਵੇ, ਹੋ ਸਕਦਾ ਪਾਰਟੀਆਂ ਨੂੰ ਤੇ ਲੀਡਰਾਂ ਨੂੰ ਹੋ ਜੇ, ਨੁਕਸਾਨ ਤਾਂ ਹੈ ਹੀ ਹੈ ਨਾ। ਜਦੋਂ ਤੁਸੀਂ ਅਜਿਹੇ ਤਿੱਖੇ ਬੋਲ ਇੱਕ ਦੂਜੇ ਨੂੰ ਬੋਲੇ ਹੋਣ, ਲੋਕ ਉਸ ਇਨਫਲੂਐਂਸ ਦੇ ਵਿੱਚ ਆ ਕੇ ਚਾਹੇ ਤਾਂ ਉਹਨੂੰ ਮਜੀਠੀਆ ਨੂੰ ਵੋਟ ਕੀਤਾ ਜਾਂ ਸਿੱਧੂ ਨੂੰ ਵੋਟ ਕੀਤਾ, ਉਹ ਲੋਕਾਂ ਨਾਲ ਤਾਂ ਠੱਗੀ ਹੈ ਨਾ। ਜਦੋਂ ਤੁਸੀਂ ਕਹਿੰਦੇ ਸੀ ਕੌਮ ਵਾਂਗੂ ਪੁੱਠਾ ਟੰਗ ਦਿਓ, ਜਦੋਂ ਤੁਸੀਂ ਕਹਿੰਦੇ ਸੀ ਫਾਹੇ ਲਾ ਦਿਓ, ਜਦੋਂ ਤੁਸੀਂ ਮੈਂ ਉਹ ਸ਼ਬਦ ਨਹੀਂ ਹੁਣ ਬੋਲਣੇ ਚਾਹੁੰਦਾ। ਤੁਸੀਂ ਨਾ ਬੋਲੋ, ਆਪਾਂ ਕਿਉਂ ਬੋਲਣੇ ਮਾੜੇ ਸ਼ਬਦ। ਮੈਂ ਕਹਿੰਦੀ ਲੋਕਾਂ ਦਾ ਵੀ ਕਸੂਰ ਆ, ਲੋਕ ਇੰਟਰਟੇਨਮੈਂਟ ਹੁੰਦੇ ਆ, ਲੋਕ ਕਹਿੰਦੇ ਸਾਨੂੰ ਇੰਟਰਟੇਨਮੈਂਟ ਕਰੋ, ਔਰ ਦੂਜੇ ਜਿਹੜੇ ਲੀਡਰ ਆ ਉਹ ਇਹੋ ਜਿਹੀ ਭਾਸ਼ਾ ਬੋਲਦੇ ਆ, ਔਰ ਫਿਰ ਉਹਨਾਂ ਨੂੰ ਜ਼ਿਆਦਾ ਸੁਣਿਆ ਜਾਂਦਾ। ਲੋਕਾਂ ਦੀ ਵੀ ਗਲਤੀ ਆ, ਇਹ ਤੇ ਲੋਕਾਂ ਨੂੰ ਮਾਫੀ ਨਹੀਂ ਹੈਗੀ। ਤੀਜੀ ਗੱਲ ਕਿ ਇਹ ਸਾਡੀ ਸੰਸਕ੍ਰਿਤੀ ਸੱਭਿਅਤਾ ਚੇਂਜ ਕਰ ਰਹੇ ਆ, ਅਸੀਂ ਬੜੇ ਹੰਬਲ ਲੋਕ ਸੀਗੇ, ਇਹ ਗੰਦੀ ਭਾਸ਼ਾ ਬੋਲ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਖਰਾਬ ਕਰ ਰਹੇ ਆ। ਸਾਡੇ ਵੱਲੋਂ ਜੱਫੀਆਂ ਪਾਉਣ ਨਾ ਪਾਉਣ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਗੱਲ ਮੈਂ ਤੁਹਾਨੂੰ ਖਡਿਆਲ ਸਾਹਿਬ ਦੀ ਮੈਨੂੰ ਬੜੀ ਮਾੜੀ ਗੱਲ ਲੱਗੀ, ਕਹਿੰਦੇ ਆਜ਼ਾਦੀ ਅਸੀਂ ਪ੍ਰੈਸ ਦੀ ਬੰਦ ਕੀਤੀ ਆ। ਮੈਨੂੰ ਦੱਸਿਆ ਜ਼ਰਾ ਕਿ ਜਦੋਂ 1984 ਦੇ ਵਿੱਚ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਤੇ ਐਮਰਜੈਂਸੀਆਂ ਲੱਗੀਆਂ, ਉਦੋਂ ਤੁਸੀਂ ਕੀ ਕੀਤਾ ਸੀ? ਮੈਨੂੰ ਜਵਾਬ ਦਿਓ, ਉਹ ਕੀ ਸੀ ਪਹਿਲਾਂ ਇਹ ਮੈਨੂੰ ਦੱਸ ਦਿਓ ਕਿ ਲੋ ਜਵਾਬ ਲੋ। ਆ ਜਾਊਗੀ ਤੁਹਾਡੇ ਕੋਲ, ਆ ਜਾਊਗੀ, ਖਬਰ ਕਰ ਆ ਜਾਊਗੀ ਟਾਈਮ, ਮੈਨੂੰ ਬੋਲਣ ਦੇ ਪਹਿਲਾਂ। ਉਹ ਮੈਨੂੰ ਦੱਸ ਦਿਓ ਕਿ ਐਮਰਜੈਂਸੀ, ਤੁਸੀਂ ਤਾਂ ਖਡਿਆਲ ਸਾਹਿਬ ਜਨਮੇ ਨਹੀਂ ਸੀ, ਮੈਂ ਬਹੁਤ ਛੋਟੀ ਸਾਂ, ਅਸੀਂ ਐਮਰਜੈਂਸੀਆਂ ਹਟਾਈਆਂ। ਨਹੀਂ, ਤੁਹਾਨੂੰ ਕੀ ਪਤਾ ਮੇਰਾ ਜਨਮ ਕਦੋਂ ਦਾ ਹੈ? ਮੇਰਾ ਜਨਮ ਕਦੋਂ ਦਾ ਹੈ ਜੀ? ਨਹੀਂ, ਪਰਸਨਲ ਅਟੈਕ ਨਾ ਜੀ ਕਰੋ, ਜੰਮੇ ਨਹੀਂ ਸੀਗੇ। ਮੇਰਾ ਜਨਮ ਕਦੋਂ ਦਾ ਤੁਹਾਨੂੰ ਪਤਾ ਹੈ? ਪਰਸਨਲ ਅਟੈਕ ਕੀਤਾ ਹੀ ਨਹੀਂ ਕੋਈ। ਪਰਸਨਲ ਅਟੈਕ ਤੁਸੀਂ ਕਹਿ ਰਹੇ ਹੋ ਜੰਮੇ ਨਹੀਂ ਸੀਗੇ, ਤੁਸੀਂ ਕਹਿ ਰਹੇ ਹੋ ਜੰਮੇ ਨਹੀਂ ਸੀਗੇ, ਤੁਹਾਨੂੰ ਮੇਰਾ ਜਨਮ ਡੇਟ ਪਤਾ ਹੈ ਜੀ? ਚਲੋ ਤੁਸੀਂ, ਮੈਂ ਛੋਟੀ ਸੀ, ਮੇਰੇ ਜਿੱਦਾਂ ਛੱਡ, ਆਪਾਂ ਕਿਉਂ ਟਾਈਮ ਵੇਸਟ ਕਰਦੇ ਆ। ਚਲੋ ਮੈਂ ਇਹ ਕਹਿ ਰਹੀ ਹਾਂ ਵੀ ਤੁਸੀਂ ਐਮਰਜੈਂਸੀਆਂ ਨਹੀਂ ਦੇਖੀਆਂ, ਅਸੀਂ ਐਮਰਜੈਂਸੀਆਂ ਦੇਖੀਆਂ। ਸਾਨੂੰ ਪਤਾ ਕਿੰਨੀ ਤਕਲੀਫ ਹੋਈ ਲੋਕਾਂ ਨੂੰ, ਲੋਕਾਂ ਦੇ ਬੱਚੇ, ਲੋਕਾਂ ਦੇ ਬੰਦੇ ਘਰੋਂ ਚੱਕ ਕੇ ਉਹਨਾਂ ਦੇ ਜ਼ਬਰਦਸਤੀ ਆਪਰੇਸ਼ਨ ਕਰਾਏ ਗਏ, ਮਰਦਮਸ਼ੁਮਾਰੀ, ਇੱਥੋਂ ਲੈ ਕੇ ਲੋਕ ਸਾਰੇ ਸਿਆਸਤਦਾਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ। ਇਹ ਕੋਈ ਛੋਟੀਆਂ ਗੱਲਾਂ ਨਹੀਂ ਸੀਗੀਆਂ। ਔਰ ਕਾਂਗਰਸ ਦੀ ਹੈਬਿਟ ਆ ਇੱਕ ਦੂਜੇ ਨਾਲ ਲੜਨਾ।
ਸੁਨੀਲ ਜਾਖੜ ਜੀ ਜਦੋਂ ਕਾਂਗਰਸ ਦੇ ਵਿੱਚ ਸਨ ਉਦੋਂ ਵੀ ਆਪਦੀ ਪਾਰਟੀ ਦੇ ਖਿਲਾਫ ਬੋਲਦੇ ਸੀਗੇ, ਅੱਜ ਤਾਂ ਬੋਲਣਾ ਹੀ ਬੋਲਣਾ ਉਹਨਾਂ ਨੇ। ਔਰ ਸੰਦੀਪ ਜਾਖੜ ਨੇ ਜੇ ਕੁਛ ਕਿਹਾ ਹੈ ਰਾਜੇ ਵੜਿੰਗ ਨੂੰ ਤਾਂ ਉਹਨਾਂ ਦਾ ਆਪਸੀ ਮਸਲਾ ਸੀਗਾ। ਸਾਨੂੰ ਇਹਦੇ ਵਿੱਚ ਸਾਨੂੰ ਕੀ ਫਰਕ ਪੈਂਦਾ ਕਿ ਕੌਣ ਕਿਸੇ ਨੂੰ ਕੁਛ ਕਹਿ ਰਿਹਾ। ਮੈਨੂੰ ਇਹ ਦੱਸ ਦਿਓ ਇੱਕ ਪੁਆਇੰਟ ਕਿ ਇਹਦੇ ਵਿੱਚ ਪੰਜਾਬ ਦੇ ਲੋਕਾਂ ਦੀ ਫਿਕਰਮੰਦੀ, ਪੰਜਾਬੀਆਂ ਦੀ ਫਿਕਰਮੰਦੀ ਕਾਂਗਰਸ ਕੋਲੇ ਕਿੱਥੇ ਹੈ? ਕਦੇ ਹੀ ਸਾਰੀਆਂ ਸਟੇਟਾਂ 'ਚ ਉੱਡ ਗਈ ਕਿਉਂਕਿ ਲੋਕਾਂ ਦੀ ਫਿਕਰਮੰਦੀ ਨਹੀਂ ਕੀਤੀ। ਸਿਰਫ ਲੋਕਾਂ ਨੂੰ ਗਪੌੜ ਸੁਣਾਏ ਆ, ਗੱਪ ਸੁਣਾਏ ਆ। ਔਰ ਇਵੇਂ ਆਮ ਆਦਮੀ ਪਾਰਟੀ ਆ ਕਿ ਮੁੱਦੇ ਦੀ ਰਾਜਨੀਤੀ ਕਰਦੀ ਨਹੀਂ ਹੈ ਔਰ ਲਾ ਐਂਡ ਆਰਡਰ ਠੀਕ ਨਹੀਂ ਹੁੰਦਾ ਔਰ ਉੱਪਰੋਂ ਲੋਕਾਂ ਦੇ ਜੋਕ ਸੁਣਾ ਦਿੰਦੇ ਆ। ਸਿਰਫ ਇਹਨਾਂ ਗੱਲਾਂ ਨਾਲ ਹੀ ਇਹਨਾਂ ਨੇ 5 ਸਾਲ ਕੱਟ ਲਏ ਆ ਜਿਵੇਂ ਕਾਂਗਰਸ ਨੇ ਕੱਟੇ ਸੀ। ਲੋਕਾਂ ਦਾ ਕੋਈ ਭਲਾ ਨਹੀਂ। ਠੀਕ ਹੈ, ਮੈਂ ਤੁਹਾਨੂੰ ਰੋਕਿਆ ਨਹੀਂ ਅਮਨਜੋਤ ਜੀ, ਮੈਂ ਸਵਾਲ ਲੈ ਲਾਂ, ਬਾਕੀ ਫਿਰ ਮੈਂ ਤਾਂ ਵਿਰੋਧੀਆਂ ਦੇ ਸਵਾਲ ਲੈਣਾ। ਗੱਲ ਇਹ ਹੈ, ਤੁਸੀਂ ਕਹਿ ਰਹੇ ਸੀਗੇ ਵੀ ਉਹ ਕੀ ਬੋਲੇ ਜਾਂ ਕੀ ਨਹੀਂ ਬੋਲੇ, ਉਹ ਕਾਂਗਰਸ 'ਚ ਰਹਿ ਕੇ ਵੀ ਬੋਲਦੇ ਸੀਗੇ, ਚਲੋ ਹੁਣ ਤਾਂ ਬੋਲਣਾ ਹੀ ਹੈ। ਇਟ ਮੀਨ ਸੁਨੀਲ ਜਾਖੜ ਸਾਹਿਬ ਹੁਣ ਬੀਜੇਪੀ ਦੇ ਖਿਲਾਫ ਵੀ ਬੋਲਣ ਲੱਗ ਗਿਆ? ਪਹਿਲਾ ਸਵਾਲ ਹੈ ਮੇਰਾ। ਬਿਲਕੁਲ ਨਹੀਂ ਬੋਲਿਆ, ਕਾਂਗਰਸ ਦੇ ਖਿਲਾਫ ਬੋਲਿਆ। ਠੀਕ ਹੈ, ਦੂਜਾ ਸਵਾਲ, ਇਹਦੀ ਬੁਨਿਆਦ ਪਤਾ ਕੀ ਸੀਗੀ? ਇਹਦੀ ਬੁਨਿਆਦ ਸੀਗੀ ਜਿਹੜੇ ਸਾਡੇ ਮੁਲਕ ਦਾ ਮਾਣ ਬਣੇ ਤਮਗੇ ਲੈ ਕੇ ਆਉਣ ਵਾਲੇ ਉਹ ਖਿਡਾਰੀ ਜਿਨ੍ਹਾਂ ਨੂੰ ਗੰਗਾ ਤੱਕ ਬਹਾਉਣ ਤੱਕ ਜਾਣਾ ਪਿਆ। ਇਹ ਲੀਡਰ ਕਿਉਂ ਲੜੇ? ਇਸ ਕਰਕੇ ਲੜੇ ਭਾਈ ਅਸੀਂ ਬੋਲੀ ਜਾਂਦੇ ਆ, ਤੁਸੀਂ ਜਦੋਂ ਸਾਡੇ ਸੀਗੇ ਉਦੋਂ ਬੋਲਦੇ ਸੀ, ਹੁਣ ਤਾਂ ਬੋਲੋ। ਇਹਦਾ ਮਤਲਬ ਤੁਹਾਡੀ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਹੋਊਗੀ, ਕੇਂਦਰ ਦੀ ਸਰਕਾਰ ਨਹੀਂ ਸੁਣ ਰਹੀ ਹੋਊਗੀ, ਬੀਜੇਪੀ ਉਹਨਾਂ ਦੀ ਬਾਤ ਨਹੀਂ ਪਾਉਣੀ ਪੈ ਰਹੀ ਹੋਊਗੀ। ਇਸੇ ਕਰਕੇ ਪੁਰਾਣੇ ਤੇ ਨਵੇਂ ਕਾਂਗਰਸੀ ਆਪਸ ਦੇ ਵਿੱਚ ਲੜੇ ਤੇ ਭਿੜੇ। ਹਰ ਬੰਦੇ ਕੋਲੇ ਚੁਆਇਸ ਹੁੰਦੀ ਆ ਕਿਸ ਟੌਪਿਕ ਤੇ ਨੇ ਬੋਲਣਾ ਕਿਸ ਤੇ ਨਹੀਂ। ਉਹਨਾਂ ਨੇ ਨਹੀਂ ਬੋਲਣਾ ਹੋਊਗਾ ਇਸ ਟੌਪਿਕ ਤੇ, ਤੁਸੀਂ ਜ਼ਬਰਦਸਤੀ ਤਾਂ ਨਹੀਂ ਕਰ ਸਕਦੇ ਨਾ ਕਿਸੇ ਨਾਲ। ਉਹਨਾਂ ਨੇ ਇਸ ਟੌਪਿਕ ਤੇ ਨਹੀਂ ਬੋਲਣਾ ਹੋਊਗਾ ਤੇ ਉਹ ਆਜ਼ਾਦ ਭਾਰਤ ਵਿੱਚ ਜਾਂਦੇ ਆ, ਅਸੀਂ ਡੈਮੋਕ੍ਰੇਸੀ ਜਾਂਦੇ ਆ। ਉਹਨਾਂ ਨੇ ਨਹੀਂ ਬੋਲਣਾ, ਉਹਨਾਂ ਨੇ ਹੋ ਸਕਦਾ ਅੰਦਰੋਂ ਮਦਦ ਕੀਤੀ ਹੋਵੇ, ਰਿਕੁਐਸਟ ਕੀਤੀ ਹੋਵੇ ਸਾਡੀ ਪਾਰਟੀ। ਮੈਡਮ ਇਹ ਤਾਂ ਨਹੀਂ ਮੈਮ, ਇਹ ਪੋਲਿਟਿਕਸ ਹੈ, ਇਹ ਕੋਈ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਥੋੜੀ ਹੈ ਕਿ ਤੁਹਾਡੀ ਚੁਆਇਸ ਹੈ ਤੁਸੀਂ ਕਿਹੜਾ ਸਬਜੈਕਟ ਲੈਣਾ, ਕਿਹੜਾ ਆਪਟ ਕਰਨਾ। ਤੁਸੀਂ ਕਾਮਰਸ ਦੇ ਵਿੱਚ ਜਾਣਾ, ਤੁਸੀਂ ਬੀਕਾਮ ਜਾਂ BCA BBA ਕਰਨੀ ਹੈ, ਇਹ ਥੋੜੀ ਹੈ। ਲੀਡਰ ਤਾਂ ਲੋਕਾਂ ਦਾ ਲੀਡਰ ਹੁੰਦਾ ਨਾ, ਲੀਡਰ ਤਾਂ ਲੋਕਾਂ ਦਾ ਹੁੰਦਾ, ਲੀਡ ਕਰਦਾ ਜਿਹੜਾ ਮਾਸ ਨੂੰ, ਲੀਡਰ ਬਣਦਾ। ਚੁਆਇਸ ਇਜ਼ ਆਲਵੇਜ਼ देयर ਫॉर एवरीवन ਕਿ ਤੁਹਾਨੂੰ ਆਪਦੇ ਲੋਕਾਂ ਲਈ ਲੜਨਾ ਚਾਹੀਦਾ। ਬਥੇਰੇ ਇੱਥੇ ਹੋਰ ਬਥੇਰੇ ਵਿਸ਼ੇ ਆ, ਉਹਨਾਂ ਤੇ ਲੜ ਸਕਦਾ ਇਨਸਾਨ। ਕਦੇ ਕਦੇ ਉਹਨਾਂ ਨੂੰ ਆਪਣੀ ਸਥਿਤੀ ਵੀ ਦੇਖਣੀ ਪੈਂਦੀ ਆ। ਔਰ ਅਸੀਂ ਤਾਂ ਕਹਿ ਨਹੀਂ, ਫਿਰ ਤਾਂ ਲੀਡਰ ਨੂੰ ਵੋਟ ਵੀ ਚੁਆਇਸ ਨਾਲ ਮੰਗਣੀ ਚਾਹੀਦੀ ਹੈ ਕਿ ਮੈਂ ਤਾਂ ਇਸ ਮੁੱਦੇ ਤੇ ਵੋਟ ਮੰਗ ਰਿਹਾ, ਬਾਕੀ ਤੁਹਾਡੀ ਮਰਜ਼ੀ ਆ। ਉਦੋਂ ਤਾਂ ਆਪਾਂ ਕਹਿੰਦੇ ਨਹੀਂ। ਜਿਹੜੀਆਂ ਪਾਰਟੀਆਂ ਦੀਆਂ ਨੀਤੀਆਂ ਹੁੰਦੀਆਂ ਉਹ ਚੁਆਇਸ ਹੀ ਹੁੰਦੀਆਂ ਕਿ ਉਹ ਚੁਆਇਸ ਰੱਖਦੇ ਕਿ ਅਸੀਂ ਆਹ ਕੰਮ ਕਰਾਂਗੇ, ਦੂਜਾ ਕਹਿੰਦਾ ਅਸੀਂ ਆਹ ਕਰਾਂਗੇ, ਕੋਈ ਕਹਿੰਦਾ ਅਸੀਂ ਫ੍ਰੀ ਬਿਜਲੀ ਦੇਵਾਂਗੇ, ਕੋਈ ਕਹਿੰਦਾ ਅਸੀਂ ਨਹੀਂ ਦੇਵਾਂਗੇ। ਚੁਆਇਸਸ ਹੁੰਦੀਆਂ। ਠੀਕ ਹੈ, ਜਿੱਦਾਂ ਸਭ ਗੱਲ ਇਹ ਆ ਕਿ ਮੁੱਦਾ ਤਾਂ ਸੀਗਾ ਤੁਹਾਡੇ ਤਾਨਾਸ਼ਾਹੀ ਰਵੱਈਏ ਦੇ ਮੁੱਦੇ ਦੇ ਉੱਤੇ ਇਕੱਠੇ ਹੋਣ ਦਾ, ਪਰ ਉਹਦੇ ਚੋਂ ਮਸਲਾ ਜਿਹੜਾ ਨਿਕਲ ਕੇ ਸਾਹਮਣੇ ਆ ਗਿਆ, ਉਸ ਕਰਕੇ ਸਾਨੂੰ ਇਹ ਦੂਜੀ ਚਰਚਾ ਜਿਹੜੀ ਹੈ ਉਹ ਰੱਖਣੀ ਪੈਗੀ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਨਵਜੋਤ ਜੀ ਦੇਖੋ, ਕੋਈ ਤਾਨਾਸ਼ਾਹੀ ਦਾ ਮੁੱਦਾ ਨਹੀਂ, ਕੋਈ ਕੁਛ ਨਹੀਂ। ਆਮ ਆਦਮੀ ਪਾਰਟੀ ਬੜਾ ਵਧੀਆ ਪੰਜਾਬ 'ਚ ਰਾਜ ਕਰ ਰਹੀ ਆ, ਜਿਹਦਾ ਫਤਵਾ ਜਲੰਧਰ ਵਿੱਚ ਦੁਬਾਰਾ ਲੋਕਾਂ ਨੇ ਦਿੱਤਾ। ਔਰ ਜਿਹੜਾ ਇਹਨਾਂ ਦੇ ਇਕੱਠੇ ਹੋਣ ਦਾ ਮੁੱਦਾ ਕਿ ਇਹ ਆਪਦਾ ਇੱਕ ਦੁਬਾਰਾ ਜਿਹੜਾ ਹੈ ਆਪਦਾ ਪਿੰਡ ਭਾਲਦੇ ਫਿਰਦੇ ਕਿ ਕਿਤੇ ਜ਼ਮੀਨ ਤੇ ਸਾਡਾ ਪੈਰ ਟਿਕ ਜੇ। ਨਹੀਂ, ਜਿੱਦਾਂ ਸਾਹਿਬ ਰਾਜ ਕਰ ਰਹੀ ਹੈ ਜਾਂ ਸੇਵਾ ਕਰ ਰਹੀ ਹੈ ਜਾਂ ਫਰਜ਼ ਅਦਾ ਕਰ ਰਹੀ ਹੈ? ਦੇਖੋ ਬਿਲਕੁਲ ਸੇਵਾ ਕਰ ਰਹੀ ਹੈ ਜੀ। ਨਹੀਂ, ਤੁਸੀਂ ਕਹਿ ਰਹੇ ਹੋ ਰਾਜ ਕਰ ਰਹੀ ਹੈ। ਜੋ ਸਰਕਾਰਾਂ ਦੇ ਫਰਜ਼ ਹੁੰਦੇ ਆ ਉਹ ਅਸੀਂ ਨਿਭਾ ਰਹੇ ਆ, ਸਾਡੇ ਮੁੱਖ ਮੰਤਰੀ ਸਾਹਿਬ ਨਿਭਾ ਰਹੇ ਆ, ਸਾਡੇ ਮੰਤਰੀ ਸਾਹਿਬਾਨ ਨਿਭਾ ਰਹੇ ਆ, ਸਾਡੇ MLA ਸਾਹਿਬ ਨਿਭਾ ਰਹੇ ਆ। ਔਰ ਲੋਕਾਂ ਨੇ ਦੇਖੋ, ਰਾਜਨੀਤੀ ਕੀ ਚੀਜ਼ ਹੁੰਦੀ ਹੈ, ਲੋਕਾਂ ਦੇ ਵਿੱਚ ਜਿਹੜੀ ਪਾਰਟੀ ਕੋਈ ਆਉਂਦੀ ਹੈ ਉਹ ਆਪਦਾ ਫਰਜ਼ ਨਿਭਾ ਰਹੀ ਹੈ, ਦੁਬਾਰਾ ਇਲੈਕਸ਼ਨ ਲੜਦੇ, ਲੋਕ ਫਤਵਾ ਦਿੰਦੇ ਆ ਫਿਰ ਉਹਨੂੰ। ਤਾਂ ਮੈਂ ਇੱਕ ਗੱਲ ਕਹਿਣਾ, ਮੈਡਮ ਜਿਹੜੇ BJP ਦੇ ਅਮਨਜੋਤ ਕੌਰ ਜੀ ਬੋਲ ਰਹੇ ਸੀ ਕਿ ਅੱਜ ਦੇਸ਼ ਦੇ ਵਿੱਚ ਕਿੰਨੀ ਸ਼ਰਮਨਾਕ ਗੱਲ ਹੋ ਰਹੀ ਹੈ ਕਿ ਸਾਡੀਆਂ ਧੀਆਂ ਭੈਣਾਂ ਜੋ ਰੈਸਟਰਾਂ ਉੱਤੇ ਬੈਠੀਆਂ, ਤਾਂ ਸ਼ਰਮਨਾ ਚੁੱਕੀ ਜਾਂਦਾ ਇੱਥੇ ਬੈਠਿਆਂ ਦਾ। ਔਰ ਸਾਰਾ ਦੇਸ਼ ਤਰ੍ਹਾਂ ਕਰ ਰਿਹਾ, ਵਰਲਡ ਲੈਵਲ ਤੇ ਸਾਡੀ ਬੇਇੱਜ਼ਤੀ ਹੋ ਰਹੀ ਹੈ। ਔਰ ਇਹ ਆਪਦੇ MP ਨੂੰ ਨਹੀਂ ਹਟਾ ਸਕਦੇ, ਜਿਹੜਾ ਉਹਦਾ ਪ੍ਰਧਾਨ ਰੈਸਲਰ ਇਸ ਦੁਨੀਆ ਦਾ ਉਹਨੂੰ ਨਹੀਂ ਹਟਾ ਸਕਦੇ, ਤੇ ਗੱਲਾਂ ਕਰਦਾ ਦੇਸ਼ ਨੂੰ ਬਚਾਉਣ ਦੀਆਂ। ਜਿਹੜੇ ਇਹਨਾਂ ਦੇ ਪ੍ਰਧਾਨ ਮੰਤਰੀ ਨੇ ਸਾਡੇ ਰੇਲਵੇ ਵੇਚਤੀਆਂ, ਸਾਡੇ 에ਅਰਪੋਰਟ ਵੇਚਤੇ, ਸਾਡੇ ਹਿੰਦੁਸਤਾਨ ਦਾ ਸਾਰਾ ਕੁਝ ਖਤਮ ਕਰਤਾ। ਔਰ ਮੈਂ ਇਹ ਇੱਕ ਲੇਡੀ ਨੇ ਇਹ ਨਹੀਂ ਇੱਥੇ ਬੈਠ ਕੇ ਇਹਨਾਂ ਨੇ ਉਹਨਾਂ ਦੇ ਹਾਂ ਦਾ ਨਾਰਾ ਮਾਰਿਆ ਕਿ ਸਾਡੀਆਂ ਜਿਹੜੀਆਂ ਇਹਨਾਂ ਦੇ ਧੀਆਂ ਭੈਣਾਂ ਬੱਚੀਆਂ ਉਹਨਾਂ ਨੂੰ ਘਸੀਟਿਆ ਜਾ ਰਿਹਾ, ਕੁੱਟਿਆ ਜਾ ਰਿਹਾ। ਜਿਹੜੀਆਂ ਸਾਡੇ ਦੇਸ਼ ਲਈ ਮੈਡਲ ਲੈ ਕੇ ਆਈਆਂ
ਉਹਨਾਂ ਨੂੰ ਇਹ ਨਹੀਂ ਦੇਖਿਆ ਇਹਨਾਂ ਨੂੰ ਜੱਫੀਆਂ ਦੇਖੀਆਂ ਆ ਕੇ ਪੈਣੀਆਂ, ਕਿੰਨੇ ਜੱਫੀ ਪੈਂਦੀ ਹੈ ਜੀ ਨਹੀਂ ਪੈਂਦੀ, ਉਹਦਾ ਦੇਸ਼ ਦਾ ਕੀ ਫਾਇਦਾ ਹੋਣ ਵਾਲਾ ਹੈ, ਉਹਦੇ ਨਾਲ ਪੰਜਾਬ ਦਾ ਕੀ ਫਾਇਦਾ ਹੋਣ ਵਾਲਾ ਹੈ। ਔਰ ਖੜਿਆਲ ਸਾਹਿਬ ਇੱਥੇ ਬੋਲਦੇ ਆ ਜਿਨ੍ਹਾਂ ਨੇ ਸਾਡੇ ਦੇਸ਼ ਵਿੱਚ ਐਮਰਜੈਂਸੀ ਲਵਾਈ, ਜਿਨ੍ਹਾਂ ਨੇ ਪੰਜਾਬ ਵਿੱਚ ਬਲੂ ਸਟਾਰ ਕਰਵਾਇਆ, ਸਾਡੇ ਅਟੈਕ ਕਰਵਾਇਆ, ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਉਹ ਗੱਲਾਂ ਕਰਦੇ ਜੱਫੀਆਂ ਦੀਆਂ। ਅੱਜ ਸੰਦੀਪ ਜਾਖੜ ਕੀ ਬੋਲ ਰਿਹਾ ਜੀ, ਅੱਜ ਮਜੀਠੀਆ ਕੀ ਬੋਲ ਰਿਹਾ ਜੀ। ਇਹ ਤਾਂ ਨਹੀਂ ਰਾਜਨੀਤੀ ਹੈ। ਰਾਜਨੀਤੀ ਹੁੰਦੀ ਹੈ ਸਾਡੇ ਸਟੇਟ ਨੂੰ ਸਿੱਖਿਆ ਕਿੱਦਾਂ ਪ੍ਰਦਾਨ ਕਰਨੀ ਹੈ, ਸਿਹਤ ਸਹੂਲਤਾਂ ਕਿੱਦਾਂ ਪ੍ਰਦਾਨ ਕਰਨੀਆਂ, ਲੋਕਾਂ ਨੂੰ ਕਿਵੇਂ ਚੰਗੇ ਪਾਸੇ ਲਿਆਣਾ, ਕਿਸਾਨੀ ਕਿਵੇਂ ਬਚਾਉਣੀ ਹੈ, ਜਵਾਨੀ ਕਿਵੇਂ ਬਚਾਉਣੀ ਹੈ। ਇਹ ਤਾਂ ਸਾਡੇ ਮੁੱਦੇ ਹੈ। ਇਹਨਾਂ ਦੇ ਮੁੱਦੇ ਕੀ ਹੈ? ਨਵਜੋਤ ਸਿੱਧੂ ਨੇ ਬੋਲਤਾ ਜੀ, ਮਜੀਠੀ ਨੇ ਬੋਲਤਾ ਜੀ, ਜੱਫੀ ਪਾਲੀ ਜੀ। ਇਹ ਕੋਈ ਮੁੱਦੇ ਨਹੀਂ ਕਿ ਲੋਕ ਸਿਆਣੇ ਆ ਕਿ ਮੈਂ ਇਹਨਾਂ ਨੂੰ ਕਹਿੰਦਾ। ਤੁਸੀਂ ਪਹਿਲਾ ਸਵਾਲ ਮੈਡਮ ਰਾਮੂ ਵਾਲੀ ਨੂੰ ਪਾਇਆ ਨਾ, ਮੈਂ ਪਹਿਲਾਂ ਉਹਨਾਂ ਤੋਂ ਜਵਾਬ ਲੈ ਲੈਣਾ, ਫਿਰ ਮੈਂ ਖੜਿਆਲ ਸਾਹਿਬ ਨੂੰ ਵੀ ਜਿਹੜਾ ਤੁਸੀਂ ਸਵਾਲ ਪਾਇਆ ਉਹ ਲੈ ਲਾਂਗਾ। ਮੈਡਮ ਰਾਮੂ ਵਾਲੀ ਜੀ, ਖੈਰ ਇਹ ਗੱਲ ਮੈਂ ਕਹਿੰਦਾ ਤੁਹਾਨੂੰ ਰਹਿ ਗਿਆ ਵੀ ਗੱਲ ਇਹ ਹੈ ਵੀ ਸਵਾਲ ਮੈਂ ਤੁਹਾਨੂੰ ਪਾਇਆ ਵੀ ਸੀਗਾ ਵੀ ਬੁਨਿਆਦ ਇਹ ਸੀਗੀ ਆਪਸ ਦੇ ਵਿੱਚ ਕਾਂਗਰਸੀਆਂ ਦੇ ਭਿੜਨ ਦੀ, ਵੀ ਜੇ ਬੀਜੇਪੀ ਨਹੀਂ ਸੀ ਸੁਣ ਰਹੀ, ਹੁਣ ਉਹਨਾਂ ਨੇ ਵੀ ਇਹ ਗੱਲ ਕਿਹਾ ਵੀ ਬੀਇੰਗ ਏ ਲੇਡੀ ਤੁਹਾਨੂੰ ਘੱਟੋ ਘੱਟ ਤਾਂ ਉਹਨਾਂ ਦੇ ਹਾਂ ਦਾ ਨਾਰਾ ਮਾਰਨਾ ਚਾਹੀਦਾ। ਮੈਨੂੰ ਲੱਗਦਾ ਭਾਈ ਸਾਹਿਬ ਨੇ, ਨਵਦੀਪ ਜੀ ਨੇ ਸੁਣਿਆ ਨਹੀਂਗਾ। ਮੈਂ ਕਿਹਾ ਕਿ ਅਸੀਂ ਉੱਪਰ ਰਿਕੁਐਸਟ ਕਰ ਰਹੇ ਹਾਂ ਕਿ ਬੱਚਿਆਂ ਦੀ ਗੱਲ ਸੁਣੀ ਜਾਵੇ। ਰਿਕੁਐਸਟ ਨਹੀਂ, ਕੋਈ ਰਿਕੁਐਸਟ ਨਹੀਂ ਮੈਡਮ, ਤੁਹਾਨੂੰ ਨਾਲ ਬੈਠਣਾ ਚਾਹੀਦਾ ਹੈ। ਬੀਇੰਗ ਏ ਲੇਡੀ ਤੁਹਾਨੂੰ ਨਾਲ ਬੈਠਣਾ ਚਾਹੀਦਾ ਹੈ। ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋ ਰਹੀ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਲਈ ਮੈਡਲ ਲਿਆਂਦੇ, ਉਹਨਾਂ ਦਾ ਸਿਰ ਝੁਕ ਰਿਹਾ ਵਾਲ ਦੇ ਵਿੱਚ। ਅਸੀਂ ਸ਼ਰਮਸ਼ਾਰ ਹੋ ਰਹੇ ਹਾਂ ਔਰ ਤੁਸੀਂ ਰਿਕੁਐਸਟਾਂ ਕਰਦੇ ਪਏ ਹੋ, ਅਜੇ ਤੱਕ ਰਿਕੁਐਸਟਾਂ ਕਰਦੇ ਪਏ ਹੋ। ਤੁਹਾਡੀਆਂ ਰਿਕੁਐਸਟਾਂ ਉਹਨਾਂ ਨੂੰ ਘਸੀਟਿਆ ਜਾ ਰਿਹਾ ਸੜਕਾਂ ਦੇ ਉੱਪਰ, ਉਹਨਾਂ ਦੇ ਡਾਂਗਾਂ ਚਲਾਈਆਂ ਜਾ ਰਹੀਆਂ। ਸਾਡਾ ਸ਼ਰਮਸ਼ਾਰ ਹੋ ਗਏ ਵਰਲਡ ਲੈਵਲ ਤੇ, ਅਸੀਂ ਜਿਹੜੀਆਂ ਬੱਚਿਆਂ ਨੇ ਸਾਡੇ ਲਈ ਮੈਡਲ ਲੈ ਕੇ ਆਂਦੇ ਸੀ ਔਰ ਤੁਸੀਂ ਰਿਕੁਐਸਟਾਂ ਦੀ ਗੱਲ ਕਰ ਰਹੇ ਹੋ ਹਾਲੇ ਤੱਕ। ਅਸੀਂ ਹੋ ਗਏ ਪੰਜਾਬੀ ਵਰਲਡ ਲੈਵਲ ਤੇ, ਜਿਨ੍ਹਾਂ ਨੇ ਸਾਨੂੰ ਵੋਟਾਂ ਪਾਤੀਆਂ, ਤੇ ਤੁਸੀਂ ਸਭ ਤੋਂ ਵੱਧ ਕਰਪਸ਼ਨ ਤੁਸੀਂ ਕਰਦੇ ਹੋ ਪੰਜਾਬ ਦੇ। ਤੁਸੀਂ ਰੇਲਵੇ ਤੁਸੀਂ ਵੇਚਤੀ ਬੀਜੇਪੀ ਨੇ, ਤੁਸੀਂ ਕੀ ਕੀਤਾ? ਸਾਰਾ ਗੋਦੀ ਤੁਹਾਡਾ ਜਿਹੜਾ ਮੀਡੀਆ ਸਾਰਾ ਤੁਸੀਂ ਘੱਟੋ ਘੱਟ ਹਾਂ ਦਾ ਨਾਰਾ ਦਾ ਮਾਰ ਦਿਓ ਬੈਠ ਕੇ ਉਹਨਾਂ ਲੜਕੀਆਂ ਦੇ ਲਈ। ਤੁਸੀਂ ਇੱਥੇ ਇੱਕ ਚੈਨਲ ਤੇ ਬੈਠ ਕੇ ਨਹੀਂ ਕਹਿ ਸਕਦੇ ਕਿ ਸਾਡੀ ਜੋ ਪਾਰਟੀ ਮਾੜਾ ਕਰ ਰਹੀ ਹੈ। ਤੁਸੀਂ ਬੋਲ ਕੇ ਕਹੋ ਚੈਨਲ ਤੇ, ਤੁਸੀਂ ਬੋਲੋ ਉਹਨਾਂ ਲੜਕੀਆਂ ਦੇ ਲਈ ਚੈਨਲ ਦੇ ਉੱਪਰ। ਨਹੀਂ, ਅਸੀਂ ਤਾਂ ਉੱਪਰ ਰਿਕੁਐਸਟ ਕਰ ਰਹੇ ਹਾਂ ਕਿ ਬੱਚਿਆਂ ਦਾ ਨਵੇੜੋ, ਇਹਨਾਂ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਤਾਂ ਸੜਕਾਂ ਤੇ ਘਸੀਟਣਾ, ਡਾਂਗਾ ਮਾਰੋ ਉਹਨਾਂ ਦਾ। ਅਸੀਂ ਤਾਂ ਬੱਚੇ ਸਾਡੇ ਦੇਸ਼ ਦੇ ਜੋ ਵੀ ਕਿੰਨੀ ਉਮਰ ਹੋ ਗਈ, ਹੁਣ ਉਮਰਾਂ ਤਾਂ ਨਹੀਂ ਦੇਖਦੇ ਕੋਈ, ਉਂਝ ਵੈਸੇ ਇੱਕ ਪੰਜਾਬੀ ਦੇ ਵਿੱਚ ਹੈ ਕਿ ਅਸੀਂ ਸਭ ਤੋਂ ਛੋਟੇ ਨੂੰ ਬੱਚੇ ਹੀ ਕਹਿ ਦਈਦਾ। ਅਸੀਂ ਤਾਂ ਕਹਿ ਰਹੇ ਹਾਂ ਕਿ ਉਹਨਾਂ ਨਾਲ ਨਵੇੜੋ, ਖਿਡਾਰੀਆਂ ਦੇ ਨਾਲ, ਉਹ ਜੋ ਵੀ ਹੈਗਾ ਉਹਨਾਂ ਦੀ ਸਹੀ ਸਥਿਤੀ ਨੂੰ ਜਾਣਿਆ ਜਾਵੇ। ਔਰ ਸਾਡੇ ਮਿਨਿਸਟਰ ਰੋਜ਼ ਬਿਆਨ ਵੀ ਦੇ ਰਹੇ ਆ ਕਿ ਅਸੀਂ ਸਹੀ ਗੱਲ ਨੂੰ ਘੋਖ ਕਰ ਰਹੇ ਹਾਂ, ਕੀ ਗੱਲ ਹੋਈ ਆ। ਤੁਸੀਂ ਸ਼ਰਮ ਦੀ ਗੱਲ ਹੈ, ਉਹਨਾਂ ਕੋਲ ਇਹੋ ਜਿਹੇ ਐਲੀਗੇਸ਼ਨ ਲੱਗ ਰਹੇ ਦੇਖੋ ਬੱਚਿਆਂ ਦੇ। ਹਾਂਜੀ, ਇਹੋ ਜਿਹੇ ਐਲੀਗੇਸ਼ਨ, ਰੇਪ ਦੇ ਐਲੀਗੇਸ਼ਨ, ਛੇੜਛਾੜ ਦੇ ਐਲੀਗੇਸ਼ਨ, ਜੇ ਐਲੀਗੇਸ਼ਨ ਰਿਕੁਐਸਟ ਕਰਨੀ ਬਣਦੀ ਹੈ ਮੈਡਮ ਤੁਹਾਡੀ, ਤਾਂ ਬਣਦੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਕਿਸੇ ਨੂੰ ਇਹ ਨਹੀਂ ਕਹਿ ਰਹੀ ਨਹੀਂ ਮਿਲਣੀ ਚਾਹੀਦੀ, ਮਿਲਣੀ ਚਾਹੀਦੀ ਹੈ ਸਜ਼ਾ। ਪਰ ਜੋ ਹਾਲਾਤ ਤੁਸੀਂ ਪੰਜਾਬ ਦੇ ਕੀਤੇ ਆ, ਉਹ ਵੀ ਕਿਸੇ ਤੋਂ ਲੁਕੇ ਨਹੀਂ ਹੈ। ਕਿਸੇ ਦਾ ਪੁੱਤ ਮਰ ਜਾਣਾ ਇੰਨਾ ਜਵਾਨ, ਪੰਜਾਬ ਤਰੱਕੀ ਵੱਲ ਜਾ ਰਿਹਾ, ਪੰਜਾਬ 'ਚ ਨੌਕਰੀਆਂ ਦੇ ਰਹੇ ਹੈ, ਪੰਜਾਬ ਦੀ ਕਿਸਾਨੀ ਅੱਗੇ ਵਧ ਰਹੀ ਹੈ, ਪੰਜਾਬ 'ਚ ਬਿਜਲੀ ਫ੍ਰੀ ਕੀਤੀ ਹੈ, ਪੰਜਾਬ 'ਚ ਚੰਗੀ ਸਿੱਖਿਆ ਦੇ ਰਹੇ ਹੈ, ਪੰਜਾਬ 'ਚ ਹਸਪੀਟੈਲਿਟੀ ਦੇ ਰਹੇ ਹੈ। ਪੰਜਾਬ 'ਚ ਕੀ ਮਾੜਾ ਹੋਇਆ ਦੱਸੋ? ਪੰਜਾਬ ਅੱਗੇ ਵਧ ਰਿਹਾ ਹੈ, ਪੰਜਾਬ ਦਾ ਕਰਜ਼ਾ ਉਤਾਰ ਰਹੇ ਹੈ। ਜਿਹੜਾ ਤੁਸੀਂ ਭਾਈਵਾਲ ਪਾਰਟੀਆਂ ਦਾ 3.5 ਲੱਖ ਕਰੋੜ ਚਲਾਇਆ ਸੀਗਾ, ਪੰਜਾਬ ਦੀ ਐਜੂਕੇਸ਼ਨ ਤੁਸੀਂ ਬਰਬਾਦ ਕੀਤੀ ਹੈ, ਖਤਮ ਕੀਤੀ ਹੈ। ਨਾ ਤੁਸੀਂ ਕੋਈ ਸਵਾਲ ਇਸ ਦੇ ਚਲੋ ਇੱਕ ਮਿੰਟ, ਤੁਹਾਨੂੰ ਫਤਵਾ ਦੇਤਾ ਜਲੰਧਰ ਦੇ ਵਿੱਚ ਲੋਕਾਂ ਨੇ। ਚਲੋ ਠੀਕ ਹੈ, ਖੈਰ ਉਹ ਤਾਂ ਵੋਟਿੰਗ ਕਿੰਨੀ ਹੋਈ ਹੈ ਤੇ ਪਰਸੈਂਟੇਜ ਕਿੰਨੀ ਸ਼ੇਅਰ ਕੀਤੀ ਹੈ ਉਹਦੇ ਉੱਤੇ ਵੀ ਬਹੁਤ ਕੁਝ ਡਿਪੈਂਡ ਕਰਦਾ। ਖੜਿਆਲ ਸਾਹਿਬ ਗੱਲ ਇਹ ਹੈ, ਸੰਦੀਪ ਜਾਖੜ ਜੀ ਕਾਂਗਰਸ ਦੇ ਵਿੱਚ ਤਾਂ ਹੈਗੇ ਆ, ਕਾਂਗਰਸ ਦੀ ਟਿਕਟ ਤੋਂ ਐਮਐਲਏ ਬਣ ਗਏ, ਕੀ ਉਹਨਾਂ ਦਾ ਦਿਲ ਵੀ ਕਾਂਗਰਸ 'ਚ ਹੈ ਜਾਂ ਨਹੀਂ? ਧਾਲੀਵਾਲ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਇੱਕ ਲੀਡਰ ਦਾ ਬਿਆਨ, ਇੱਕ ਟਵੀਟ ਸਾਡੀਆਂ ਸਾਡੇ ਰੈਸਲਰਸ ਦੇ ਇਸ਼ੂ ਤੋਂ ਵੱਡਾ ਮੁੱਦਾ? ਕੀ ਇਹ ਜਿਹੜਾ ਟਾਈਮ ਆਪਣੇ ਕੋਲ ਲਿਮਿਟਿਡ ਹੈਗਾ ਹੈ, ਇਹ ਰੈਸਲਰਸ ਦੇ ਇਸ਼ੂ ਲਈ ਡਿਵੋਟ ਹੋਣਾ ਚਾਹੀਦਾ ਹੈ ਜਾਂ ਇੱਕ ਟਵੀਟ ਲਈ ਡਿਵੋਟ ਹੋਣਾ ਚਾਹੀਦਾ ਹੈ? ਸੋ ਮੇਰਾ ਪਹਿਲਾ ਸਵਾਲ ਭਾਰਤੀ ਜਨਤਾ ਪਾਰਟੀ ਨੂੰ ਇਹ ਹੈ, ਆ ਖਬਰ ਹੈ ਅੱਜ ਦੇ ਇੰਡੀਅਨ ਐਕਸਪ੍ਰੈਸ ਦੇ ਅਖਬਾਰ ਦੀ, ਅੱਜ ਦਾ ਹੈ ਕਿ ਅੱਜ ਤੋਂ ਪਹਿਲਾਂ ਦਾ ਹੈ, ਇਹ ਮੈਂ ਸਰਟਨਲੀ ਨਹੀਂ ਕਹਿ ਸਕਦਾ, ਲੇਕਿਨ ਇਹਦੇ ਵਿੱਚ ਲਿਖਿਆ ਕੀ ਹੈ ਕਿ ਡਿਮਾਂਡ ਫॉर ਸੈਕਸ਼ੂਅਲ ਫੇਵਰਸ ਐਟਲੀਸਟ 10 ਕੇਸ ਮੋਲੈਸਟੇਸ਼ਨ ਦੀ ਡਿਟੇਲ ਮੈਂਸ਼ਨ ਕੀਤੀ ਗਈ ਹੈ। 2 ਪਰਚਿਆਂ ਦੇ ਵਿੱਚ ਜਿਹੜੇ ਬ੍ਰਿਜ ਭੂਸ਼ਣ ਜੀ ਤੇ ਹੋਏ ਹੈ, 2 ਪਰਚਿਆਂ ਦੇ ਵਿੱਚ 10 ਮੋਲੈਸਟੇਸ਼ਨ ਦੇ ਕੇਸ ਦਾ ਜ਼ਿਕਰ ਕੀਤਾ ਗਿਆ, ਖਬਰ ਕਹਿ ਰਹੀ ਹੈ। ਦੂਜੀ ਗੱਲ, ਤੁਹਾਨੂੰ ਯਾਦ ਹੋਊਗਾ ਜਿਨ੍ਹਾਂ ਨੂੰ ਰਾਮੋਵਾਲੀਆ ਸਾਹਿਬ ਬੱਚੇ ਕਹਿ ਰਹੇ ਹੈ ਨਾ,
ਰਾਮੂ ਵਾਲੀਆ ਸਾਹਿਬ ਉਹੀ ਬੱਚੀਆਂ ਉਹੀ ਬੱਚੇ ਜਦੋਂ ਨਿਊ ਪਾਰਲੀਮੈਂਟ ਬਿਲਡਿੰਗ ਦਾ ਇਨੋਗ੍ਰੇਸ਼ਨ ਹੋ ਰਿਹਾ ਸੀ ਨਾ, ਬਾਹਰ ਘੜੀਸੇ ਜਾ ਰਹੇ ਸੀਗੇ, ਬਾਹਰ ਉਹਨਾਂ ਨੂੰ ਆਪਣਾ ਘੜੀਸ ਕੇ ਬੱਸਾਂ 'ਚ ਪਾ ਕੇ ਡਿਟੇਨ ਕੀਤਾ ਜਾ ਰਿਹਾ ਸੀਗਾ। ਉਹ ਕੌਣ ਲੋਕ ਨੇ ਜੀ? ਉਹ ਸਾਡੀ ਦੇਸ਼ ਦੀ ਸ਼ਾਨ ਨੇ, ਸਾਡੇ ਦੇਸ਼ ਦਾ ਪ੍ਰਾਈਡ ਨੇ, ਜੋ ਸਾਡੇ ਲਈ ਮੈਡਲ ਲੈ ਕੇ ਆਏ ਹੈ, ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਹ ਲੋਕਾਂ ਨੂੰ ਉੱਥੇ ਧੱਕੇ ਖਾਣੇ ਪੈ ਰਹੇ, ਆਪਦੇ ਪਰਿਵਾਰਾਂ ਤੋਂ ਦੂਰ, ਆਪਦੇ ਫੈਮਿਲੀ ਤੋਂ ਦੂਰ, ਆਪਦੇ ਘਰਾਂ ਤੋਂ ਦੂਰ। ਉਹਨਾਂ ਦੀ ਗੱਲ ਤਾਂ ਕੀ ਸੁਣਨੀ ਸੀਗੀ? ਅਜੇ ਤੱਕ 2 ਪਰਚੇ ਦੇ ਬਾਵਜੂਦ ਧਾਰੀਵਾਲ ਸਾਹਿਬ ਨਾ ਤਾਂ ਬ੍ਰਿਜ ਭੂਸ਼ਣ ਜੀ ਨੂੰ ਅਰੈਸਟ ਕੀਤਾ ਗਿਆ ਤੇ ਨਾ ਹੀ ਉਹਨਾਂ ਦੇ ਅਹੁਦੇ ਤੋਂ ਉਤਾਰਿਆ ਗਿਆ। ਮੈਨੂੰ ਰਾਮੂ ਵਾਲੀਆ ਸਾਹਿਬ ਇੱਕ ਕੇਸ ਦੱਸ ਦੇਣ ਕਿ ਇੰਨੇ ਸੀਰੀਅਸ ਕੇਸ ਦੇ ਵਿੱਚ ਜਿੱਥੇ ਪਰਚਾ ਹੋਇਆ ਹੋਵੇ ਤੇ ਬੰਦਾ ਨਾ ਅਰੈਸਟ ਹੋਵੇ। ਧਾਲੀਵਾਲ ਸਾਹਿਬ ਛੋਟਾ ਸਾਈਕਲ ਚੋਰੀ ਹੋ ਜੇ ਨਾ ਤੇ ਪੁਲਿਸ ਨਾਲ ਦੀ ਨਾਲ ਬੰਦਾ ਅਰੈਸਟ ਕਰ ਲੈਂਦੀ ਹੈ, ਹਵਾਲਾ ਦੇ ਦਿੰਦੀ ਹੈ। ਤੇ ਉਹਨਾਂ ਤੇ ਏਡੇ ਵੱਡੇ ਵੱਡੇ ਕੇਸ ਹੈ, ਇੰਨੇ ਰੈਸਲਰਸ ਇਲਜ਼ਾਮ ਲਾ ਰਹੇ ਹੈ ਤੇ ਰੈਸਲਰਸ ਹੈ ਜੀ ਸਾਡੇ, ਉਹ ਕੋਈ ਆਪਣਾ ਮਤਲਬ ਐ ਤਾਂ ਹੈ ਨਹੀਂ, ਕੋਈ ਕਾਮਨਰ ਹੈ। ਉਹਨਾਂ ਨੇ ਦੇਸ਼ ਲਈ ਯੋਗਦਾਨ ਦਿੱਤਾ, ਉਹਨਾਂ ਨੂੰ ਪ੍ਰਾਇੋਰਟੀ ਤਾਂ ਦਿਓ ਤੁਸੀਂ। ਦੂਜੀ ਗੱਲ ਇਹ ਹੈ ਕਿ ਤੁਸੀਂ ਇਹ ਦੇਖੋ, ਇੱਕ ਸਿੰਪਲ ਜੀ ਗੱਲ, ਜਾਖੜ ਸਾਹਿਬ ਨੇ ਕਦੇ ਰੈਸਲਰ ਬਾਰੇ ਨਹੀਂ ਟਵੀਟ ਕੀਤਾ ਕਿ ਸਾਡੇ ਰੈਸਲਰਸ ਨੂੰ ਦਿੱਕਤ ਆ ਰਹੀ ਹੈ, ਸਾਡੇ ਰੈਸਲਰਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਜਾਖੜ ਸਾਹਿਬ ਨੇ ਟਵੀਟ ਕੀ ਕੀਤਾ? ਰਾਜਨੀਤੀ ਤੇ। ਇੱਥੋਂ ਪ੍ਰਾਇੋਰਟੀ ਜਾਖੜ ਸਾਹਿਬ ਦੀ ਕੀ ਹੈ, ਬੀਜੇਪੀ ਦੀ ਕੀ ਹੈ, ਝਲਕ ਰਹੀ ਹੈ। ਤੇ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਰੈਸਲਰਸ ਬਾਰੇ ਸੋਚਣਾ ਵੀ ਇਹ ਠੀਕ ਨਹੀਂ ਸਮਝਦੇ। ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸਾਨੂੰ ਇੰਨੀ ਗੱਲ ਦਾ ਜਵਾਬ ਦੇਵੇ ਕਿ ਬੀਜੇਪੀ, ਰਾਮੂ ਵਾਲੀਆ ਸਾਹਿਬ ਆਪ ਇੱਕ ਮਹਿਲਾ ਨੇ, ਕਿ ਰਾਮੂ ਵਾਲੀਆ ਸਾਹਿਬ ਤੁਹਾਡੇ ਹਿਸਾਬ ਨਾਲ ਜੋ ਮਹਿਲਾਵਾਂ ਨਾਲ ਹੋਇਆ, ਰੈਸਲਰ ਮਹਿਲਾਵਾਂ ਨਾਲ ਇਨੋਗ੍ਰੇਸ਼ਨ ਦੇ ਦਿਨ ਵਾਲੇ ਦਿਨ ਤੇ ਅਦਰਵਾਈਜ਼ ਉਹਨਾਂ ਨਾਲ ਹੋ ਰਿਹਾ, ਉਹਨਾਂ ਨੂੰ ਗੰਗਾ ਦੇ ਵਿੱਚ ਆਪਦੇ ਮੈਡਲ ਸਿੱਟਣੇ ਪਏ, ਜਿਹੜੇ ਮੈਡਲ ਨੂੰ ਲਿਆਉਣ ਲਈ ਕਿੰਨੀ ਮਸ਼ੱਕਤ ਮਿਹਨਤਾਂ ਕੀਤੀਆਂ, ਕਿ ਉਹ ਸਭ ਠੀਕ ਹੈ? ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤੁਹਾਨੂੰ ਨਹੀਂ ਸਟੈਂਡ ਲੈਣਾ ਚਾਹੀਦਾ ਨੈਤਿਕਤਾ ਦੇ ਆਧਾਰ ਤੇ, ਮੋਰਾਲਿਟੀ ਦੇ ਆਧਾਰ ਤੇ? ਕਿ ਤੁਹਾਨੂੰ ਨਹੀਂ ਆਪਦੀ ਪਾਰਟੀ ਨੂੰ ਕੰਡੈਮ ਕਰਨਾ ਚਾਹੀਦਾ, ਬ੍ਰਿਜ ਭੂਸ਼ਣ ਨੂੰ ਕੰਡੈਮ ਕਰਨਾ ਚਾਹੀਦਾ? ਕਿਉਂਕਿ ਇਹ ਆਈ ਐਮ ਅ ਲਾਇਰ ਮਾਈਸੈਲਫ, ਜੀਤਾ ਸਾਹਿਬ ਲਾਇਰ ਨੇ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਧਾਲੀਵਾਲ ਸਾਹਿਬ, ਕਿ ਪਰਚਾ ਹੋਇਆ ਹੋਵੇ ਏਡਾ ਸੀਰੀਅਸ ਤੇ ਬੰਦਾ ਅਰੈਸਟ ਨਾ ਹੋਵੇ, ਇੰਪੋਸੀਬਲ ਹੈ। ਇਹ ਸੈਂਟਰਲ ਗਵਰਨਮੈਂਟ ਇਹਨਾਂ ਦੀ ਹੈ, ਤਾਂ ਕਰਕੇ ਸਭ ਕੁਝ ਹੋ ਰਿਹਾ, ਸਭ ਕੁਝ। ਤੇ ਉਹਦੇ ਬਾਵਜੂਦ ਮਤਲਬ ਕਿ 10-10 ਮੋਲੈਸਟੇਸ਼ਨ ਦੇ ਕੇਸ ਦਾ ਜ਼ਿਕਰ ਹੋਵੇ 2 ਪਰਚਿਆਂ 'ਚ, ਉਹਦੇ ਬਾਵਜੂਦ ਕੁਝ ਨਾ ਹੋਵੇ। ਮੈਨੂੰ ਲੱਗਦਾ ਇਹ ਤੋਂ ਅਨਫੋਰਚੂਨੇਟ ਗੱਲ ਦੇਸ਼ ਲਈ ਕਦੇ ਇਹ ਤੋਂ ਜ਼ਿਆਦਾ ਵੱਡੀ ਹੋ ਨਹੀਂ ਸਕਦੀ। ਦੂਜੀ ਗੱਲ ਇਹ ਹੈ ਧਾਲੀਵਾਲ ਸਾਹਿਬ ਕਿ ਤੁਸੀਂ ਗੱਲ ਕੀਤੀ ਫਰੀडम ਆਫ ਪ੍ਰੈਸ ਇੰਡੈਕਸ ਦੀ। ਦੇਖੋ, ਫਰੀडम ਆਫ ਪ੍ਰੈਸ ਇੰਡੈਕਸ ਤੇ ਜੋ ਸੈਂਟਰ ਦੀ ਪਰਫਾਰਮੈਂਸ ਹੈ, ਦੇਸ਼ ਦੀ ਪਰਫਾਰਮੈਂਸ ਹੈ, 161 ਹੈ। ਪਾਕਿਸਤਾਨ ਤੇ ਬੰਗਲਾਦੇਸ਼ ਦੀ ਪਰਫਾਰਮੈਂਸ ਸਾਡੇ ਨਾਲੋਂ ਬਿਹਤਰ ਰਹੀ ਹੈ। ਜੇ ਸਟੇਟ ਦੇ ਵਿੱਚ ਫਰੀडम ਆਫ ਪ੍ਰੈਸ ਇੰਡੈਕਸ ਦਾ ਇੱਕ ਆંકੜਾ ਲਿਆ ਜਾਵੇ, ਇੱਥੇ ਸਟੈਟਸ ਕੋਡ ਕੀਤੇ ਜਾਣ, ਤੇ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਧੱਕਾ ਮੀਡੀਆ ਦੇ ਅਦਾਰੇ ਨਾਲ ਹੋ ਰਿਹਾ, ਮੀਡੀਆ ਦੀ ਇੰਸਟੀਟਿਊਸ਼ਨਸ ਨਾਲ ਹੋ ਰਿਹਾ। ਤੇ ਤੀਜੀ ਗੱਲ ਤੁਸੀਂ ਇਹ ਦੇਖੋ, ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੀ ਇਹ ਕੜੀ ਜੋੜਨ ਦੀ ਕੋਸ਼ਿਸ਼ ਕਰ ਰਿਹਾ ਵੀ ਕਦੇ ਉਧਰ ਤਾਂ ਨਹੀਂ ਕੁਝ ਹੋ ਰਿਹਾ ਜੀ। ਸ਼੍ਰੋਮਣੀ ਅਕਾਲੀ ਦਲ ਨਾਨ ਐਗਜ਼ਿਸਟੈਂਟ ਹੋ ਚੁੱਕਿਆ, ਉਹਨਾਂ ਦੇ ਲੀਡਰਸ ਗੋਲੀकांड ਦੇ ਵਿੱਚ ਸਮਨ ਹੋ ਚੁੱਕੇ, ਚਲਾਨ ਹੋ ਚੁੱਕੇ ਹੈ। ਤੇ ਉਹਦੇ ਬਾਵਜੂਦ ਜਿਹੜੀ ਪਾਰਟੀ ਮਤਲਬ ਹਾਸ਼ੀਏ ਤੇ ਆ ਗਈ ਹੈ, ਤਨਸੀਤਾ ਤੇ ਆ ਗਈ ਹੈ। ਹੁਣ ਏਲੀਅਨ ਤਾਂ ਆ ਸਕਦੇ ਹੈ, ਡਾਇਨਾਸੌਰ ਤਾਂ ਆ ਸਕਦੇ ਹੈ, ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਨਹੀਂ ਆਊਗਾ। ਇਹਨਾਂ ਨੇ ਆਪ ਬਿਆਨ ਦਿੱਤਾ ਸੀਗਾ ਕਿ ਜਿਹੜਾ ਬੇਅਦਬੀ ਮਾਮਲੇ ਤੇ ਪੋਲਿਟਿਕਸ ਕਰੇ ਉਹਦਾ ਕੱਖ ਨਾ ਰਵੇ। ਅੱਜ ਸ਼੍ਰੋਮਣੀ ਅਕਾਲੀ ਦਲ ਤਨਸੀਤਾ ਤੇ ਆ ਗਿਆ, ਜੋ 2 ਟਾਈਮ ਦੀ ਸੱਤਾ ਪਾਰਟੀ ਸੀ। ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ, ਬੀਜੇਪੀ 1984 ਦੀਆਂ ਗੱਲਾਂ ਕਰ ਰਹੀ ਹੈ। ਮੈਂ ਇਹਨਾਂ ਨੂੰ ਦੱਸਦਾ, 1984 ਜੋ ਹੋਇਆ ਉਹਦੀ ਮਾਫੀ ਮੰਗੀ ਕਾਂਗਰਸ ਪਾਰਟੀ ਨੇ ਤੇ ਪੰਜਾਬ ਨੇ ਮਾਫ ਕੀਤਾ, ਤਾਂ ਕਰਕੇ ਉਹ ਤੋਂ ਬਾਅਦ ਸਰਕਾਰਾਂ ਬਣੀਆਂ। ਜੇ ਮਾਫ ਨਾ ਕਰਦੇ ਤੇ ਸਰਕਾਰਾਂ ਨਾ ਬਣਦੀਆਂ। ਲੇਕਿਨ ਬੀਜੇਪੀ ਨੇ ਜਿਹੜੇ 700 ਕਿਸਾਨ ਸ਼ਹੀਦ ਕਰਵਾਏ, 1 ਸਾਲ ਕਿਸਾਨਾਂ ਦਾ ਖਰਾਬ ਕੀਤਾ, 6 ਵਾਅਦੇ ਕਰਕੇ ਘਰੇ ਭੇਜਿਆ, ਉਹਨਾਂ ਚੋਂ ਇੱਕ ਵੀ ਡਿਲੀਵਰ ਨਹੀਂ ਅਜੇ ਤੱਕ ਕੀਤਾ। ਤੇ ਤੁਹਾਨੂੰ ਬੀਜੇਪੀ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਪਰਫਾਰਮੈਂਸ ਆਪਦੀ ਹਰੇਕ ਥਾਂ ਦੇਖੀ ਹੈ। ਪੰਜਾਬ 'ਚ ਜਲੰਧਰ 'ਚ ਵੀ ਹਾਰੇ, ਸੰਗਰੂਰ 'ਚ ਵੀ ਹਾਰੇ, ਤੁਸੀਂ ਹੋਰ ਸੂਬਿਆਂ 'ਚ ਵੀ ਹਾਰ ਰਹੇ ਹੋ। ਹਿਮਾਚਲ ਵੀ ਹਾਰ ਗਏ, ਕਰਨਾਟਕਾ ਵੀ ਹਾਰ ਗਏ, ਦਿੱਲੀ ਐਮਸੀਡੀ ਹਾਰ ਗਏ, ਸ਼ਿਮਲਾ ਕਾਰਪੋਰੇਸ਼ਨ ਹਾਰ ਗਏ, ਕੌਮੀ ਵੀ ਹਾਰਨ ਜਾ ਰਹੀ ਹੈ। ਇਹ ਜਿਹੜਾ ਹਾਊਸ ਆਫ ਕਾਰਡ ਖੜਾ ਕੀਤਾ ਨਾ ਝੂਠ ਦੇ ਬੇਸਿਸ ਤੇ, ਫਾਲਸ ਪ੍ਰੋਮਿਸਿਸ ਦੇ ਬਲਬੂਤੇ ਤੇ, ਉਹ ਹਾਊਸ ਆਫ ਕਾਰਡ ਸਾਰਾ ਹੈ ਢਊਗਾ ਇਨ ਵਨ ਗੋ। ਤੀਜੀ ਗੱਲ ਇਹ ਹੈ ਕਿ ਬੀਜੇਪੀ ਨੇ ਤੁਸੀਂ ਇਹ ਦੇਖੋ ਕਿ ਸਿਰਫ ਮੀਡੀਆ ਨਾਲ ਨਹੀਂ ਇਹ ਕੀਤਾ। ਜੇ ਦੇਸ਼ ਦੀ ਕੋਈ ਆਪੋਜੀਸ਼ਨ ਪਾਰਟੀ ਇਹਨਾਂ ਦੇ ਖਿਲਾਫ ਬੋਲਦੀ ਹੈ, ਇਹਨਾਂ ਦੀ ਤਾਲ ਨਾਲ ਤਾਲ ਸੁਰ ਨਾਲ ਸੁਰ ਨਹੀਂ ਮਿਲਾਉਂਦੀ, ਚਾਹੇ ਮਮਤਾ ਬੈਨਰਜੀ ਹੋਵੇ, ਉਹ ਤੇ ਕੇਸ ਹੋ, ਉਹਨਾਂ ਦੇ ਨੈਫਿਊ ਅਭਿਸ਼ੇਕ ਬੈਨਰਜੀ ਤੇ ਕੇਸ ਹੋ ਗਿਆ। ਉਹ ਤੋਂ ਬਾਅਦ ਸ਼ਰਦ ਪਵਾਰ ਸਾਹਿਬ ਤੇ, ਉਹਨਾਂ ਦੇ ਰਿਲੇਟਿਵ ਤੇ, MK ਸਟਾਲਿਨ ਸਾਹਿਬ ਦੀ ਬੇਟੀ ਤੇ, ਚਰਨਜੀਤ ਚੰਨੀ ਸਾਹਿਬ ਤੇ, ਅਰਵਿੰਦ ਕੇਜਰੀਵਾਲ ਸਾਹਿਬ ਤੇ, ਮਨੀਸ਼ ਸਿਸੋਦੀਆ ਸਾਹਿਬ ਤੇ ਹੋਰ ਕਿੰਨੇ ਸਾਰੇ ਲੀਡਰ। ਸੋ ਬੇਸਿਕਲੀ ਬੀਜੇਪੀ ਦਾ ਇੱਕ ਵੀ ਲੀਡਰ ਨਹੀਂ ਜਿੱਤੇ IT ED CBI ਦਾ ਕੇਸ ਪੈਂਡਿੰਗ ਹੋਵੇ। ED ਦਾ ਕਨਵਿਕਸ਼ਨ ਰੇਟ 0.05% ਹੈ ਤੇ 95% ਕੇਸ ਜੋ ED CBI ਵਰਗੀ ਸੈਂਟਰਲ ਏਜੰਸੀ ਰਜਿਸਟਰ ਕਰਦੀ ਹੈ, ਅਲੈਜਡਲੀ
95% ਆਪੋਜੀਸ਼ਨ ਪਾਰਟੀਆਂ ਦੇ ਖਿਲਾਫ ਹੈ। ਸੋ ਇਹ ਕੀ ਕਰ ਰਿਹਾ ਜੀ ਮੀਡੀਆ ਦਾ, ਆਪੋਜੀਸ਼ਨ ਦਾ, ਉਹਨਾਂ ਦੀ ਆਵਾਜ਼, ਉਹਨਾਂ ਦੇ ਹਿਊਮਨ ਰਾਈਟਸ, ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਸਾਰੇ ਦਬਾਉਣ ਦੀ, ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਦਾ ਜਵਾਬ ਇਹਨਾਂ ਨੂੰ ਦੂਜੀਆਂ ਸਟੇਟਸ ਦੇ ਵਿੱਚ ਜਿੱਥੇ ਬੀਜੇਪੀ ਹਾਰੀ ਹੈ ਉੱਥੇ ਮਿਲਿਆ ਹੈ। ਠੀਕ ਹੈ, ਮੇਰਾ ਤਾਂ ਇੰਨਾ ਹੀ ਕਹਿਣਾ ਜੀ, ਇੱਥੇ ਪ੍ਰਾਇੋਰਟੀ ਸਭ ਦੀ ਰੈਸਲਰਸ ਵਾਲਾ ਇਸ਼ੂ ਹੋਣਾ ਚਾਹੀਦਾ ਡਿਬੇਟ ਦੇ ਵਿੱਚ ਵੀ। ਆਪਾਂ ਜਾਖੜ ਸਾਹਿਬ ਵਾਲੀ ਗਲਤੀ ਨਾ ਕਰੀਏ, ਛੋਟੀਆਂ ਗੱਲਾਂ ਨੂੰ ਕੋਟ ਕਰਕੇ ਤੇ ਵੱਡੀਆਂ ਗੱਲਾਂ ਨੂੰ ਇਗਨੋਰ ਕਰਨਾ। ਮੇਰਾ ਇੱਕ ਸਵਾਲ ਤਾਂ ਰਹੇਗਾ, ਪਰ ਉਸ ਤੋਂ ਪਹਿਲਾਂ ਜਿਹੜੇ ਤੁਸੀਂ ਸਵਾਲ ਮੈਡਮ ਨੂੰ ਪਾਏ ਆ ਉਹਨਾਂ ਦੇ ਜਵਾਬ ਮੈਂ ਲੈ ਲੈਣਾ, ਪਰ ਮੇਰਾ ਸਵਾਲ ਜ਼ਰੂਰ ਤੁਹਾਨੂੰ ਖੜਿਆਲ ਸਾਹਿਬ ਰਹੇਗਾ। ਹਾਂਜੀ ਮੈਡਮ ਰਾਮੂ ਵਾਲੀ ਜੀ। ਖੜਿਆਲ ਸਾਹਿਬ ਵੈਸੇ ਹੱਸੋਹੀਣ ਗੱਲ ਲੱਗਦੀ ਆ ਕਿ ਜਿਹਨੂੰ ਸਾਰੇ ਦੇਸ਼ 'ਚ ਛੁੱਟੀ ਹੋ ਗਈ ਹੋਵੇ ਉਹ ਸਾਨੂੰ ਇੱਕ ਦੋ ਸਟੇਟਾਂ ਹਾਰ ਕੇ ਤੇ ਮੇਰੇ ਮਾਰ ਰਹੇ ਨੇ। ਹੱਸੋਹੀਣ ਗੱਲ ਲੱਗਦੀ ਆ ਛੋਟੇ ਵੀਰ, ਪਰ ਕੋਈ ਗੱਲ ਨਹੀਂ। ਔਰ ਦੂਜੀ ਗੱਲ ਹੈ ਕਿ ਕਿਸਾਨਾਂ, ਤੁਸੀਂ ਐਮਰਜੈਂਸੀ ਦੇ ਜਾਂ ਸਾਡੇ 1984 ਦੇ ਮਾਫੀ ਨਹੀਂ ਤੁਹਾਨੂੰ ਮਿਲ ਸਕਦੀ। ਤੁਸੀਂ ਸਾਡੀ ਨਸਲ ਕੁਸ਼ੀ ਕੀਤੀ ਆ। ਜੇ ਸਾਡੇ ਕਿਸਾਨ ਵੀ ਬੈਠੇ ਸਨ ਤਾਂ 3 ਕਾਨੂੰਨ ਵਾਪਸ ਲੈ ਗਏ, ਉਹਨਾਂ ਨੂੰ ਗੱਲ ਨਾਲ ਲਾਇਆ ਗਿਆ। ਜੋ ਪ੍ਰਧਾਨ ਮੰਤਰੀ ਜੀ ਨੇ ਸਿੱਖਾਂ ਲਈ ਕੀਤਾ ਉਹ ਦੁਨੀਆ 'ਚ ਅੱਜ ਤੱਕ ਨਹੀਂ ਕੀਤਾ। ਤੁਹਾਡੇ ਮਾਨਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਵੀ ਨਹੀਂ ਕਰ ਸਕੇ, ਹਾਲਾਂਕਿ ਉਹ ਸਿੱਖ ਪ੍ਰਧਾਨ ਮੰਤਰੀ ਸੀ। ਤਾਂ ਤੁਸੀਂ ਇਸ ਮੁੱਦੇ ਤੱਕ ਨਾ ਜਾਓ। ਦੂਜੀ ਗੱਲ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੇ ਕਿਤੇ ਫਿਸ਼ੀ ਨਜ਼ਰ ਆ ਰਿਹਾ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜੱਫੀ ਪਊਗੀ, ਪਰ ਬੀਜੇਪੀ ਦੀ ਨਹੀਂ ਪੈਂਦੀ ਕਿਸੇ ਨਾਲ, ਨਾ ਅਕਾਲੀ ਦਲ ਦੇ ਨਾਲ, ਨਾ ਹੋਰ ਕਿਸੇ ਨਾਲ। ਲਾਈਟ ਗਈ ਜੀ ਬੀਜੇਪੀ ਦੀ। ਸੋ ਮੈਂ ਇੱਕ ਗੱਲ ਦਾ ਜਵਾਬ ਦੇ ਰਾਮੋਵਾਲੀਆ ਸਾਹਿਬ ਦਾ ਜੀ ਕਿ ਤੁਸੀਂ ਪੰਜਾਬ ਤੇ ਸਿੱਖਾਂ ਦੀ ਗੱਲ ਕਰਦੇ ਹੋ ਤੇ 45,000 ਕਰੋੜ ਰੁਪਏ ਦਾ ਪੈਕੇਜ ਤੁਸੀਂ ਕਿਹਾ ਸੀ ਦਵਾਂਗੇ ਪੰਜਾਬ ਨੂੰ, ਤੁਸੀਂ 45 ਰੁਪਏ ਨਹੀਂ ਦਿੱਤੇ। ਜਦੋਂ ਮੋਦੀ ਸਾਹਿਬ ਦਾ ਦੌਰਾ ਸੀਗਾ ਤੁਸੀਂ ਬਜਟ ਐਲੋਕੇਸ਼ਨ ਨਹੀਂ ਕੀਤੀ, ਤੁਸੀਂ ਵੈਲਿਊ ਕੱਟ ਤੇ ਐਗਜ਼ੈਂਪਸ਼ਨ ਨਹੀਂ ਦਿੱਤੀ, ਤੁਸੀਂ ਸਾਡੇ ਆਰਡੀਐਫ ਦੇ ਫੰਡ ਰੋਕ ਲਏ, ਤੁਸੀਂ ਐਨਐਚਐਮ ਦੇ ਫੰਡ ਰੋਕ ਲਏ। ਮੈਂ ਕਿਹੜੇ ਫੰਡ ਕਰਾਵਾਂ? ਚਲੋ ਮੇਰੀ ਗੱਲ ਲੈ ਲਓ। ਚਲੋ ਹੁਣ ਤਾਂ ਹੈ ਹੀ ਨਹੀਂ ਹੈਗੇ, ਹੁਣ ਤਾਂ ਜਦੋਂ ਲਾਈਟ ਹੀ ਚਲੀ ਗਈ ਹੈ ਜੀ। ਤੁਸੀਂ ਗੱਲ ਕਹਿਤੀ ਹੈ, ਤੁਸੀਂ ਮੈਨੂੰ ਇੱਕ ਗੱਲ ਕਹੀ ਕਿ ਮੁੱਦਾ ਕਿਹੜਾ ਇੰਪੋਰਟੈਂਟ ਹੈ। ਤੁਸੀਂ ਗੱਲ ਕਹੀ ਸੀ ਨਾ ਆਪਣੀ ਇਸ ਤੀਜੀ ਤਕਰੀਰ ਦੇ ਦੌਰਾਨ ਕਿ ਮੁੱਦਾ ਤਾਂ ਰੈਸਲਰਸ ਦਾ ਹੋਣਾ ਚਾਹੀਦਾ ਸੀ। ਅਸੀਂ ਗੱਲ ਟਵੀਟ ਦੀ ਕਰ ਰਹੇ ਹਾਂ। ਮੈਂ ਟਵੀਟ ਦੀ ਗੱਲ ਇਸ ਕਰਕੇ ਕਰ ਰਿਹਾ, ਟਵੀਟ ਦੇ ਅੰਦਰ ਪਈ ਜਿਹੜੀ ਕਾਸਟਿਜ਼ਮ ਕਾਂਗਰਸੀਆਂ ਦੇ ਅੰਦਰ ਝਲਕਦੀ ਹੈ ਖੜਿਆਲ ਸਾਹਿਬ, ਉਸ ਦੀ ਗੱਲ ਹੈ। ਉਸ ਦੇ ਅੰਦਰ ਚੌਧਰੀ, ਅਸਲੀ ਚੌਧਰੀ ਹੋਣ ਦੀ ਗੱਲ ਕਿਹਨੇ ਕੀਤੀ ਹੈ? ਐਟਲੀਸਟ ਚੌਧਰੀਆਂ ਤਾਂ ਪਹਿਲਵਾਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਸੀ। ਅਸੀਂ ਉੱਥੇ ਵੀ ਜਾਤੀਵਾਦ ਲੱਭ ਰਹੇ ਹਾਂ। ਇੱਕ ਸੈਕਿੰਡ ਧਾਲੀਵਾਲ ਸਾਹਿਬ, ਇਹ ਤੁਹਾਨੂੰ ਲੱਗਦਾ ਵੀ ਕਾਸਟਿਜ਼ਮ ਹੋ ਰਿਹਾ? ਇਹ ਤੁਹਾਡਾ ਸਟੈਂਡ ਹੈ? ਕਿਉਂਕਿ ਹੋਰ ਕਿਸੇ ਪਾਰਟੀ ਨੇ ਇਹ ਸਟੈਂਡ ਨਹੀਂ ਲਿਆ। ਇਹ ਤੁਹਾਡਾ ਸਟੈਂਡ ਹੈ ਧਾਲੀਵਾਲ? ਨਹੀਂ ਮੇਰਾ ਸਟੈਂਡ ਨਹੀਂ ਹੈ। ਮੈਂ ਬੀਇੰਗ ਅ ਜਰਨਲਿਸਟ ਇੱਕ ਤੁਹਾਡੇ ਤੋਂ ਕੁਐਸਚਨ ਕਰ ਰਿਹਾ ਵੀ ਉਸ ਟਵੀਟ ਦੇ ਅੰਦਰ ਚੌਧਰੀ ਤੇ ਅਸਲੀ ਚੌਧਰੀ, ਨਕਲੀ ਚੌਧਰੀ ਦੀ ਗੱਲ ਕਿਉਂ ਹੋਈ ਕਿ ਐਟਲੀਸਟ ਚੌਧਰੀ ਨੂੰ ਖੜਾ ਹੋਣਾ ਚਾਹੀਦਾ ਸੀ। ਇਹ ਕਿੱਥੋਂ ਹੋ ਗਿਆ? ਖਿਡਾਰੀ ਤਾਂ ਖਿਡਾਰੀ ਹੁੰਦਾ, ਦੇਸ਼ ਦਾ ਮਾਣ ਹੁੰਦਾ। ਬਿਲਕੁਲ ਹੁੰਦਾ। ਖਿਡਾਰੀ ਤਾਂ ਕਦੇ ਉਹਨੂੰ ਚੌਧਰੀ ਦੇ ਨਾਲ ਕਿਉਂ ਜੋੜਿਆ ਗਿਆ? ਮੈਂ ਦੱਸਦਾ ਕਿਉਂ ਹੁੰਦਾ ਹੈ। ਕਿਉਂਕਿ ਜੀਦਾ ਸਾਹਿਬ ਹੁਣ ਬੈਠੇ ਨੇ, ਬੜੇ ਮਾਨਯੋਗ ਨੇ, ਮੇਰੇ ਵੱਡੇ ਭਰਾ ਨੇ। ਉਹਨਾਂ ਨੇ ਵੀ ਇੱਕ ਗੱਲ ਕਹੀ ਹੈ ਨਾ ਵੀ ਰਾਮੂਵਾਲੀਆ ਸਾਹਿਬ ਤੁਸੀਂ ਮਹਿਲਾ ਹੋ, ਇੱਕ ਲੇਡੀ ਹੋ, ਤੁਹਾਨੂੰ ਐਟਲੀਸਟ ਲੇਡੀ ਰੈਸਲਰਸ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਉਹ 'ਚ ਕੋਈ ਗਲਤ ਗੱਲ ਤਾਂ ਹੈ ਨਹੀਂ, ਸਮਰਥਨ ਤਾਂ ਸਭ ਦਾ ਹੀ ਹੋਣਾ ਚਾਹੀਦਾ ਹੈ। ਲੇਕਿਨ ਸਪੈਸ਼ਲੀ ਵੈਨ ਯੂ ਆਰ ਕਨੈਕਟਡ ਤੇ ਉਦੋਂ ਤਾਂ ਜ਼ਰੂਰ ਤੁਹਾਨੂੰ ਐਟਲੀਸਟ ਸਟੈਂਡ ਕਰਨਾ ਚਾਹੀਦਾ ਹੈ। ਮਤਲਬ ਇੱਕ ਮਹਿਲਾ ਨੂੰ ਮਹਿਲਾ ਦੇ ਨਾਲ ਇੱਕ ਅੱਛੇ ਕੌਜ਼ ਤੇ ਸਭ ਨੂੰ ਇਕੱਠੇ ਇਕਜੁੱਟ ਹੋ ਕੇ ਖੜੇ ਹੋਣਾ ਚਾਹੀਦਾ ਹੈ। ਕਿਉਂਕਿ ਕੌਜ਼ ਇੱਥੇ ਰੈਸਲਰਸ ਦਾ ਹੈ, ਕੌਜ਼ ਉਹਨਾਂ ਦੇ ਨਾਲ ਦੁਰਵਿਵਹਾਰ ਦਾ ਹੈ, ਕੌਜ਼ ਉਹਨਾਂ ਨੂੰ ਘੜੀਸਣ ਦਾ ਹੈ, ਕੌਜ਼ ਉਹਨਾਂ ਨੂੰ ਡਿਟੇਨ ਕਰਨ ਦਾ ਹੈ, ਕੌਜ਼ ਉਹਨਾਂ ਦੇ ਮੈਡਲ ਜਿਹੜੇ ਉਹਨਾਂ ਨੂੰ ਸਿੱਟਣੇ ਪਏ ਵਿਚਾਰਿਆਂ ਨੂੰ। ਮਤਲਬ ਧਾਲੀਵਾਲ ਸਾਹਿਬ ਕੀ ਬੀਤੀ ਹੋ ਵਿਚਾਰਾ ਰੈਸਲਰਸ ਤੇ, ਕੀ ਬੱਚੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਬੇਟੀਆਂ, ਬੇਟੀ ਬਚਾਓ ਬੇਟੀ ਪੜਾਓ। ਰਾਮੂਵਾਲੀਆ ਸਾਹਿਬ ਕਿੱਧਰ ਗਿਆ ਤੁਹਾਡਾ ਨਾਰਾ? ਇੱਥੇ ਬੇਟੀ ਨੂੰ ਨਾ ਪੜਾ ਰਹੇ ਹੋ, ਨਾ ਬੇਟੀ ਨੂੰ ਬਚਾ ਰਹੇ ਹੋ। ਚਲੋ ਨਹੀਂ ਗੱਲ ਸੁਣ ਲਓ ਖੜਿਆਲ ਸਾਹਿਬ ਕੀ ਕਹਿ ਰਹੇ, ਇੱਕ ਵਾਰੀ ਗੱਲ ਤਾਂ ਸੁਣ ਲਓ। ਅੰਦਰ ਦੋ ਆਮ ਸੋ ਸੌਰੀ ਮੇਰੀ ਲਾਈਟ ਚਲੀ ਗਈ ਸੀ। ਮੈਂ ਕਹਿ ਰਹੀ ਹਾਂ ਕਿ ਜਦੋਂ ਇਹਨਾਂ ਦਾ ਕੇਸ ਕੋਰਟ ਦੇ ਵਿੱਚ ਆ, ਮਾਮਲਾ ਕੋਰਟ 'ਚ ਹੋਵੇ ਔਰ ਉਹਦਾ ਫੈਸਲਾ ਹੋ ਜਾਏਗਾ, ਜੇ ਕਿਸੇ ਨੇ, ਅਰਸ਼ਦੀਪ ਫਿਰ ਸੁਣ ਲਓ, ਦੁਬਾਰਾ ਨਾ ਰਿਪੀਟ ਕਰਵਾਇਓ ਮੈਥੋਂ, ਕਿ ਜੇ ਕਿਸੇ ਨੇ ਬੱਚੀਆਂ ਦੇ ਨਾਲ ਦੁਰਘਟਨਾ ਕੀਤੀ ਜਾਂ ਗਲਤ ਕੀਤਾ, ਉਸ ਬੰਦੇ ਨੂੰ 1% ਸਜ਼ਾ ਮਿਲੂਗੀ ਬਣਦੀ ਕਾਨੂੰਨ ਮੁਤਾਬਕ। ਔਰ ਇਹਨੂੰ ਕੋਈ ਗੱਲ ਨਹੀਂ ਰੋਕ ਸਕਦੀ। ਅਰੈਸਟ ਕਿਉਂ ਨਹੀਂ ਹੋਇਆ? ਅਰੈਸਟ ਹੋ ਜਾਏਗਾ ਜਦੋਂ ਮਸਲਾ ਕੋਰਟ ਦੇ ਵਿੱਚ ਆ। ਲੋਕੀ ਸਟੇ ਵੀ ਲੈਂਦੇ, ਤੁਸੀਂ ਜ਼ਿਆਦਾ ਸਿਆਣੇ ਹੋ। ਤੁਸੀਂ ਤਾਂ ਲੋਇਆ ਸਟੇ ਤਾਂ ਹੈ ਨਹੀਂ ਉਹਨਾਂ ਕੋਲੇ, ਸਟੇ ਹੈ ਉਹਨਾਂ ਕੋਲੇ, ਐਂਟੀਸਿਪੇਟਰੀ ਬੇਲ ਹੈ ਉਹਨਾਂ ਕੋਲੇ।
नहीं मैंने नहीं पता, थोड़ा ज्यादा पता होंगे इस गल बारे। मैंने इस बात नहीं है, नहीं है। एफआईआर होगी, कोई कार्रवाई नहीं हो रही। एक गल मैं ਤੁਹਾਨੂੰ ਉਹ ਕਹਿਣਾ ਚਾਹੁੰਦੀ ਆ ਅਰਸ਼ਦੀਪ ਕਿ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਰੇ ਦੇਸ਼ 'ਚ ਇੱਕ ਦੂਜੇ ਨੂੰ ਫੁੱਲ ਦੇ ਰਹੇ ਆ ਤੇ ਤੁਸੀਂ ਜੁਆਇਨ ਕਰਨਾ ਇੱਕ ਦੂਜੇ ਨੂੰ, ਅਸੀਂ ਨਹੀਂ ਕਰਨਾ। ਜੱਫੀਆਂ ਛੋਟੀਆਂ ਪੈ ਰਹੀਆਂ ਇਸ ਲਈ ਕਿ ਸ਼ਾਇਦ ਅਕਾਲੀ ਦਲ ਦੇ ਨਾਲ ਲਗਾ ਲਓ। ਜਵਾਬ ਦਿੰਨਾ ਹੈ, ਜੇ ਜੱਫੀਆਂ ਪੈ ਰਹੀਆਂ ਹੁੰਦੀਆਂ ਨਾ ਰਾਮੂਵਾਲੀਆ ਸਾਹਿਬ ਤੇ ਪਰਚੇ ਨਾ ਹੋ ਰਹੇ ਹੁੰਦੇ ਸਾਡੇ ਲੀਡਰਾਂ ਤੇ, ਪੋਲੀਟੀਕਲ ਵੈਂਡੇਟਾ ਨਾ ਹੋ ਰਿਹਾ ਹੁੰਦਾ। ਆਮ ਆਦਮੀ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪੁਰਜ਼ੋਰ ਕੋਸ਼ਿਸ਼ ਵੀ ਕਾਂਗਰਸ ਪਾਰਟੀ ਦਾ ਗ੍ਰਾਫ ਬਹੁਤ ਉੱਤੇ ਜਾ ਰਿਹਾ ਬੜੀ ਤੇਜ਼ੀ ਦੇ ਨਾਲ ਸਟੇਟਸ ਦੇ ਵਿੱਚ। ਇਹਨਾਂ ਨੂੰ ਦਬਾ ਲਈਏ, ਕਾਬੂ ਕਰ ਲਈਏ। ਕਾਬੂ ਆਵਾਂਗੇ ਨਹੀਂ ਕਿਉਂਕਿ ਪਰਚੇ ਬੜੇ ਕੁਐਸ਼ ਵੀ ਹੋ ਗਏ, ਬੇਲਾਂ ਤੇ ਵੀ ਆ ਗਏ, ਇਹਨਾਂ ਦੇ ਲੀਡਰ ਨਹੀਂ ਆ ਰਹੇ। ਲੇਕਿਨ ਮੇਰਾ ਸਵਾਲ ਰਾਮੂਵਾਲੀਆ ਸਾਹਿਬ, ਇੱਕ ਸਵਾਲ ਹੈ ਰਾਮੂਵਾਲੀਆ ਸਾਹਿਬ, ਜਿਹੜੀਆਂ ਬੇਟੀਆਂ ਦੇਸ਼ ਦੀਆਂ, ਬਸ ਇੰਨੀ ਗੱਲ ਦੱਸ ਦਿਓ ਕਿ ਪਰਚਾ ਇੱਕ ਸੈਕਿੰਡ ਰਾਮੂਵਾਲੀਆ ਸਾਹਿਬ, ਜਾਇਜ਼ ਗੱਲ ਕਰੂੰਗਾ, ਬੜੀ ਜਾਇਜ਼ ਗੱਲ ਕਰੂੰਗਾ, ਇੱਕ ਲਾਈਨ ਸਮਾਪਤ ਕਰ ਰਹੇ ਹਾਂ। ਜਿਹੜੀਆਂ ਸਾਡੇ ਭਾਰਤ ਦੀਆਂ ਬੇਟੀਆਂ, ਮੈਂ ਬਸ ਇੰਨੀ ਗੱਲ ਜਾਣਨਾ ਚਾਹਣਾ ਜੇ ਉਹਨਾਂ ਨੇ ਇੱਕ ਇਸ਼ੂ ਰੇਸ ਕੀਤਾ ਹੈ, ਉਹ ਰੈਸਲਰਸ ਨੇ, ਦੇਸ਼ ਲਈ ਖੇਡੀਆਂ ਨੇ, ਲੜੀਆਂ ਨੇ, ਮਿਹਨਤਾਂ ਕੀਤੀਆਂ, ਜੇ ਉਹਨਾਂ ਨੇ ਕਿਹਾ ਤੇ ਪਰਚਾ ਹੋਇਆ ਤੇ ਫॉर द ਟਾਈਮ ਬੀਇੰਗ ਜਿੰਨਾ ਚਿਰ ਉਹ ਇਨੋਸੈਂਟ ਨਹੀਂ ਪਾਏ ਜਾਂਦੇ, ਨਹੀਂ ਬਰੀ ਹੁੰਦੇ, ਕੁਇਟ ਹੁੰਦੇ, ਕਿ ਉਹਨਾਂ ਨੂੰ ਅਹੁਦੇ ਤੋਂ ਨਹੀਂ ਲਾਂਭੇ ਕਰ ਦੇਣਾ ਚਾਹੀਦਾ। ਤੁਸੀਂ ਇਹ ਕਿਉਂ ਨਹੀਂ ਕਰ ਰਹੇ? ਤੁਸੀਂ ਇਸ ਗੱਲ ਦਾ ਜਵਾਬ देखो मैनू पूरी हमदर्दी है, ये मेरे वास्ते तो है नहीं, वो तो वड्डियां ने करना, जो उन्होंने दसना भी किदों करना किदों नहीं। तुसी दस दो छोटे वास्ते तो तुसी हटा लो तुसी उन्हां दी निंदा करो, फिर तुसी उन्हां दी निंदा करो। थोड़ी भी चिकड़े हो गए कांग्रेस ऐसे करके दूजे नु ना कहो। मैं कहता एक बारी उन्हां दी निंदा ना करो ना, फिर आपने सीनियर लीडर्स दी जे नहीं कुछ कर रहे, पूरी सजा मिलेगी। लेट मी स्पीक, जे बंदा दोषी पाया गया ਉਹਨੂੰ ਪੂਰੀ ਸਜ਼ਾ ਮਿਲੇਗੀ, ਉਹਦੇ ਵਿੱਚ ਕੋਈ ਗੌਰ ਨਹੀਂ। ਦੋਸ਼ੀ ਇੱਕ ਸੈਕਿੰਡ ਰਾਮੂਵਾਲੀਆ ਸਾਹਿਬ, 5 ਸਾਲ ਕੇਸ ਚੱਲੂਗਾ, ਸੋ 5 ਸਾਲ ਉਹ ਅਹੁਦੇ ਤੇ ਬਰਕਰਾਰ ਰਹਿਣ। ਕੀ ਨੈਤਿਕਤਾ ਦੇ ਆਧਾਰ ਤੇ, ਮੋਰੈਲਿਟੀ ਦੇ ਆਧਾਰ ਤੇ ਤੁਹਾਨੂੰ ਨਹੀਂ ਉਹਨਾਂ ਨੂੰ ਐਟਲੀਸਟ ਪ੍ਰੈਜ਼ੀਡੈਂਟਸ਼ਿਪ ਤੋਂ ਤਾਂ ਲਾ ਦਿਓ, ਉਹਨਾਂ ਨੂੰ ਅਹੁਦੇ ਤੋਂ ਤਾਂ ਉਤਾਰ ਦਿਓ, ਨਹੀਂ ਅੰਦਰ ਦੇਣਾ ਨਾ ਦਿਓ, ਪਰ ਅਹੁਦੇ ਤੋਂ ਤਾਂ ਉਤਾਰ ਦਿਓ ਜਿੰਨਾ ਚਿਰ ਉਹਨਾਂ ਨੂੰ ਇਨੋਸੈਂਟ ਨਹੀਂ ਪਾਇਆ ਜਾਂਦਾ। ਅਸੀਂ ਇੰਨੀ ਗੱਲ ਕਹਿੰਦੇ, ਤੁਸੀਂ ਜ਼ੀਰੋ ਟੋਲਰੈਂਸ ਦੀਆਂ ਗੱਲਾਂ ਕਰਦੇ ਹੋ, ਤੁਸੀਂ ਮੋਰੈਲਿਟੀ ਦੀਆਂ ਗੱਲਾਂ ਕਰਦੇ ਹੋ। ਏਡਾ ਵੱਡਾ ਇਸ਼ੂ ਹੈ, ਪਰਚਿਆਂ ਦੇ ਵਿੱਚ ਜ਼ਿਕਰ ਹੈ, ਉਹ ਰਿਕਾਰਡ ਗੱਲਾਂ ਹੈ, ਉਹਦੇ ਬਾਵਜੂਦ ਤੁਸੀਂ ਅੰਦਰ ਨਹੀਂ ਦੇਣ ਨੂੰ ਤਾਂ ਠੀਕ ਹੈ। ਐਟਲੀਸਟ ਉਹਨਾਂ ਨੂੰ ਪ੍ਰੈਜ਼ੀਡੈਂਟਸ਼ਿਪ ਤੋਂ ਉਤਾਰੋ ਤਾਂ ਕਿ ਆਉਣ ਵਾਲੀਆਂ ਮਹਿਲਾਵਾਂ, ਆਉਣ ਵਾਲੇ ਸਾਡੀ ਮਹਿਲਾ ਪਲੇਅਰਸ, ਸਾਡੇ ਹੋਰ ਪਲੇਅਰਾਂ ਨੂੰ ਉਹਦੇ ਥਰੂ ਜਾਣਾ ਨਾ ਪਵੇ ਜੋ ਪਹਿਲਾਂ ਵਾਲੇ ਪਲੇਅਰ ਗਏ ਹੈ। ਤੇ ਮੈਨੂੰ ਨਹੀਂ ਲੱਗਦਾ ਤੁਸੀਂ ਹੁਣ ਇੱਥੇ ਇੱਕ ਗੱਲ ਕਹੀ ਸੀਨੀਅਰ ਲੀਡਰਸ ਨੇ ਕਰਨਾ, ਮੈਂ ਤਾਂ ਕਰਨਾ ਨਹੀਂ ਜੀ। ਜੇ ਸੀਨੀਅਰ ਲੀਡਰਸ ਨੇ ਕਰਨਾ ਤੇ ਨਹੀਂ ਕਰ ਰਹੇ, ਉਹਨਾਂ ਦੀ ਨਿੰਦਾ ਕਰੋ, ਡਿਬੇਟ ਦੇ ਵਿੱਚ ਉਹਨਾਂ ਨੂੰ ਕੰਡੈਮ ਕਰੋ, ਤੇ ਉਹਨਾਂ ਨੇ ਜੋ ਨਹੀਂ ਕੀਤਾ ਉਹਦੀ ਨਿੰਦਾ ਕਰੋ ਤੇ ਆਪਣੇ ਲੀਡਰਸ ਤੱਕ ਮੈਸੇਜ ਪਹੁੰਚਾਓ ਕਿ ਤੁਸੀਂ ਬਹੁਤ ਗਲਤ ਹੋ, ਉਹਨੇ ਦੋਹਰੇ ਮਾਰ ਰਹੇ ਨੇ। ਆ ਸਿਆਣੀ ਗੱਲ ਹੈ, ਸ਼ਾਬਾਸ਼ ਹੈ ਬੱਚੇ। ਤਾਂ ਮੈਂ ਜੀ ਇੱਕ ਮਿੰਟ ਦੱਸਦਾ ਜੀ, ਮੈਂ ਦੱਸਦਾ ਜੀ, ਜਵਾਬ ਸੁਣ ਲਓ ਹੁਣ ਮੇਰਾ। ਜਿਹੜਾ ਤੁਸੀਂ ਆਪਣਾ ਸੁਣ ਲਓ ਰਾਮੂਵਾਲੀਆ ਸਾਹਿਬ, ਦੇਖੋ ਇਹੀ ਬੱਚੇ ਨਾ, ਮੈਨੂੰ ਇਹ ਗੱਲ ਪੂਰੀ ਹੋ ਜਾਊ। ਇੱਕ ਲਾਈਨ ਬੋਲਣੀ ਹੈ, ਰਾਘਵ ਚੱਡਾ ਜੀ ਨੂੰ ਵੀ ਬੱਚੇ ਕਹਿੰਦੇ ਸੀਗੇ, ਤੇ ਉਦੋਂ ਹੀ ਪਤਾ ਲੱਗਿਆ ਜਦੋਂ ਬੀਜੇਪੀ ਨੂੰ ਚੱਕ ਕੇ ਵੱਡੇ ਇਹਨਾਂ ਦੇ ਦਿੱਗਜਾਂ ਨੂੰ ਤੇ ਗਰਾਊਂਡ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਸੋ ਰਾਘਵ ਚੱਡੇ ਨੂੰ ਵੀ ਬੱਚਾ ਕਹਿੰਦੇ ਸੀਗੇ, ਅੱਜ ਉਹ ਸਭ ਨੂੰ ਪਤਾ ਕਿਹੜੀ ਪੋਜੀਸ਼ਨ ਤੇ ਹੈ। ਸੋ ਉਮਰਾਂ ਨਾਲ ਕੁਝ ਨਹੀਂ ਹੁੰਦਾ ਰਾਮੂਵਾਲੀਆ ਸਾਹਿਬ, ਗੱਲ ਤਰਕ ਦੀ ਕਰੋ, ਪਰਸਨਲ ਗੱਲਾਂ ਮੈਂ ਵੀ ਬਹੁਤ ਕਰ ਸਕਦਾ, ਇੱਥੇ ਸਵਾਲ ਦਾ ਜਵਾਬ ਨਹੀਂ ਤੁਹਾਡੇ ਕੋਲੇ ਹੈਗਾ, ਤੇ ਤਾਂ ਕਰਕੇ ਪਰਸਨਲ ਅਟੈਕ ਕਰ ਰਹੇ ਹੋ, ਬਿਲੋ ਦਾ ਬੈਲਟ ਹਿੱਟ ਕਰ ਰਹੇ ਹੋ, ਉਹਦਾ ਫਾਇਦਾ ਕੋਈ ਨਹੀਂ। ਜੇ ਹੈਗਾ ਤਾਂ ਤੁਸੀਂ ਵਾਕਈ ਨੈਤਿਕਤਾ ਦੀ ਗੱਲ ਕਰਦੇ ਹੋ ਤੇ ਬੀਜੇਪੀ ਨੂੰ ਕੰਡੈਮ ਕਰ ਦਿਓ। ਪੰਜਾਬ ਦਾ ਪ੍ਰਧਾਨ ਸੀ ਤੇ ਉਹ ਪ੍ਰਧਾਨਗੀ ਤੇ ਰਿਹਾ, ਕੇਸ ਚੱਲਦਾ ਰਿਹਾ ਨਵਜੋਤ ਸਿੱਧੂ ਤੇ, ਫਿਰ ਜੇਲ੍ਹ ਗਿਆ, ਉਦੋਂ ਬਾਅਦ ਪ੍ਰਧਾਨਗੀ ਬਦਲੀ। ਤੁਸੀਂ ਮੈਂ ਕਹਿੰਦਾ ਦੋ ਗੱਲ ਸਹੀ ਬਣਾਉਂਦੇ ਆ, ਡੂ ਟੂ ਰੌਂਗਸ ਮੇਕ ਵਨ ਰਾਈਟ। ਲੈ ਬੜਾ ਤੁਸੀਂ ਤਾਂ ਆਪਣੇ ਆਪ ਨੂੰ ਜ਼ਿਆਦਾ ਉਹ ਕਰਨ ਲੱਗ ਗਿਆ, ਕੋਈ ਗੱਲ ਨਹੀਂ ਹੈ। ਮੈਂ ਫਿਰ ਕਹਿੰਦੀ ਆ ਕਿ ਜਿਹਦੇ ਚ ਗਲਤੀ ਹੋਈ ਉਹਨੂੰ ਸਜ਼ਾ ਮਿਲੂਗੀ, ਇਹੀ ਮੈਂ ਕਹਿ ਸਕਦੀ। ਚਲੋ ਠੀਕ, ਸੋ ਤੁਸੀਂ ਕੁੜੀਆਂ ਦੇ ਖਿਲਾਫ ਹੋ, ਸਪਸ਼ਟ, ਤੁਸੀਂ ਪਲੇਅਰਾਂ ਦੇ ਨਾਲ ਨਹੀਂ ਹੋ, ਲੇਡੀ ਪਲੇਅਰਸ ਦੇ ਨਾਲ ਨਹੀਂ ਹੋ ਰਾਮੂਵਾਲੀਆ ਸਾਹਿਬ, ਕੋਈ ਸਮਰਥਨ ਨਹੀਂ ਉਹਨਾਂ ਨਾਲ। ਹਮਦਰਦੀ ਆ, ਜੇ ਕਿਸੇ ਨਾਲ ਇਹ ਗੱਲ ਹੋਈ ਹੈ ਤਾਂ ਬਹੁਤ ਗਲਤ ਗੱਲ ਹੋਈ ਹੈ, ਇਹ ਬਹੁਤ ਘਟੀਆ ਗੱਲ ਹੈ, ਮੈਨੂੰ ਪੂਰੀ ਹਮਦਰਦੀ ਆ। ਪਰ ਜਿੰਨਾ ਚਿਰ ਦੂਜੇ ਦਾ ਇਲਜ਼ਾਮ ਜਦੋਂ ਕੋਰਟ ਦੇ ਵਿੱਚ ਆ, ਜਿਵੇਂ ਕੋਰਟ ਫੈਸਲਾ ਕਰੇਗੀ, ਸਾਬਤ ਹੋ ਜਾਣਗੇ, ਤਾਂ ਫਿਰ ਆਪਣੇ ਬੰਦੇ। ਜੀਦਾ ਸਾਹਿਬ ਕੁਝ ਕਹਿਣਾ ਚਾਹ ਰਹੇ, ਕਾਫੀ ਟਾਈਮ ਤੋਂ ਉਹਨਾਂ ਦੀ ਗੱਲ ਸੁਣ ਲਈ, ਇੱਕ ਵਾਰੀ ਜੀਦਾ ਸਾਹਿਬ ਕਹਿਣਾ ਚਾਹ ਰਹੇ। ਹਾਂਜੀ ਅਲੀਵਾਲ ਸਾਹਿਬ, ਬਿਲਕੁਲ ਜਿਹੜਾ ਆਪਾਂ ਅੱਜ ਡਿਬੇਟ ਰੱਖੀ ਆ ਉਹਦੇ ਵਿੱਚ ਬੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹੈ। ਕਿਵੇਂ ਜਿਵੇਂ ਕਹਿ ਰਿਹਾ ਖੜਿਆਲ ਸਾਹਿਬ ਕਿ ਕਾਂਗਰਸ ਦਾ ਗੜਾ ਬੜਾ ਅੱਪ ਜਾ ਰਿਹਾ, ਉਹ ਤਾਂ ਸਾਰੀ ਦੁਨੀਆ ਜਾਣਦੀ ਹੈ, ਪੰਜਾਬ ਜਾਂਦਾ, ਸਾਰਾ ਦੇਸ਼ ਜਾਣਦਾ ਵੀ ਕਾਂਗਰਸ
ਦੱਸਦਾ ਕੀ ਕਿੱਥੇ ਹੈ ਤੇ ਕਿੱਧਰ ਨੂੰ ਜਾ ਰਿਹਾ। ਕੱਲਿਆਂ ਡਿਬੇਟ ਕੇ ਗ੍ਰਾਫ ਨਹੀਂ ਵੱਧਦੇ, ਕੱਲੀ ਡਿਬੇਟ ਤੇ ਬੈਠ ਕੇ ਗ੍ਰਾਫ ਨਹੀਂ ਘਟਦੇ। ਉਹ ਸਾਡੇ ਲੋਕਾਂ ਨੇ, ਸਾਡੇ ਜਿਹੜੇ ਹੈ ਆਮ ਸਮਾਜ ਦੇ ਲੋਕਾਂ ਤੈਅ ਕਰਨਾ ਉਹਨਾਂ ਨੇ ਕਿ ਕਿਹੜੀ ਪਾਰਟੀ ਕੰਮ ਕਰ ਰਹੀ ਹੈ, ਕਿਹੜੀ ਲੋਕ ਦੇ ਹੱਕ 'ਚ ਕੰਮ ਕਰ ਰਹੀ ਹੈ। ਪਰ ਮੇਰੇ ਲਈ ਇੱਕ ਜੋ ਮੈਡਮ ਰਾਮੂਵਾਲੀਆ ਬੈਠਿਆ, ਮੇਰੇ ਲਈ ਮੈਂ ਇਹਨੂੰ ਬੜਾ ਸ਼ੇਮਫੁਲ ਸਮਝਦਾ ਹੈ। ਨਹੀਂ ਪਰ ਫੇਰ ਗੱਲ ਉਧਰੋਂ ਚਲੀ ਜਾਣੀ ਹੈ। ਮੇਰੀ ਗੱਲ ਦਾ ਜਵਾਬ ਦੇ ਦਿਓ, ਮੇਰੀ ਗੱਲ ਦਾ ਜਵਾਬ ਦੇ ਦਿਓ। ਕੇਂਦਰ ਦਾ ਤੁਸੀਂ ਕਾਂਗਰਸ ਨੂੰ ਸੱਦਾ ਭੇਜ ਰਹੇ ਹੋ ਗੱਲਬਾਤ ਲਈ, ਸੂਬੇ 'ਚ ਤੁਸੀਂ ਪਰਚੇ ਭੇਜ ਰਹੇ ਹੋ। ਦੇਖੋ, ਨਾ ਝੂਠਾ ਪਰਚਾ ਅੱਜ ਕਰੇ ਆਮ ਆਦਮੀ ਪਾਰਟੀ, ਨਾ ਪਰਚਾ ਰਾਜਨੀਤੀ ਵਿੱਚ ਅਸੀਂ ਪੈਣਾ। ਜੇਕਰ ਇਹਨਾਂ ਨੇ ਕੁਝ ਕੀਤਾ, ਕਰਪਸ਼ਨ ਕੀਤਾ, ਕਹਿ ਰਹੇ ਨੇ ਖੜਿਆਲ ਸਾਹਿਬ ਤੁਹਾਡੇ ਸਾਹਮਣੇ ਮੂੰਹ ਤੇ ਕਹਿ ਰਹੇ ਨੇ ਬੀਜੇਪੀ ਜਾਣ ਦੀ ਕੀ ਲੋੜ ਪੈਗੀ ਨੂੰ ਬਚ ਕੇ। ਪਰ ਸਾਡੇ ਮੁੱਖ ਮੰਤਰੀ ਸਾਹਮਣੇ ਬੀਜੇਪੀ ਚਲੇ ਜਾਓ, ਚਾਹੇ ਹੋਰ ਪਾਰਟੀ ਚਲੇ ਜਾਓ, ਜੇ ਕਰਪਸ਼ਨ ਕੀਤੀ ਹੈ ਤਾਂ ਉਹਦੇ ਭੁਗਤਣੀ ਪੈਣੀ ਹੈ। ਦੂਸਰੀ ਗੱਲ, ਜੇ ਦੇਸ਼ ਅਸੀਂ ਉੱਪਰਲੇ ਸੈਂਟਰ ਲੈਵਲ ਤੇ ਦੇਸ਼ ਨੂੰ ਬਚਾਉਣ ਦੇ ਲਈ ਕੱਲੀ ਕਾਂਗਰਸ ਨੂੰ ਅਪੀਲ ਨਹੀਂ ਕੀਤੀ, ਅਸੀਂ ਹਰ ਇੱਕ ਪਾਰਟੀ ਕੋਲ ਗਏ ਆ। ਹਰ ਇੱਕ ਪਾਰਟੀ ਦੇ ਜੋ ਵੱਡੇ ਲਈ ਮਮਤਾ ਬੈਨਰਜੀ, ਹੋਰ ਹਰ ਇੱਕ ਤਰ੍ਹਾਂ ਦੇ ਲੀਡਰ ਕਿ ਰਲ ਮਿਲ ਕੇ ਇੱਕ ਸਮਾਂ ਹੈ ਕਿ ਅਸੀਂ ਦੇਸ਼ ਨੂੰ ਬਚਾ ਲਈਏ। ਸਾਡੇ ਦੇਸ਼ ਨੂੰ ਵੇਚਿਆ ਜਾ ਰਿਹਾ ਹੈ, ਸਾਡੇ ਦੇਸ਼ ਵਿੱਚ ਕਾਰਪੋਰੇਟ ਘਰਾਣੇ ਆ ਗਏ ਆ, ਸਾਡੇ ਦੇਸ਼ ਨੂੰ ਅਬਾਨੀ ਦਾਨੀ ਖਾ ਰਹੇ ਆ, ਕੋਇਲ ਜਿਹੜੇ ਬਹੁਤ ਵੱਡੇ ਘੁਟਾਲੇ ਹੋ ਰਹੇ ਆ, ਸਾਡਾ ਦੇਸ਼ ਬਰਬਾਦ ਹੋ ਰਿਹਾ। ਜਿਹਨੂੰ ਬਚਾਉਣ ਦੇ ਲਈ ਕਿਸੇ ਅਪੀਲ ਕਰਤੀ, ਦਲੀਲ ਦਿੱਤੀ, ਉਹ ਮਾੜੀ ਗੱਲ ਨਹੀਂ ਗੀ। ਆਮ ਆਦਮੀ ਪਾਰਟੀ ਨਵੀਂ ਪਾਰਟੀ, ਆਮ ਆਦਮੀ ਪਾਰਟੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਪਰ ਇਹ ਨਾ ਹੋਵੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਨੂੰ ਆਪਣਾ ਸਮਾਂ ਚਾਹੀਦਾ ਉਦੋਂ ਤੱਕ ਮੋਦੀ ਸਾਡਾ ਦੇਸ਼ ਹੀ ਵੇਚ ਦੇਵੇ। ਇਸ ਗੱਲ ਕਰਕੇ ਅਪੀਲ ਕੀਤੀ ਹੈ, ਨਾ ਕਿ ਕੋਈ ਸਾਨੂੰ ਡਰ ਹੈ, ਨਾ ਕਿਸੇ ਗੱਲ ਦਾ ਖੌਫ ਹੈ। ਅਸੀਂ ਬੇਨਤੀ ਕੀਤੀ ਹੈ ਕਿ ਕਾਰਪੋਰੇਟ ਘਰਾਣੇ ਜਿਹੜੇ ਸਾਡੇ ਦੇਸ਼ ਨੂੰ ਬਰਬਾਦ ਕਰ ਰਹੇ ਆ, ਇਹਨਾਂ ਨੇ ਸਾਡੇ ਦੇਸ਼ ਦੇ ਵਿੱਚ ਛੱਡਿਆ ਕੀ ਹੈ? ਅਬਾਨੀਆਂ ਅਡਾਨੀਆਂ ਦੇ ਫਾਇਦੇ ਲਈ ਕਿੱਡੇ ਕਿੱਡੇ ਕਰਜ਼ੇ ਮਾਫ ਕਰਦੇ ਆ, ਬੈਂਕਾਂ ਦੀਆਂ ਬੈਂਕਾਂ ਬਰਬਾਦ ਕਰਤੀਆਂ। ਸੋ ਉਹਦੇ ਕਰਕੇ ਇੱਕ ਅਪੀਲ ਕੀਤੀ ਹੈ ਸੈਂਟਰ ਲੈਵਲ ਤੇ, ਸਾਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ। ਪੰਜਾਬ ਜਿੱਤੇ ਹੈ, ਦਿੱਲੀ ਜਿੱਤੇ ਹੈ, ਔਰ ਸਾਡਾ ਵੋਟ ਪਰਸੈਂਟ ਵੱਧ ਰਿਹਾ ਹੈ। ਅਸੀਂ ਨੈਸ਼ਨਲ ਪਾਰਟੀ ਬਣ ਗਏ ਹੈ, ਤਾਂ ਸਾਨੂੰ ਕੋਈ ਡਰ ਨਹੀਂ ਇਸ ਗੱਲ ਦਾ। ਇਸ ਤੱਕ ਟਾਈਮ ਥੋੜਾ ਹੈ, ਇਸ ਕਰਕੇ ਇਹਨੂੰ ਇੱਕ ਵਾਰੀ ਲਾਂਭੇ ਕਰੀਏ ਤਾਂ ਕਿ ਦੇਸ਼ ਨੂੰ ਬਚਾਇਆ ਜਾ ਸਕੇ। ਚਲੋ ਠੀਕ, ਲਾਈਨ ਬੋਲਣੀ, ਸਿਰਫ ਇੱਕ ਲਾਈਨ ਬੋਲਣੀ ਹੈ ਧਾਲੀਵਾਲ ਸਾਹਿਬ ਜੀ ਜੀ। ਮੇਰਾ ਆਮ ਆਦਮੀ ਪਾਰਟੀ ਨੂੰ ਇੰਨਾ ਹੀ ਕਹਿਣਾ ਹੈ ਕਿ ਠੀਕ ਹੈ ਜੀਦਾ ਸਾਹਿਬ, ਸਿਰਫ ਇੰਨੀ ਗੱਲ ਦੱਸ ਦਿਓ। ਤੁਸੀਂ ਕਹਿੰਦੇ ਹੋ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਹੈ। ਜ਼ੀਰੋ ਟੋਲਰੈਂਸ ਮਤਲਬ 1% ਵੀ ਜਰਨੀ ਨਹੀਂ। ਜੇ ਕਿਸੇ ਪਾਰਟੀ ਨੂੰ ਤੁਸੀਂ ਕਰਪਟ ਕਹਿ ਰਹੇ ਹੋ, ਉਹਤੇ ਇਲਜ਼ਾਮ ਲਾ ਰਹੇ ਹੋ, ਪੀਸੀਆਂ ਕਰ ਰਹੇ ਹੋ, ਫਿਰ ਉਹੀ ਪਾਰਟੀ ਤੋਂ ਸਮਰਥਨ ਲੈਣਾ ਤੁਹਾਡੇ ਦੋਹਰੇ ਮਾਪਦੰਡ ਨੂੰ ਐਕਸਪੋਜ਼ ਕਰਦਾ ਹੈ। ਤਾਂ ਆਪਦੇ ਤੁਸੀਂ ਰਿਟਰਨ ਦੇ, ਤੁਸੀਂ ਮੇਰੀ ਖੜਿਆਲ ਸਾਹਿਬ ਮੇਰੀ ਗੱਲ ਸੁਣੋ, ਤੁਹਾਡੇ ਕੋਈ ਅਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਮਾਫੀ ਨਹੀਂ ਮੰਗ ਰਹੇ। ਅਸੀਂ ਗੱਲ ਸਾਰੀਆਂ ਪਾਰਟੀਆਂ ਕੋਲ ਕਰ ਰਹੇ ਹਾਂ। ਕੱਲੀ ਕਾਂਗਰਸ ਪਾਰਟੀ ਇੱਕ ਛੋਟੀ ਜਿਹੀ ਪਾਰਟੀ ਬਣ ਕੇ ਰਹਿ ਗਈ ਹੈ। ਜੇ ਤੁਹਾਡੇ ਨਾਲ ਅਸੀਂ ਕਹਿ ਦਈਏ ਦੇਸ਼ ਨੂੰ ਬਚਾ ਲਈਏ, ਆਪਾਂ ਇਕੱਠੇ ਜ਼ੀਰੋ ਟੋਲਰੈਂਸ ਨਹੀਂ ਹੈ ਹੁਣ ਜ਼ੀਰੋ ਟੋਲਰੈਂਸ ਨਹੀਂ ਰਹੂਗੀ। ਉਹਦੇ ਵਿੱਚ ਕੀ ਜ਼ੀਰੋ ਟੋਲਰੈਂਸ ਕਿੱਧਰ ਗਈ? ਵੱਡੇ ਵੱਡੇ ਫੈਸਲੇ ਲਏ ਜਾ ਸਕਦੇ ਆ ਦੇਸ਼ ਨੂੰ ਬਚਾਉਣ। ਫਿਰ ਜ਼ੀਰੋ ਟੋਲਰੈਂਸ ਨਹੀਂ ਰਹੀ ਇਹ ਦੋਹਰੇ ਮਾਪਦੰਡ ਬਣ ਗਏ ਹੈ। ਫਿਰ ਇਹ ਜ਼ੀਰੋ ਟੋਲਰੈਂਸ ਨਹੀਂ ਰਹੀ ਜੀਦਾ ਸਾਹਿਬ, ਇਹ ਦੋਹਰੇ ਮਾਪਦੰਡ ਬਣ ਗਏ ਹੈ। ਤੇ ਨੈਸ਼ਨਲ ਪਾਰਟੀ ਦੀ ਗੱਲ ਕਰ ਰਹੇ ਹੋ, ਕਰਨਾਟਕਾ 'ਚ ਕੀ ਹੋਇਆ? ਚਲੋ ਠੀਕ ਹੈ, ਗੱਲ ਫੇਰ ਅੱਗੇ ਵਧ ਜਾਂਦੀ ਹੈ। ਅਮਨਜੋਤ ਜੀ 224 ਸੀਟਾਂ ਹਾਰੇ ਆ, 224 ਸੀਟਾਂ ਜਿੱਤ ਕੇ ਨਾ 10ਵੀਂ ਨਾਲੀ 224 ਗੱਲ ਤਾਂ ਅੱਜ ਦੀ ਡਿਬੇਟ 'ਚ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਲੀਡਰ ਆਪਣੇ ਲਈ ਕਰਦੇ ਆ, ਪੋਲੀਟੀਕਲ ਪਾਰਟੀਆਂ ਆਪਣੇ ਲਈ ਕਰਦੀਆਂ ਨੇ। ਇੱਥੇ ਮਸਲੇ ਸੀਟਾਂ ਤੱਕ ਸੀਮਤ ਹੁੰਦੇ ਆ, ਆਪਣੀਆਂ ਜੱਫੀਆਂ ਨੂੰ ਨਿੱਜੀ ਕਹਿ ਲਿਆ ਜਾਂਦਾ ਹੈ, ਸਲੀਕਾ ਕਹਿ ਲਿਆ ਜਾਂਦਾ, ਸ਼ਿਸ਼ਟਾਚਾਰ ਕਹਿ ਕੇ ਸਮਾਪਤ ਕਰ ਲਿੱਤਾ ਜਾਂਦਾ ਹੈ। ਵੈਸੇ ਜਦੋਂ ਵੋਟਾਂ ਮੰਗਣ ਦੀ ਵੇਲੇ ਹੁੰਦੀ ਆ, ਉਦੋਂ ਤਕਰੀਰਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਐਵੇਂ ਹੈ, ਇਹਨਾਂ ਨੂੰ ਐਂ ਕਰ ਦਿਆਂਗੇ, ਸਾਡੀ ਆ ਜੇ ਅਸੀਂ ਟੰਗ ਦਿਆਂਗੇ, ਫਾਹੇ ਲਾ ਦਿਆਂਗੇ, ਅਸੀਂ ਜੇਲ੍ਹਾਂ ਛੱਡ ਦਿਆਂਗੇ। ਇੱਕ ਚੀਜ਼ ਪੁੱਛੂਗਾ ਧਾਲੀਵਾਲ ਸਾਹਿਬ, ਇੱਕ ਮਿੰਟ, ਜਦੋਂ ਸਾਡੀ ਸਰਕਾਰ ਸੀ ਤੁਸੀਂ ਸਾਨੂੰ ਕੰਡੈਮ ਕੀਤਾ, ਜਦੋਂ ਸਰਕਾਰ ਸੀ ਸਵਾਲ ਪੁੱਛੇ, ਕਦੇ ਗਲਤ ਵੀ ਕਿਹਾ ਹੋਣਾ। ਸੋ ਕੱਲ ਜਦੋਂ ਅਸੀਂ ਸਟੈਂਡ ਲਿਆ ਮੀਡੀਆ ਲਈ, ਤੁਸੀਂ ਸਾਨੂੰ ਸਹੀ ਕਿਹਾ। ਸੋ ਕੀ ਉਹ ਗਲਤ ਹੈ? ਕੀ ਉਹ ਗਲਤ ਹੈ ਕਿ ਤੁਹਾਡੇ ਦੋਹਰੇ ਮਾਪਦੰਡ ਹੋ ਗਏ? ਉਹਦੇ ਨਾਲ ਨਹੀਂ ਹੋਏ ਨਾ ਧਾਲੀਵਾਲ ਸਾਹਿਬ। ਖੜਿਆਲ ਸਾਹਿਬ ਗੱਲ ਹੈ, ਖੜਿਆਲ ਸਾਹਿਬ ਗੱਲ ਹੈ, ਇੱਕ ਗੱਲ ਹੈ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਜਦੋਂ ਕੋਈ ਹੋਰ ਲੀਡਰ, ਬਹੁਤ ਸਾਰੇ ਇਦਾਂ ਦੇ ਮੈਰਿਜ ਫੰਕਸ਼ਨ ਹੁੰਦੇ ਆ, ਕਦੇ ਡੈਥ ਸੈਰੇਮਨੀਜ਼ ਹੁੰਦੀਆਂ ਨੇ ਜਿੱਥੇ ਲੀਡਰ ਮਿਲਦੇ ਆ, ਉਹ ਚੀਜ਼ਾਂ ਕਦੇ ਸੁਰਖੀਆਂ ਨਹੀਂ ਬਣਦੀਆਂ। ਅੰਡਰਸਟੈਂਡ ਕਰ ਰਹੇ ਹੋ ਗੱਲ ਨੂੰ? ਕਰ ਰਹੇ ਹੋ? ਬਾਜਵਾ ਸਾਹਿਬ, ਸੁਖਬੀਰ ਬਾਦਲ ਨਾਲ ਕਈ ਵਾਰੀ ਫੋਟੋ ਆਈਆਂ ਨੇ, ਕਦੇ ਸੁਰਖੀ ਬਣੀ ਨਹੀਂ ਬਣੀ। ਜੋ ਕੁਝ ਬਿਕਰਮ ਮਜੀਠੀਆ ਤੇ ਜੋ ਕੁਝ ਨਵਜੋਤ ਸਿੰਘ ਸਿੱਧੂ ਇੱਕ ਦੂਸਰੇ ਦੇ ਖਿਲਾਫ ਲੋਕਾਂ 'ਚ ਜਾ ਕੇ ਬੋਲਦੇ ਐ, ਇਸ ਕਰਕੇ ਉਹ ਜਿਹੜੀ ਪਰਸੈਪਸ਼ਨ ਲੋਕਾਂ 'ਚ ਉਹਨਾਂ ਦੇ ਪ੍ਰਤੀ ਸੈੱਟ ਹੋਈ ਹੈ ਕਿ ਬਈ ਦੁਨੀਆ ਇੱਧਰ ਤੋਂ ਇੱਧਰ ਹੋ ਜੇ, ਇਹ ਨਹੀਂ ਹੋ ਸਕਦੇ। ਉਦੋਂ ਜਦੋਂ ਤੁਸੀਂ ਜਾ ਕੇ ਫਿਰ ਇਸ ਜਫੀ ਨੂੰ ਸ਼ਿਸ਼ਟਾਚਾਰ ਕਹਿੰਦੇ ਹੋ ਜਾਂ ਕੁਝ ਕਹਿੰਦੇ ਹੋ, ਅਸੀਂ ਤਾਂ ਕਹਿੰਦੇ ਆ, ਮੈਂ ਕਹਿੰਦਾ ਵੀ ਮੈਂ ਤਾਂ ਇੱਥੋਂ ਤੱਕ ਗੱਲ ਕਹਿੰਦਾ ਕਿ ਤੁਸੀਂ ਜੋ ਮਰਜ਼ੀ ਕਰੋ, ਜਿਵੇਂ ਪੁਰਾਣੀਆਂ ਪਾਰਟੀਆਂ ਦੇ ਪੁਰਾਣੇ ਲੀਡਰਾਂ ਦੇ ਹੁਣ ਤੱਕ ਇੱਕ ਦੂਜੇ ਦੇ ਘਰਾਂ 'ਚ ਰਿਸ਼ਤੇ ਨੇ, ਚਾਹੇ ਤੁਸੀਂ ਜਿਵੇਂ ਮਰਜ਼ੀ ਵਰਤੋ, ਲੋਕਾਂ ਨੇ ਕੀ ਲੈਣਾ। ਪਰ ਗੱਲ ਇਹ
ਹੈ ਨਾ। ਫਿਰ ਜਦੋਂ ਇਲੈਕਸ਼ਨ ਕੰਪੇਨ ਹੁੰਦੀ ਹੈ, ਇਲੈਕਸ਼ਨਸ ਹੁੰਦੀਆਂ ਨੇ, ਉਦੋਂ ਫਿਰ ਅਜਿਹੇ ਬਿਆਨ ਕਿਉਂ ਦੇਣੇ, ਲੋਕਾਂ ਨੂੰ ਕਿਉਂ ਗੁੰਮਰਾਹ ਮੈਂ ਕਰਨਾ? ਦੱਸਦਾ 30 ਸੈਕਿੰਡਸ ਓਨਲੀ, 30 ਸੈਕਿੰਡ, ਅੱਧਾ ਮਿੰਟ ਲਊਂਗਾ। ਪਹਿਲੀ ਗੱਲ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਇੱਥੇ ਕੰਪੈਰੀਜ਼ਨ ਡਰਾ ਕਰਕੇ ਦੱਸਦਾ। ਕੱਲ ਜਿਹੜਾ ਇਸ਼ੂ ਸੀਗਾ ਉਹ ਮੀਡੀਆ ਦਾ ਇਸ਼ੂ ਸੀ, ਵੀ ਮੀਡੀਆ ਨੂੰ ਦਬਾਇਆ ਜਾ ਰਿਹਾ, ਉਹਨਾਂ ਦੀ ਬਾਹ ਮਰੋੜੀ ਜਾ ਰਹੀ ਹੈ। ਸਾਰੇ ਇੱਕ ਪਲੇਟਫਾਰਮ ਤੇ ਆਏ, ਇੱਕ ਦੂਜੇ ਨੂੰ ਹਾਈ ਹੈਲੋ ਤਾਂ ਕਰਨਾ ਸਾਡਾ ਕਲਚਰ ਹੈ, ਅਸੀਂ ਸਤਿ ਸ਼੍ਰੀ ਅਕਾਲ ਬੁਲਾਵਾਂਗੇ। ਜੇ ਨਹੀਂ ਬੁਲਾਉਂਦੇ ਤਾਂ ਉਹ ਬੰਦੇ ਨੂੰ ਕੰਮ ਹੋਏ ਤਾਂ ਕਿੰਨਾ ਬੋਲੋ ਪਲੀਜ਼ ਸੁਣ ਲਓ। ਮੈਂ 30 ਸੈਕਿੰਡ ਲੈਣੇ ਜੀ, 1 ਸੈਕਿੰਡ 30 ਸੈਕਿੰਡ ਲੈਣੇ, ਸੁਣ ਲਓ ਪਲੀਜ਼। ਸੋ ਅਸੀਂ ਸਿਰਫ ਇਹ ਗੱਲ ਕਹਿ ਰਹੇ, ਸੁਣ ਲਓ ਕਾਈਂਡਲੀ ਗੀਤਾ ਸਾਹਿਬ, ਕਾਈਂਡਲੀ ਸੁਣ ਲਓ, ਰਿਕੁਐਸਟ ਕਰ ਰਹੇ ਹਾਂ, ਸੁਣ ਲਓ ਕਾਈਂਡਲੀ ਗੀਤਾ ਸਾਹਿਬ। ਚਲੋ ਉਹਨੂੰ ਗੱਲ ਪੂਰੀ ਕਰ ਲੈਣ ਦਿਓ ਜੀਤਾ ਸਾਹਿਬ, 1 ਮਿੰਟ ਗੱਲ ਪੂਰੀ ਕਰ ਲੈਣ ਦਿਓ। ਮੈਂ ਕਹਿੰਦਾ ਸਮਾਂ ਥੋੜਾ, ਮੈਡਮ ਨੇ ਵੀ ਜਾਣਾ ਹੈ। ਮੈਂ ਕਹਿ ਰਿਹਾ ਵੀ ਗੱਲ ਇਹ ਹੈ, ਗੱਲ ਵੀ ਕਿਸੇ ਲੇਖੇ ਲੱਗ ਜੇ। ਹਾਂਜੀ ਜਲਦੀ ਪੂਰੀ ਕਰਿਓ। ਮੈਂ ਇੱਕ ਜਵਾਬ ਦੇ ਰਿਹਾ, ਬਸ ਖਤਮ ਕਰ ਰਿਹਾ। ਸਿੰਪਲ ਜੀ ਗੱਲ ਹੈ, ਕੱਲ ਇਸ਼ੂ ਸੀਗਾ, ਕੱਲ ਇੱਕ ਇਸ਼ੂ ਸੀ, ਇੱਕ ਕੌਸ ਪਿੱਛੇ ਸਾਰੇ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਖਿਲਾਫ। ਦੂਜੀ ਗੱਲ ਉਹਦੇ ਨਾਲ ਇਹ ਉਹਦਾ ਮਤਲਬ ਨਹੀਂ ਹੈ ਕਿ ਸਾਡੇ ਇਸ਼ੂਜ਼ ਖਤਮ ਹੋ ਗਏ, ਮਤਭੇਦ ਖਤਮ ਹੋ ਗਏ, ਡਿਫਰੈਂਸ ਇਨ ਓਪੀਨੀਅਨ ਖਤਮ ਹੋ ਗਏ, ਕਿ ਅਸੀਂ ਇਕੱਠੇ ਹੋ ਰਹੇ ਹਾਂ। ਤੀਜੀ ਗੱਲ, ਧਾਲੀਵਾਲ ਸਾਹਿਬ ਜਦੋਂ ਸਰਕਾਰ ਸੀਗੀ ਤੁਸੀਂ ਕਾਂਗਰਸ ਨੂੰ ਸਵਾਲ ਕਰਦੇ ਸੀਗੇ, ਕੱਲ ਕਾਂਗਰਸ ਨੇ ਸਹੀ ਚੀਜ਼ ਕੀਤੀ, ਤੁਸੀਂ ਸਮਰਥਨ ਵੀ ਕੀਤਾ, ਡਿਬੇਟ ਦੇ ਵਿੱਚ ਤੁਸੀਂ ਅਪਰੀਸ਼ੀਏਟ ਵੀ ਕੀਤਾ। ਸੋ ਕੀ ਉਹਦੇ ਨਾਲ ਤੁਸੀਂ ਆਪਦਾ ਸਟੈਂਡ ਪਲਟਤਾ ਜਾਂ ਡਬਲ ਸਟੈਂਡਰਡ ਹੋ ਗਏ? ਨਹੀਂ ਹੁੰਦੇ ਨਾ। ਗੱਲ ਕੌਜ਼ ਦੀ ਹੈ, ਗੱਲ ਉਹ ਇਸ਼ੂ ਦੀ ਹੈ, ਗੱਲ ਪਰਸਨਲ ਰਿਲੇਸ਼ਨ ਦੀ ਨਹੀਂ ਹੈ। ਸੋ ਮੈਂ ਇਹ ਚੀਜ਼ ਤੁਹਾਨੂੰ ਸਪਸ਼ਟ ਕਰਨੀ ਉੱਥੇ। 1 ਮਿੰਟ ਮੈਡਮ, ਮੈਂ ਤੁਹਾਡੇ ਕੋਲੇ ਆ ਰਿਹਾ, 1 ਮਿੰਟ ਖੜਿਆਲ ਸਾਹਿਬ। ਗੱਲ ਇਹ ਹੈ ਕਿ ਜੇ ਨਾ ਸਾਡਾ ਮੁਲਾਕਾਤ ਦਾ ਤੁਸੀਂ ਸੱਭਿਆਚਾਰ ਦਾ ਸਟਾਈਲ ਪਾਇਆ, ਮੈਨੂੰ ਬਹੁਤ ਹੀ ਤਾਂ ਨਹੀਂ ਸੱਭਿਆਚਾਰ ਦੀ ਮੈਨੂੰ ਇਲਮ ਹੈਗਾ, ਪਰ ਜਿੰਨਾ ਕੁ ਵੀ ਹੈਗਾ ਨਾ, ਸਾਡੇ ਸੱਭਿਆਚਾਰ ਦੇ ਵਿੱਚ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਉਹ ਗੱਲ ਇੱਥੇ ਵੀ ਨਿਬੜੀ ਜਾ ਸਕਦੀ ਸੀ, ਲੋਕਾਂ ਨੇ ਇਹਨੂੰ ਵੀ ਬਹੁਤ ਕੁਝ ਬਣਾ ਲੈਣਾ ਸੀਗਾ, ਲੋਕਾਂ ਨੇ ਇਸ ਨੂੰ ਵੀ ਕਰਨਾ ਸੀ, ਪਰ ਤਕਰੀਰ ਕਰਦਿਆਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਉਧਰ ਨੂੰ ਭੱਜਿਆ ਜਾਣਾ ਤੇ ਉਹ ਵੀ ਉਧਰ ਨੂੰ ਆਉਣਾ, ਤੇ ਉਸ ਤੋਂ ਬਾਅਦ ਇਹ ਵੀ ਕਹਿ ਦੇਣਾ ਕਿ ਇਹ ਜੱਫੀ ਨਹੀਂ ਪਾਈ, ਜੱਫੀ ਹੀ ਪਾਈ ਹੈ, ਕੁਝ ਹੋਰ ਤਾਂ ਨਹੀਂ ਕੀਤਾ। ਗੱਲ ਇਹ ਹੈ ਵੀ ਐਡੇ ਸੰਜੀਦਾ ਮੁੱਦੇ ਦੇ ਉੱਤੇ ਇਕੱਠੇ ਹੋਏ ਹੋਵੇ, ਉੱਥੇ ਮਸਕਰੀਆਂ ਹੋ ਰਹੀਆਂ ਸੀਗੀਆਂ। ਮੈਂ ਦੱਸਦਾ ਜੀ, ਐਂ ਕਰੋ ਧਾਲੀਵਾਲ ਸਾਹਿਬ, ਤੁਸੀਂ ਸਾਨੂੰ ਲਿਸਟ ਦੇ ਦਿਓ ਵੀ ਕਿਹੜੇ ਹਿਸਾਬ ਨਾਲ ਅਸੀਂ ਬਿਹੇਵ ਕਰਨਾ ਹੈ, ਕਿਹਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ, ਕਿਹਨੂੰ ਨਹੀਂ ਬੁਲਾਉਣੀ। ਮੈਂ ਨਹੀਂ ਕਰ ਸਕਦਾ, ਮੈਂ ਮਾਫੀ ਚਾਹੁੰਦਾ। ਸਿਰਫ ਇੰਨੀ ਗੱਲ ਕਰਨੀ ਹੈ ਧਾਲੀਵਾਲ ਸਾਹਿਬ, ਇੱਕ ਗੱਲ ਕਹੂੰਗਾ ਬਸ ਮੈਂ, ਕਿ ਦੇਖੋ ਕੱਲ ਇਸ਼ੂ ਸੀਗਾ, ਸਾਰੇ ਇਕਜੁੱਟ ਸੀਗੇ, ਉਹਦੇ ਵਿੱਚ ਇੱਕ ਬੇਸਿਕਲੀ ਇੱਕ ਪੋਜ਼ਿਟਿਵ ਇਕੁਏਸ਼ਨ ਹੋਣੀ ਜ਼ਰੂਰੀ ਹੈ। ਉੱਥੇ ਜਾ ਕੇ ਹੁਣ ਇੱਕ ਦੂਜੇ ਨਾਲ ਤੁਸੀਂ ਹਾਈ ਵੀ ਨਾ ਕਰੋ, ਸਤਿ ਸ਼੍ਰੀ ਅਕਾਲ ਨਾ ਬੁਲਾਓ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ ਚ ਕੋਈ ਬਹੁਤ ਸਿਆਣਪ ਵਾਲੀ ਗੱਲ ਹੈ। ਮੈਂ ਜੇ ਕਿਸੇ ਵਿਰੋਧੀ ਨੂੰ ਵੀ ਮਿਲੂੰਗਾ, ਦੁਸ਼ਮਣ ਨੂੰ ਵੀ ਮਿਲੂੰਗਾ, ਤਾਂ ਮੈਂ ਉਹਦੇ ਨਾਲ ਹੱਥ ਮਿਲਾਉਂਗਾ, ਜੇ ਜੱਫੀ ਪਾਊਂਗਾ ਤਾਂ ਮੈਂ ਜੱਫੀ ਵੀ ਪਾਊਂਗਾ। ਉਦੋਂ ਜਦੋਂ ਗੱਲ ਕੌਜ਼ ਦੀ ਹੈ, ਇਸ਼ੂ ਦੀ ਹੈ, ਉਹ ਇਸ਼ੂ ਤੇ ਕੌਜ਼ ਦੀ ਰਹਿਣੀ ਚਾਹੀਦੀ ਹੈ, ਪਰਸਨਲ ਰਿਲੇਸ਼ਨ ਤਬਦੀਲ ਨਹੀਂ ਹੋਣੀ ਚਾਹੀਦੀ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਨਾਲ ਕਾਹਦੀ ਜੀ ਅਲਾਇੰਸ? ਨਸ਼ੇ ਦਾ ਇਸ਼ੂ ਖਤਮ ਹੋ ਗਿਆ, ਪੰਜਾਬੀਅਤ ਦਾ ਇਸ਼ੂ ਖਤਮ ਹੋ ਗਿਆ, ਨੌਜਵਾਨੀ ਜਿਹੜੀ ਨਸ਼ੇ ਦੇ ਵਿੱਚ ਗਰਕ ਹੋ ਗਈ, ਉਹਦਾ ਇਸ਼ੂ ਖਤਮ ਹੋ ਗਿਆ। ਖੜਿਆਲ ਸਾਹਿਬ, ਕਿਵੇਂ ਖਤਮ ਹੋ ਗਿਆ? ਇਸ ਦਾ ਇਟ ਮੀਨ ਨਹੀਂ ਖਤਮ ਹੋ ਗਿਆ, ਇਹਦਾ ਮਤਲਬ ਤਾਂ ਅਸੀਂ ਕਿਹਾ, ਮੇਰਾ ਬਿਆਨ ਸੁਣੋ, ਮੈਂ ਕਿਹਾ ਇਸ਼ੂਜ਼ ਰਹਿਣਗੇ, ਮਤਭੇਦ ਵੀ ਰਹੂਗਾ, ਲੜਦੇ ਵੀ ਰਵਾਂਗੇ, ਲੇਕਿਨ ਜੇ ਕੌਜ਼ ਪਿੱਛੇ ਇਕੱਠੇ ਹੋਏ ਹੈ ਤਾਂ ਕੌਜ਼ ਤੇ ਆਵਾਜ਼ ਇਕੱਠੇ ਬੁਲੰਦ ਕਰਾਂਗੇ। ਪੂਰਾ ਪੰਜਾਬ ਕਰ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਖਿਲਾਫ, ਤੇ ਅੱਗੇ ਵੀ ਜਦੋਂ ਗਲਤ ਕਰੂਗੀ ਕਰਾਂਗੇ। ਲੇਕਿਨ ਜੇ ਤੁਸੀਂ ਚਾਹੁੰਦੇ ਹੋ ਇੱਕ ਸਰਟਨ ਵੇ ਦੇ ਵਿੱਚ ਬਿਹੇਵ ਕੀਤਾ ਜਾਵੇ ਤੇ ਸਰ ਲਿਸਟ ਭੇਜ ਦਿਓ। ਤੇ ਮੈਂ ਦੂਜੀ ਗੱਲ ਇਹ ਵੀ ਕਹੂੰਗਾ ਕਿ ਜਿਨ੍ਹਾਂ ਦਾ ਧਿਆਨ ਇਸ਼ੂ ਤੇ, ਠੀਕ ਹੈ ਖੜਿਆਲ ਸਾਹਿਬ, ਮੈਂ ਤੁਹਾਨੂੰ ਲਿਸਟ ਭੇਜਾਂਗਾ, ਮੇਰੀ ਗੱਲ ਸੁਣਿਓ, ਮੈਂ ਤੁਹਾਨੂੰ ਲਿਸਟ ਭੇਜਾਂਗਾ, ਫਿਰ ਕਾਈਂਡਲੀ ਸਾਨੂੰ ਵੀ ਕਾਂਗਰਸੀ ਜਾਂ ਅਦਰ ਪਾਰਟੀਆਂ ਦੇ ਲੀਡਰ ਲਿਸਟ ਭੇਜਣ ਕਿ ਅਸੀਂ ਵਿਆਹ ਸ਼ਾਦੀਆਂ 'ਚ ਤਾਂ ਏਦਾਂ ਵਿਚਰਿਆ ਕਰਾਂਗੇ, ਅਸੀਂ ਸਾਂਝੇ ਇਕੱਠਾਂ ਤੇ ਏਦਾਂ ਵਿਚਰਿਆ ਕਰਾਂਗੇ, ਅਸੀਂ ਸਿਆਸੀ ਮੰਚਾਂ ਤੋਂ ਏਦਾਂ ਕਰਕੇ ਬੋਲਿਆ ਕਰਾਂਗੇ। ਇੱਥੇ ਤੁਸੀਂ ਮੀਡੀਆ ਦੀ ਗੱਲ ਤੁਹਾਨੂੰ ਜੇ ਕਰਦੇ, ਇਹ ਟਾਈਮ ਮੀਡੀਆ ਲਈ ਡਿਵੋਟ ਹੁੰਦਾ ਤੇ ਮੀਡੀਆ ਦਾ ਫਾਇਦਾ ਹੁੰਦਾ, ਪੰਜਾਬ ਦੇ ਲੋਕਾਂ ਦਾ ਫਾਇਦਾ ਹੁੰਦਾ। ਇੱਕ ਜੱਫੀ ਨੂੰ ਐਡਾ ਇਸ਼ੂ ਬਣਾਉਣ ਲਈ ਮੈਨੂੰ ਨਹੀਂ ਲੱਗਦਾ ਕੋਈ ਕਾਰਨ ਹੈ, ਕੋਈ ਆਬਜੈਕਟਿਵ ਇਹਦੇ ਨਾਲ ਸਰਵ ਹੋਊਗਾ, ਕੋਈ ਪਰਪਸ ਸਰਵ ਹੋਊਗਾ। ਇਹਦੇ ਨਾਲ ਸਿਰਫ ਔਰ ਸਿਰਫ ਲੋਕਾਂ ਦਾ ਟਾਈਮ। ਬੜੀ ਸੋਹਣੀ ਗੱਲ ਹੈ ਕਿ ਲੰਘੇ ਦਿਨ ਸਾਰੇ ਮੀਡੀਆ ਦੀ ਆਜ਼ਾਦੀ ਲਈ ਇਕੱਠੇ ਹੋਏ, ਪਰ ਇਕੱਠੇ ਅੱਜ ਤੋਂ 40 ਸਾਲ ਪਹਿਲਾਂ ਤਾਂ ਤੁਸੀਂ ਇਹ ਗੱਲ ਕਰਕੇ ਖਤਮ ਕਰ ਦਿੰਦੇ ਹੋ ਕਿ ਹੁਣ ਵੀ ਉਹ ਹੋਵੇ,
ਪਰ ਪੰਜਾਬ ਦੇ ਵਿੱਚ ਤਾਂ ਗੱਲਾਂ ਸਿਰਫ ਪਿਛਲੇ 5 ਤੋਂ 10 ਸਾਲਾਂ ਦੇ ਵਿੱਚ ਹੀ ਵਿਚ ਰਹੀਆਂ ਨੇ। ਉਦੋਂ ਵੀ ਇਕੱਠੇ ਹੁੰਦੇ, ਉਦੋਂ ਵੀ ਕੋਈ ਅਪਰੀਸ਼ੀਏਟ ਕੀਤਾ, ਤੁਸੀਂ ਅਪਰੀਸ਼ੀਏਟ ਕੀਤਾ ਸਾਨੂੰ। ਪਹਿਲਾਂ ਸਵਾਲ ਕਰਦੇ ਸੀਗੇ ਨਾ, ਗਲਤ ਵੀ ਕਿਹਾ ਹੋਊਗਾ ਕਦੇ ਨਾ ਕਦੇ, ਤੇ ਜੇ ਸਹੀ ਕਹਤਾ ਇੱਕ ਦਿਨ ਤੇ ਉਹ ਤੋਂ ਪਹਿਲਾਂ ਗਲਤ ਕਹਿਤਾ ਤਾਂ ਮਤਲਬ ਤੁਸੀਂ ਸਟੈਂਡ ਪਲਟ ਗਏ, ਮਤਲਬ ਤੁਸੀਂ ਸਾਡੇ ਨਾਲ ਜੁੜ ਗਏ ਹੋ। ਠੀਕ ਹੈ ਬੀਬਾ ਜੀ ਦੇਣਾ ਧਾਲੀਵਾਲ ਸਾਹਿਬ, ਜੋ ਆਮ ਆਦਮੀ ਪਾਰਟੀ ਰਾਹੁਲ ਜੀ ਤੋਂ ਖੜਕੇ ਸਾਹਿਬ ਤੋਂ ਟਾਈਮ ਮੰਗ ਰਹੀ ਹੈ, ਇਹਨਾਂ ਦੀ ਨਿੰਦਾ ਕਰ ਦੋ, ਆਪ ਦੀ ਨਿੰਦਾ ਕਰ ਦੋ, ਟਾਈਮ ਮੰਗ ਰਹੇ ਹੈ, ਕਿਸਾਨਾਂ ਜੁੜਨਾ ਚਾਹੁੰਦੇ ਹੈ, ਦੋਹਰੇ ਮਾਪਦੰਡ ਡਬਲ ਸਟੈਂਡਰਡ ਦਿਖਾ ਰਹੇ ਹੈ। ਤਾਂ ਹੋਏ ਠੀਕ ਹੈ ਬੀਬਾ ਜੀ, ਇੱਕ ਮਿੰਟ ਜਿੱਦਾ ਸਾਹਿਬ ਇੱਕ ਮਿੰਟ, ਜਿੱਦਾ ਸਾਹਿਬ ਮੈਨੂੰ ਗੱਲ ਸਵਾਲ ਕਰ ਲੈਣ ਦਿਓ, ਸ਼ਾਇਦ ਤੁਸੀਂ ਸਹਿਮਤ ਹੋ। ਮੈਡਮ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਬੜੀ ਸਾਫ਼ ਤੇ ਸਪਸ਼ਟ ਗੱਲ ਹੈ, ਠੀਕ ਹੈ, ਮੈਂ ਆਪਣੇ ਲੈਵਲ ਤੇ ਮੈਂ ਸਵਾਲ ਪੁੱਛਣੇ ਆ, ਚਾਹੇ ਜਿਵੇਂ ਕਿਸੇ ਨੂੰ ਲੱਗੇ ਨਾ ਲੱਗੇ। ਗੱਲ ਇਹ ਆ ਕਿ ਤੁਹਾਨੂੰ ਪਤਾ ਹੋਊਗਾ ਲਖੀਮਪੁਰ ਖੀਰੀ ਦੇ ਵਿੱਚ ਕੀ ਵਾਪਰਿਆ ਸੀਗਾ, ਯਾਦ ਹੈ ਤੁਹਾਨੂੰ? 8 ਕਿਸਾਨ ਮਰੇ ਸੀਗੇ, ਈਵਨ ਕਿ ਜਰਨਲਿਸਟ ਦੇ ਉੱਤੋਂ ਵੀ ਗੱਡੀ ਲੱਗੀ, ਠੀਕ ਹੈ। ਅੱਜ ਇਸੇ ਸੇਮ ਕੇਸ ਇੱਕ ਤਰੀਕੇ ਦਾ ਇੱਥੇ ਖਿਡਾਰੀਆਂ ਨਾਲ ਵਾਪਰਿਆ, ਪਹਿਲਾਂ ਕਿਸਾਨਾਂ ਨਾਲ, ਹੁਣ ਖਿਡਾਰੀਆਂ ਨਾਲ। ਇਹ ਕਿਹੋ ਜਿਹੀ ਸਿਆਸਤ ਹੈ? ਬੀਜੇਪੀ ਨੂੰ ਕਿਹੋ ਜਿਹਾ ਡਰ ਹੈ? ਕਿਉਂ ਨਹੀਂ ਲੀਡਰਾਂ ਨੂੰ ਗੱਦੀ ਤੋਂ ਲਾਹ ਦਿੰਦੇ? ਕਿਉਂ ਨਹੀਂ ਜਦੋਂ ਉਹਨਾਂ ਦੇ ਉੱਤੇ ਅਜਿਹੀਆਂ ਧਾਰਾਵਾਂ ਲੱਗ ਜਾਂਦੀਆਂ ਕਿ ਉਹਨਾਂ ਦੀ ਨਾ ਉਹਨਾਂ ਕੋਲ ਐਂਟੀਸਪੇਟਰੀ ਬੇਲ ਹੁੰਦੀ ਹੈ, ਉਹਨਾਂ ਨੂੰ ਬਿਨਾਂ ਕਿਸੇ ਆਰਗੂ ਦੇ ਉਹਨਾਂ ਨੂੰ ਅੰਦਰ ਕੀਤਾ ਜਾਂਦਾ? ਕਿਉਂ ਤੁਹਾਨੂੰ ਮਜਬੂਰੀ ਬਸ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਵਰ ਅਪ ਕਰਨਾ ਪੈਂਦਾ? ਤੁਸੀਂ ਇੱਥੇ ਗੱਲ ਤੋਂ, ਜਿਹਦੇ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਗੁਨਾਹਗਾਰ ਸੀ ਉਹ ਅੱਜ ਵੀ ਜੇਲ੍ਹ 'ਚ ਬੈਠਾ, ਅਸੀਂ ਇਸ ਗੱਲ ਨੂੰ ਇਦੋਂ ਬਾਅਦ ਮੈਨੂੰ ਤੁਸੀਂ ਦੱਸੋ ਕੀ ਹੋਵੇ। ਉਦੋਂ ਦਾ ਕੇਸ ਚੱਲ ਰਿਹਾ, ਜਦੋਂ ਕੋਰਟ ਜੋ ਫੈਸਲਾ ਕਰੂਗੇ ਜੱਜ, ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋਊਗੀ। ਦੂਜੀ ਗੱਲ ਮੈਂ ਇੱਥੇ ਕਹਿਣਾ ਚਾਹੁੰਦੀ ਹਾਂ ਆਸ਼ਦੀਪ ਨੂੰ ਕਿ ਜਿਹੜੇ ਦੋਨੇ ਨੇਤਾ ਨੇ ਜੱਫੀ ਪਾਈ, ਜਦੋਂ ਉਹਨਾਂ ਨੇ ਗਾਲਾਂ ਲੋਕਾਂ ਨੂੰ, ਅਰਸ਼ਪ੍ਰੀਤ ਹੈ ਜੀ, ਅਰਸ਼ਦੀਪ ਨਹੀਂ ਹੈ। ਛੋਟੇ ਭਰਾ ਨਹੀਂ, ਮੈਂ ਰਾਮੂ ਵਾਲੀਆ ਸਾਹਿਬ, ਆਪਾਂ ਕਾਈਂਡਲੀ ਇੱਕ ਦੂਜੇ ਨੂੰ ਇਕੁਅਲੀ ਐਡਰੈਸ ਕਰਿਆ ਕਰੀਏ, ਆਪਾਂ ਨਾ ਹੋ ਚੀਜ਼ਾਂ ਜਾਇਆ ਕਰੀ ਕਾਈਂਡਲੀ। ਠੀਕ, ਚਲੋ ਮੈਂ ਦੱਸਣਾ ਚਾਹੁੰਦੀ ਹਾਂ ਖਿਆਲ ਸਾਹਿਬ ਨੂੰ ਕਿ ਜਦੋਂ ਅਸੀਂ ਇਹਨਾਂ ਦੋਨੇ ਬੰਦਿਆਂ ਨੇ ਜੱਫੀ ਪਾਈ ਉੱਥੇ, ਤਾਂ ਉਹ ਇੰਨੀਆਂ ਗਾਲਾਂ ਕੱਢਣ ਤੋਂ ਬਾਅਦ, ਦੁਨੀਆ ਭਰ ਨੂੰ ਇੰਟਰਟੇਨਮੈਂਟ ਕਰਨ ਤੋਂ ਬਾਅਦ ਜੱਫੀ ਪਾ ਕੇ ਉਹ ਕੀ ਦਰਸਾਉਣਾ ਚਾਹੁੰਦੇ ਆ ਕਿ ਇਹ ਕੀ ਲੋਕਾਂ ਨਾਲ ਵਿਸ਼ਵਾਸਘਾਤ ਨਹੀਂ ਹੈ ਕਿ ਤੁਸੀਂ ਵੋਟਾਂ ਵੇਲੇ ਲੋਕਾਂ ਨੂੰ ਗਾਲਾਂ ਕੱਢੋ, ਔਰ ਜਦੋਂ ਆਮ ਥਾਵਾਂ ਤੇ ਤੁਸੀਂ ਜੱਫੀਆਂ ਪਾ ਕੇ ਇਹ ਦਰਸਾਓ ਕਿ ਲੋਕ ਮੂਰਖ ਆ ਜਿਹੜੇ ਤੁਹਾਡੀਆਂ ਗੱਲਾਂ ਸੁਣਦੇ ਆ। ਇਹੀ ਗੱਲ ਸੁਨੇਹਾ ਗਿਆ ਨਾ ਕਿ ਲੋਕੋ ਤੁਸੀਂ ਹੈਗੇ ਮੂਰਖ, ਅਸੀਂ ਕਰਨਾ ਰਾਜ, ਅਸੀਂ ਜਦੋਂ ਸਾਨੂੰ ਮੌਕੇ ਦੇ ਮੁਤਾਬਕ ਸਾਨੂੰ ਤੁਹਾਡੇ ਮੂਹਰੇ ਗਾਲਾਂ ਕੱਢ ਕੇ ਦਿਖਾ ਦਿੰਦੇ ਆ, ਉਦੋਂ ਬਾਅਦ ਅਸੀਂ ਜੱਫੀਆਂ ਪਾ ਲੈ। ਜਵਾਬ ਲੈ ਲਓ, ਹੁਣ ਜਵਾਬ ਲੈ ਲਓ ਕਿ ਬੀਜੇਪੀ ਕੋਲੇ ਹੱਕ ਹੈ ਬੋਲਣ ਦਾ। ਜਿਹੜੀ ਪਾਰਟੀ ਨੇ ਕਾਂਗਰਸ ਤੇ ਇਲਜ਼ਾਮ ਲਾ ਕੇ ਕਾਂਗਰਸ ਨੂੰ ਸ਼ਾਮਿਲ ਕਰ ਲਿਆ ਆਪਣੀ ਪਾਰਟੀ 'ਚ, ਕੈਪਟਨ ਅਮਰਿੰਦਰ ਸਿੰਘ ਨੂੰ ਨਿੰਦੇ ਹੁੰਦੇ ਸੀਗੇ, ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਿਲ ਕਰ ਲਿਆ। ਨਾਰਾਇਣ ਰਾਣੇ ਦੇ ਕਰਪਸ਼ਨ ਦੇ ਇਲਜ਼ਾਮ ਸੀਗੇ, ਜ਼ੀਰੋ ਟੋਲਰੈਂਸ ਕਰਪਸ਼ਨ ਲਈ ਕਹਿੰਦੇ ਹੋ, ਨਾਰਾਇਣ ਰਾਣੇ ਨੂੰ ਲੈ ਲਿਆ, ਮੁਕੁਲ ਰॉय ਨੂੰ ਲੈ ਲਿਆ, ਸੁਵੇਂਦੂ ਅਧਿਕਾਰੀ ਨੂੰ ਲੈ ਲਿਆ, ਹਿਮੰਤਾ ਬਿਸਵਾ ਸ਼ਰਮਾ ਨੂੰ ਲੈ ਲਿਆ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਲਿਆ। ਸੋ ਜੇ ਤੁਸੀਂ ਤਾਂ ਕਹਿੰਦੇ ਹੋ ਵੀ ਜੀ ਕਰਪਸ਼ਨ ਕੀਤੀ ਹੈ, ਈਡੀ ਦਾ ਕੇਸ ਹੈ, ਈਡੀ ਦਾ ਕੇਸ ਹੈ, ਫਿਰ ਪਾਰਟੀ 'ਚ ਸ਼ਾਮਿਲ ਕਰਦੇ ਹੋ, ਕਿਉਂ ਉਹਨਾਂ ਦੇ ਕਿਉਂ ਸਿਰੋਂ ਹੋ? ਸਿਰੋਪਾ ਕਿਉਂ ਪਾਇਆ ਜੀ ਬੀਜੇਪੀ ਲੀਡਰਸ ਦੇ, ਜਿਨ੍ਹਾਂ ਦੀ ਨਿੰਦਾ ਕਰਦੇ ਸੀ, ਜਿਨ੍ਹਾਂ ਦੀ ਆਲੋਚਨਾ ਕਰਦੇ ਸੀਗੇ? ਤੁਸੀਂ ਤਾਂ ਪਾਰਟੀ ਸ਼ਾਮਿਲ ਕੀਤਾ ਹੈ, ਅਸੀਂ ਕੌਜ਼ ਪਿੱਛੇ ਇਕੱਠੇ ਹੋਏ ਹਾਂ। ਮੈਂ ਕਹਾਂ ਜੀ ਅਸੀਂ ਕੌਜ਼ ਪਿੱਛੇ ਇੱਕ ਪਲੇਟਫਾਰਮ ਤੇ ਖੜੇ ਹੋਏ, ਇੱਕ ਕੌਜ਼ ਪਿੱਛੇ, ਮੀਡੀਆ ਦੇ ਕੌਜ਼ ਪਿੱਛੇ, ਮੀਡੀਆ ਦੀ ਲੜਾਈ ਲੜਨ ਲਈ ਕੱਲ ਇਕੱਠੇ ਹੋਏ ਸੀਗੇ। ਤੁਸੀਂ ਤਾਂ ਲੋਕਾਂ ਤੇ ਇਲਜ਼ਾਮ ਲਾ ਕੇ ਆਪਣੀ ਪਾਰਟੀ 'ਚ ਸ਼ਾਮਿਲ ਕਰ ਲਿਆ ਜੀ, ਤੁਸੀਂ ਤਾਂ ਇਲਜ਼ਾਮ ਲਾ ਕੇ ਸ਼ਾਮਿਲ ਕਰ ਲਿਆ ਆਪਣੀ ਪਾਰਟੀ 'ਚ। ਲੋਕਾਂ ਦੇ ਵਿੱਚ ਦਿਖਾਣਾ ਵੀ ਅਸੀਂ ਜੱਫੀ ਤੁਸੀਂ ਐਮਰਜੈਂਸੀ ਲਾਈ ਦੇਸ਼ ਦੇ ਵਿੱਚ, ਉਦੋਂ ਮੀਡੀਆ ਨੇ ਕੀ ਧੱਕਾ ਕੀਤਾ? ਤੁਸੀਂ ਉਹਨਾਂ ਦਾ ਇਲਜ਼ਾਮ ਲਾ ਕੇ ਪਾਰਟੀ ਸ਼ਾਮਿਲ ਕਰਨਾ, ਤੇ ਆਪ ਵੀ ਜਿਹੜੀਆਂ ਗੱਲਾਂ ਕਰ ਰਹੀ ਹੈ ਕਰਪਸ਼ਨ ਦਾ ਇਲਜ਼ਾਮ ਲਾ ਕੇ ਸਾਨੂੰ ਸਾਡਾ ਸਮਰਥਨ ਮੰਗਣਾ, ਦੋਵਾਂ ਦਾ ਚਿਹਰਾ ਲੋਕਾਂ ਮੂਹਰੇ ਹੈ। ਚਲੋ ਠੀਕ ਹੈ, ਮੈਨੂੰ ਲੱਗਦਾ ਕਿ ਇਸ ਚਰਚਾ, ਚਲੋ ਜਿੰਨੇ ਕਿ ਲੋਕਾਂ ਨੇ ਵੀ ਇਹ ਸੁਣਨੀ ਹੈ, ਇਹ ਲੋਕਾਂ ਨੂੰ ਇਸ ਬਹਿਸ ਦੇ ਵਿੱਚੋਂ, ਇਹ ਤਕਰਾਰ ਚੋਂ, ਇਹ ਤਕਰੀਰ ਦੇ ਵਿੱਚੋਂ ਕਾਫੀ ਕੁਝ ਸਮਝ ਆਵੇਗਾ। ਕਿਸੇ ਰਿਲੇਸ਼ਨ ਖਰਾਬ ਹੁੰਦੇ ਆ, ਬਣਦੇ ਆ, ਵਿਗੜਦੇ ਆ, ਉਹ ਗੱਲ ਮੈਨੂੰ ਲੱਗਦਾ ਕੋਈ ਬਹੁਤ ਇੰਪੋਰਟੈਂਟ ਨਹੀਂ। ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਲੋਕਾਂ ਨੂੰ ਰਾਜਸੀ, ਲੋਕਾਂ ਦਾ ਰਾਜਨੀਤਿਕ ਸਿਸਟਮ ਦਾ ਅਸਲ ਚਿਹਰਾ ਜੇ ਸਾਹਮਣੇ ਆ ਜਾਂਦਾ ਹੈ, ਮੇਰੇ ਲਈ ਤਾਂ ਉਹ ਵੱਡੀ ਪ੍ਰਾਪਤੀ ਹੋਏਗੀ ਇਸ ਡਿਬੇਟ ਦੀ। ਮੈਨੂੰ ਤਾਂ ਇਹ ਗੱਲ ਸੋਹਣੀ ਲੱਗਦੀ ਹੈ ਕਿ ਜਿੰਨੇ ਵਿਚਾਰਾਂ ਦੇ ਨਾਲ ਤੇ ਜਿੰਨੇ ਤੱਥਾਂ ਦੇ ਨਾਲ, ਫੈਕਟ ਦੇ ਨਾਲ ਡਿਬੇਟ ਹੁੰਦੀ ਹੈ, ਚਾਹੇ ਉਹਦੇ ਵਿੱਚ ਕੋਈ ਛੋਟਾ ਹੋ ਜੇ, ਕੋਈ ਉੱਚਾ ਹੋ ਜੇ, ਕੋਈ ਵੱਡਾ ਹੋ ਜੇ, ਕੋਈ ਕਿਸੇ ਖੱਬੇ ਸੱਜੇ ਹੋ ਜਾਵੇ, ਪਰ ਗੱਲ ਜਿਹੜੀ ਲੋਕਾਂ ਦੇ ਸਮਝ ਦੇ ਵਿੱਚ ਆ ਜੇ, ਮੈਨੂੰ ਇਹ ਲੱਗਦਾ ਕਿ ਉਹ ਬਹੁਤ
ਚੰਗੀ ਹੁੰਦੀ ਹੈ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਮਸ਼ਕੂਰ ਹਾਂ, ਤੁਸੀਂ ਅੱਧੇ ਸੱਦੇ ਦੇ ਉੱਤੇ ਆਏ। ਖੜਿਆਲ ਸਾਹਿਬ, ਰਾਮੂ ਵਾਲੇ ਜੀ, ਜਿੰਦਾ ਸਾਹਿਬ, ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਗੱਲ ਇਹ ਆ ਕਿ ਸਿਆਸਤ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ। ਕਈ ਦਫਾ ਅਜਿਹਾ ਵੀ ਵੇਖਣ ਨੂੰ ਮਿਲਦਾ ਹੈ ਜਿਹਦੇ ਕਿਆਸ ਨਹੀਂ ਲਾਏ ਹੁੰਦੇ। ਜਿਹੜੀਆਂ ਚੀਜ਼ਾਂ ਨਹੀਂ ਦਿਖ ਰਹੀਆਂ ਹੁੰਦੀਆਂ ਉਹ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ, ਤੇ ਜੋ ਹੋ ਰਹੀਆਂ ਹੁੰਦੀਆਂ ਨੇ ਉਹ ਸਿਆਸਤ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ। ਸੋ ਦੇਖਣਾ ਅੱਗੇ ਅੱਗੇ ਹੁੰਦਾ ਹੈ ਕੀ। ਚਰਚਾ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।